अल्हम्दुलिल्लाह अल्हम्दुलिल्लाह वकफ़ा वस्सलातु वस्सलामु अला इबादिहिल्लज़ीना इस्तफ़ा ख़ुसूसन अला अफ़ज़लिहिम व ख़ातमिन नबिय्यीन मुहम्मदिनिल अमीन व अला आलिहि व अस्हाबिहि अजमईन। आऊज़ु बिल्लाहि मिनश शैतानिर रजीम बिस्मिल्लाहिर रहमानिर रहीम। क़ाल अल्लाहु अज़्ज़ा व जल फ़ी किताबिहिल करीम वतलू अलैहिम नबअ बनी आदम बिल हक़ इज़ क़र्रबा क़ुरबानन फ़तुक़ुब्बिल मिन अहदिहिमा व लम यतक़ब्बल मिनल आख़र क़ाल लअक़्तुलन्नक क़ाल इन्नमा यतक़ब्बलुल्लाहु मिनल मुत्तक़ीन। सदक़ल्लाहुल अलीयुल अज़ीम। रब्बि इश्रह ली सदरी व यस्सिर ली अमरी वहलुल उक़दतम मिन लिसानी यफ़क़हू क़ौली। अल्लाहुम्मा अरिनल हक़्क़ हक़्क़न वरज़ुक़ना इत्तिबाअहू व अरिनल बातिला बातिलन वरज़ुक़ना इज्तिनाबा। आमीन या रब्बल आलमीन। अजीज़ दोस्तों, पंजाबी दौरा तर्जमा कुरान के हवाले नाल ये अपनी 23वीं मजलिस है। 22 मजलिसां पहले हो गई हैं और ये 22 मजलिसां च असीं सूरा फातिहा तो लैके ते सूरा मायदा दी आयत नंबर 26 तक ये पढ़िया वा। हुण जिहड़ा ना वो असीं सूरा मायदा दी आयत नंबर 27 तो शुरू करन लगे हैं और ये 6वां सिपारा वा और 6वें सिपारे दी ये समझ लो तीसरी नशिस्त वा। ਇਹਦੇ ਵਿੱਚ आगाज ਜਿਹੜਾ ना वो एक वाक़े तो हो रहा वा। वो वाक़या आदम अलैहिस्सलाम ਦੇ 2 बेटियां ਦਾ। ਉਹਨਾਂ ਦੋਵਾਂ ਦਾ ਮਾਮਲਾ ਇਹ ਹੋਇਆ ਕਿ ਉਹਨਾਂ ਨੇ ਇੱਕ ਜਿਹੜਾ ਉਹ ਤਕਵੇ ਵਾਲਾ ਸੀਗਾ, ਇੱਕ ਜਿਹੜਾ ਸੀਗਾ ਉਹ ਜ਼ੋਫ ਦਾ ਸ਼ਿਕਾਰ ਸੀਗਾ। ਬਹਰਹਾਲ ਉਹਨਾਂ ਨੇ ਦੋ ਨੇ ਕੁਰਬਾਨੀ ਕੀਤੀ। ਇੱਕ ਦੀ ਕੁਰਬਾਨੀ ਜਿਹੜੀ ਆ ਉਹ ਅੱਲਾਹ ਤਾਲਾ ਦੇ ਹਾਂ ਕਬੂਲ ਹੋ ਗਈ। ਉਸ ਜ਼ਮਾਨੇ 'ਚ ਇਸ ਤਰ੍ਹਾਂ ਵੀ ਹੁੰਦਾ ਰਿਹਾ ਕਿ ਆਸਮਾਨ ਤੋਂ ਅੱਲਾ ਦੀ ਤਰਫੋਂ ਇੱਕ ਅੱਗ ਆ ਕੇ ਜਿਹੜੀ ਕੁਰਬਾਨੀ ਨੂੰ ਜਲਾ ਦਿੰਦੀ ਸੀ, ਇਹਦਾ ਮਤਲਬ ਸੀ ਉਹ ਕਬੂਲ ਹੋ ਗਈ, ਔਰ ਜਿਹਨੂੰ ਨਹੀਂ ਜਲਾਉਂਦੀ ਸੀ ਉਹ ਨਹੀਂ ਕਬੂਲ ਹੋਈ। ਤੇ ਇਹ ਬੁਗਜ਼ ਜਿਹੜਾ ਨਾ ਉਹ ਪੈਦਾ ਹੋ ਗਿਆ। ਜਿਹਦੀ ਕੁਰਬਾਨੀ ਕਬੂਲ ਨਹੀਂ ਹੋਈ ਉਹਦੀ ਇਹਨਾਂ ਦੇ ਨਾਂ ਸੀ ਹਾਬੀਲ ਔਰ ਕਾਬੀਲ। ਤੇ ਉਹ ਦਿਲ ਵਿੱਚ ਨਾ ਬੁਗਜ਼ ਪੈਦਾ ਹੋ ਗਿਆ ਔਰ ਅੰਜਾਮੇ ਕਾਰ ਉਹਨੇ ਉਹ ਜਿਹਦੀ ਕੁਰਬਾਨੀ ਕਬੂਲ ਨਹੀਂ ਹੋਈ ਸੀ, ਉਹਨੇ ਆਪਣੇ ਉਸ ਭਰਾ ਨੂੰ ਜਿਹਦੀ ਕੁਰਬਾਨੀ ਜਿਹੜੀ ਆ ਕਬੂਲ ਹੋ ਗਈ ਸੀ ਉਹਨੂੰ ਕਤਲ ਕਰ ਦਿੱਤਾ। ਇਹ ਵਾਕਿਆ ਵਾ। ਇਹ ਵਾਕਿਆ ਤਾਂ ਖੈਰ ਹੁਣ ਅਸੀਂ ਪੜ੍ਹਦੇ ਹਾਂ, ਲੇਕਿਨ ਇਹਦੇ ਵਿੱਚ ਇੱਕ ਸਬਕ ਹੈ ਕਿ ਇਹ ਹਸਦ ਜਿਹੜਾ ਹੈ ਨਾ ਨੇਕੀ ਦੇ ਵਿੱਚ ਵੀ ਹੋ ਜਾਂਦਾ ਹੈ। ਇਹ ਹਸਦ ਨੇਕੀ 'ਚ ਵੀ ਹੋ ਜਾਂਦਾ। ਤੁਸੀਂ ਇਹ ਨਾ ਸਮਝਿਆ ਕਰੋ ਕਿ ਫਲਾਂ ਆਦਮੀ ਜਿਹੜਾ ਜੀ ਉਹ ਬਹੁਤ ਜਿਹੜਾ ਨਾ ਉਹ ਮਤਲਬ ਨਜ਼ਰ ਆਉਂਦਾ ਕਿ ਜੀ ਬਹੁਤ ਨੇਕ ਹੈ, ਤੇ ਇਹ ਨੇਕੀ ਵਿੱਚ ਵੀ ਹਸਦ ਹੋ ਜਾਂਦਾ। ਔਰ ਸਾਡੇ ਜਿਹੜੇ ਆ ਫਿਰਕੇ ਬਣੇ ਹੋਏ ਨਾ ਇਹਦੇ ਵਿੱਚ ਵੀ ਮਤਲਬ ਹੋਰ ਗੱਲਾਂ ਦੇ ਇਲਾਵਾ ਇਹ ਗੱਲ ਵੀ ਆ ਜਾਂਦੀ ਹੈ ਕਿ ਬਸ ਉਹ ਦੂਸਰਾ ਕੋਈ ਸਾਡੇ ਵਰਗਾ ਹੋ ਹੀ ਨਹੀਂ ਸਕਦਾ, ਦੂਸਰਾ ਕੋਈ ਸਾਡੇ ਤੋਂ ਵਾਧੂ ਹੋ ਹੀ ਨਹੀਂ ਸਕਦਾ ਹੈ। ਔਰ ਕਿਉਂਕਿ ਖੁਦ ਜ਼ਿਹਨਾਂ 'ਚ ਗੱਲ ਪੈਦਾ ਹੋ ਗਈ ਹੁੰਦੀ ਹੈ ਤੇ ਫਿਰ ਇਸ ਕਿਸਮ ਦੇ ਉਲਮਾ ਜਾਂ ਮੌਲਵੀ ਜਿਹੜੇ ਆ ਨਾ ਉਹ ਫਿਰ ਆਪਣੇ ਮਦਰਸਿਆਂ 'ਚ ਮਸੀਤਾਂ 'ਚ ਇਹ ਹੀ ਗੱਲਾਂ ਆਪਣੇ ਲੋਕਾਂ ਦੇ ਜ਼ਿਹਨਾਂ ਦੇ ਵਿੱਚ ਜਿਹੜਾ ਨਾ ਉਹ ਪਾਉਂਦੇ ਆ। ਦੂਸਰੇ ਆਪਣੇ ਜਿਹੜੇ ਨਾ ਉਹ ਫਿਰਕੇ ਜਾਂ ਗਰੋਹ ਹੁੰਦੇ ਉਹਨਾਂ ਦੇ ਬਾਰੇ 'ਚ, ਤੇ ਉਹ ਆਹਿਸਤਾ ਆਹਿਸਤਾ ਉਹਨਾਂ ਦੇ ਜ਼ਿਹਨਾਂ ਦੇ 'ਚ ਇਹ ਗੱਲ ਬਣ ਜਾਂਦੀ ਹੈ ਕਿ ਅਸਲੀ ਮੁਸਲਮਾਨ ਅਸੀਂ ਹਾਂ। ਔਰ ਅਗਰ ਇਹ ਦੂਸਰੇ ਫਿਰਕੇ ਵਾਲੇ ਖ਼ਤਮ ਹੋ ਜਾਣ ਨਾ ਤੇ ਫਿਰ ਬਾਕੀ ਅਸਲੀ ਮੁਸਲਮਾਨ ਰਹਿ ਜਾਣਗੇ। ਬਸ ਇਹ ਇਸ ਤਰ੍ਹਾਂ ਦੀ ਜ਼ਹਿਨੀਅਤ ਵਜੂਦ 'ਚ ਆ ਜਾਂਦੀ ਹੈ। ਫਰਮਾਇਆ
वतलू अलैहिम नबा बनी आदम बिलहक। ए नबी सल्लल्लाहु अलैहि वसल्लम इन्हां नूं दस दिओ तुसी आदम दे बेटियां दा भी ਉਹ ਵਾਕਿਆ ਜਿਹੜਾ ਬਿਲਕੁਲ ਸੱਚਾ ਵਾਕਿਆ। ਇਜ਼ ਕਰਬਾ ਕੁਰਬਾਨਨ, ਜਦੋਂ ਉਹਨਾਂ ਨੇ ਕੁਰਬਾਨੀ ਕੀਤੀ, ਫਤੋ ਕੁਬਲਾ ਮਿਨ ਅਹਦਹਿਮਾ, ਤੇ ਉਹਨਾਂ ਵਿੱਚੋਂ ਇੱਕ ਦੀ ਤਾਂ ਹੋ ਗਈ ਕਬੂਲ, ਵਲਮ ਯੁਤਕਬਲ ਮਿਨ ਅਲ ਆਖਰ, ਔਰ ਦੂਸਰੇ ਦੀ ਕਬੂਲ ਨਹੀਂ ਹੋਈ। ਤੇ ਉਹ ਜਿਹਦੀ ਕਬੂਲ ਨਹੀਂ ਹੋਈ ਉਹ ਕਹਿਣ ਲੱਗਾ ਕਾਲਾ ਲਅਕਤੁਲੰਨਕ, ਮੈਂ ਤੈਨੂੰ ਲਾਜ਼ਮਨ ਕਤਲ ਕਰ ਦੇਵਾਂਗਾ। ਕਾਲਾ, ਤੇ ਉਹ ਜਿਹੜਾ ਸੀਗਾ ਕਤਲ ਕਰਨ ਵਾਲਾ ਨਾ, ਜਿਹੜਾ ਮਕਤੂਲ ਹੋ ਗਿਆ ਬਾਅਦ ਦੇ ਵਿੱਚ, ਦੂਸਰਾ ਭਰਾ ਜਿਹਦੀ ਕਬੂਲ ਹੋ ਗਈ, ਕਾਲਾ ਉਹ ਕਹਿਣ ਲੱਗਾ ਇੰਨਮਾ ਯਤਕੱਬਲੁல்லாਹੁ ਮਿਨਲ ਮੁੱਤਕੀਨ, ਮੇਰਾ ਤਾਂ ਇਹਦੇ ਚ ਕੋਈ ਕਸੂਰ ਨਹੀਂ, ਅੱਲਾ ਕਬੂਲ ਕਰਦਾ ਮੁੱਤਕੀ ਲੋਕਾਂ ਦੀ ਤਰਫੋਂ, ਉਹਨਾਂ ਦਾ ਅਮਲ ਕਬੂਲ ਕਰਦਾ, ਉਹਨਾਂ ਦੀ ਕੁਰਬਾਨੀ ਕਬੂਲ ਕਰਦਾ। ਲਾਇਨ ਬਸਤਾ ਇਲैया यदका लितक़्तुलनी, और अगर तू मेरी तरफ हथ बढ़ावेगा मैनू कतल करने वास्ते, व मा अना बेबासिती यदिया इलैका लिअक़्तुलक, तो मैं अपना हथ नहीं चकांगा तेरे उत्ते तैनू कतल करने वास्ते। इन्नी अखाफुल्लाह रब्बल आलमीन, मैं ते रब्बुल आलमीन दा खौफ रखदा। ਹੁਣ ਇਹ ਜਿਹੜਾ ਵਾਕਿਆ ਨਾ ਜੀ, ਇਹ ਬਸ ਐਨੇ 'ਚ ਗੱਲ ਇੱਕ ਸਮਝ ਲਓ। ਅਗਰ ਅਸੀਂ ਤਾਰੀਖ ਇਸਲਾਮ ਦੇ ਵਿੱਚ ਇੱਕ ਵਾਕਿਆ ਦੇਖਦੇ ਹਾਂ ਨਾ, ਤੇ ਉਹ ਵਾਕਿਆ ਹੈ ਹਜ਼ਰਤ ਉਸਮਾਨ ਰਜ਼ੀ ਅੱਲਾਹ ਤਾਲਾ ਅਨਹੁ ਦਾ। ਉਹਨਾਂ ਨੇ ਕਿਹਾ ਮੈਂ ਹੱਥ ਨਹੀਂ ਚੱਕਣਾ, ਇਹ ਮੈਨੂੰ ਕਤਲ ਕਰਨਾ ਚਾਹੁੰਦੇ ਆ ਤੇ ਕਰ ਦੇਣ। यानी तुसी बाकी तारीख दे विच ऐसा वाक़या नहीं मिलता, वरना ठीक है हज़रत हुसैन रज़ी अल्लाह ताला अन्हु भी यजीद दी जंग फौज नाल लड़े आ, लेकिन हज़रत हुसैन भी लड़े आ। ये जिद्दां इत्थे वाक़या आ रहा ना कि उन्हें कहा मैं हथ नहीं चकना, तू जो करना कर दे, ठीक है ना। वैसे ये गल जी है ना, उदा आम तौर पर समझ नहीं आती कि बंदा जड़ा ना वो हज़रत उस्मान रज़ी अल्लाह ताला अन्हु दे बारे च वाक़े पढ़ते सी ना, तो वो इदा ज़हन च आंदी सी कि यार उन्होंने दे कोल है सी, ताकत भी सी, सब कुछ सी, तो उन्होंने अगों कोई रजिस्ट करना चाहिए सी। हुण कुरान दे विच ये वाक़या भी है, और अल्लाह इस वाक़े नूं इहतिमाम नाल बयान करदा, ये नोट कर लो। ਉਹਦੇ ਇਸ ਅਮਲ ਨੂੰ ਅੱਲਾਹ ਤਾਲਾ ਇੱਥੇ ਜਿਹੜਾ ਨਾ ਉਹ ਇਹਤਮਾਮ ਦੇ ਨਾਲ ਬਿਆਨ ਕਰ ਰਿਹਾ ਹੈ। ਉਹਦੀ ਇੱਜ਼ਤ ਔਰ ਸ਼ਾਨ ਜਿਹੜੀ ਹੈ ਨਾ, ਉਹ ਕਤਲ ਹੋਣ ਵਾਲਾ ਜਿਹੜਾ ਹੈ, ਜਿਹਦੀ ਕੁਰਬਾਨੀ ਕਬੂਲ ਹੋਈ ਸੀ, ਔਰ ਉਹਨੇ ਫਿਰ ਹੱਥ ਨਹੀਂ ਚੱਕਿਆ, ਤੇ ਉਹਦੀ ਹਮਾਇਤ 'ਚ ਵਾਕਿਆ ਬਿਆਨ ਹੋ ਰਿਹਾ। ਫਰਮਾਇਆ ਉਹਨੇ ਕਿਹਾ ਕਿ ਮੈਂ ਅੱਲਾ ਤੋਂ ਡਰਦਾ ਹਾਂ, ਔਰ ਮੈਂ ਜਿਹੜਾ ਨਾ ਉਹ ਹੱਥ ਨਹੀਂ ਚੱਕਾਂਗਾ ਤੈਨੂੰ ਕਤਲ ਕਰਨ ਵਾਸਤੇ। ਇੰਨੀ ਉਰੀਦ, ਮੈਂ ਤੇ ਇਹ ਚਾਹੁੰਦਾ ਅਨ ਤਬੂ ਅਬ ਇਸਮੀ व ਇਸਮਕ, ਕਿ ਅਗਰ ਤੂੰ ਇਹ ਕਰਨਾ ਚਾਹੁੰਦਾ, ਮਤਲਬ ਇਹ ਹੈ ਤੇ ਤੂੰ ਮੇਰੇ ਗੁਨਾਹਾਂ ਦਾ ਵੀ ਬੋਝ ਚੱਕੇਗਾ। ਬੰਦੇ 'ਚ ਕੋਈ ਜ਼ਿੰਦਗੀ 'ਚ ਕੋਈ ਕਮੀ ਪੇਸ਼ੀ ਹੁੰਦੀ ਹੈ, ਤੇ अपना गुनाह तो तू चकना ही चकना, तैनू मेरे गुनाहां दा बोझ भी चकना पेगा। जाहिर है ਇਹਦਾ बदला क्यामत दे दिन किदां होएगा। यही है ना कि ਉਹਦੇ गुनाहां दा बोझ भी चकना पेगा। फतकून मिन असहाबिन नार, ते इदां करके तू होवे जहन्नम जान वाला, मैं ना जहन्नम चला जावां। मतलब यह है वज़ालिका जज़ाउ ज़ालिमीन, और यही जज़ा हुंदी है। अल्लाह ताला फरमांदा है यही फिर सलूक हुंदा ज़ालिमां नाल। वो ज़ालिम सी जिन्हें जिहदी कुर्बानी कबूल नहीं हुई, और फिर उन्हें इंतकामन हसद दे विच ਉਹਨੂੰ कतल किया।
ਫਤਵਅਤ ਲਹੂ ਨਫਸਹੂ ਕਤਲ ਅਖੀ, ਤੇ ਕਰ ਲਿਆ ਉਹਦੇ ਨਫਸ ਨੇ ਉਹਨੂੰ ਰਾਜ਼ੀ ਕਿ ਉਹ ਆਪਣੇ ਭਰਾ ਨੂੰ ਕਤਲ ਕਰ ਦੇਵੇ। ਉਹ ਜਿਹੜਾ ਭਰਾ ਦੀ ਕੁਰਬਾਨੀ ਕਬੂਲ ਨਹੀਂ ਹੋਈ ਸੀ ਨਾ, ਹੁਣ ਉਹਨੇ ਕਾਹਲੀ ਨਾਲ ਤਾਂ ਨਹੀਂ ਕਤਲ ਕੀਤਾ, ਉਸ ਵੇਲੇ ਤੇ ਉਹਨੇ ਥ੍ਰੈਟ ਕੀਤਾ, ਜਿੱਦਾਂ ਕਹਿੰਦੇ ਅੱਛਾ ਮੈਂ ਤੈਨੂੰ ਦੇਖ ਲਾਂਗਾ, ਮੈਂ ਤੈਨੂੰ ਕਤਲ ਕਰ ਦਾਂਗਾ। ਉਹ ਫਿਰ ਸੋਚਦਾ ਰਿਹਾ ਮੌਕਾ ਵਕਤ, ਔਰ ਸੋਚਦਿਆਂ ਵਕਤ ਕਈ ਗੱਲਾਂ ਦਿਲ ਵਿੱਚ ਆਉਂਦੀਆਂ, ਕਰਾਂ ਨਾ ਕਰਾਂ, ਮੇਰਾ ਸਕਾ ਭਰਾ ਵਾ। ਉਹ ਯੂਸਫ अलैहिस्सलाम ਦੇ ਭਰਾਵਾਂ ਦੇ ਵਿੱਚੋਂ ਵੀ ਉਹਨਾਂ ਦੇ ਦਿਲ ਚ ਆਉਂਦੀ ਸੀ ਨਾ ਕਿ ਇਹਨੂੰ ਹੁਣ ਕਤਲ ਕਰੀਏ, ਤੇ ਇਸੇ ਤੋਂ ਉਹਨਾਂ ਨੇ ਕਿਹਾ ਲਾ ਤਕਤਲੂ ਯੂਸਫ, ਇੱਕ ਨੇ ਕਿਹਾ ਨਾ ਲਾ ਤਕਤਲੂ ਯੂਸਫ, ਯੂਸਫ ਨੂੰ ਕਤਲ ਨਾ ਕਰੋ, ਆਖਰ ਸਾਡਾ ਭਰਾ ਵਾ। ਇਹ ਇਦਾਂ ਦੀ ਉਹਦੇ ਵਿੱਚ ਹਲਚਲ ਪੈਦਾ ਹੁੰਦੀ ਰਹੀ। ਫਾਕਾ ਤਾਲਾਹੂ, ਪਰ ਅਖੀਰ ਉਹਨੇ ਕਰ ਦਿੱਤਾ ਕਤਲ ਆਪਣੇ ਭਰਾ ਨੂੰ। ਫਅਸਬਹਾ ਮਿਨਲ ਖਾਸਿਰੀਨ, ਤੇ ਹੋ ਗਿਆ ਉਹ ਖਸਾਰੇ ਵਾਲਿਆਂ ਵਿੱਚੋਂ। ਕੁਰਬਾਨੀ ਤੇ ਦਿੱਤੀ ਸੀ ਕਾਹਦੇ ਵਾਸਤੇ? ਨੇਕੀ ਵਾਸਤੇ। ਕੁਰਬਾਨੀ ਕਾਹਦੇ ਵਾਸਤੇ ਦਿੰਦੇ ਆ? ਪਰ ਕੁਰਬਾਨੀ ਦੇ ਨਾਲ ਹੀ ਹਸਦ ਪੈਦਾ ਹੋ ਗਿਆ, ਔਰ ਉਸ ਹਸਦ ਉਹਨੂੰ ਲੈ ਡੁੱਬਿਆ। ਫਬਾਅਸ ਅੱਲਾਹੁ ਗੁਰਾਬਨ, ਫਬਾਅਸ ਅੱਲਾਹੁ ਗੁਰਾਬਨ ਯਬਹਸੁ ਫਿਲ ਅਰਦ, ਤੇ ਉਹਨੇ ਦੇਖਿਆ ਇੱਕ ਕਾਂ, ਕੌਵਾ ਕਾਂ, ਉਹ ਜ਼ਮੀਨ ਨੂੰ ਪੱਟ ਰਿਹਾ ਵਾ ਚੁੰਝ ਨਾਲ। ਉਹ ਹੁਣ ਮਸਲਾ ਇਹ ਬਣ ਗਿਆ ਨਾ ਕਿ ਉਹਨੂੰ ਇਹ ਸਮਝ ਨਹੀਂ ਹੁੰਦੀ ਸੀ ਕਿ ਕਤਲ ਤੇ ਮੈਂ ਕਰ ਦਿੱਤਾ, ਹੋ ਸਕਦਾ ਜ਼ਮੀਨ ਤੇ ਪਹਿਲੀ ਮੌਤ ਹੋਵੇ, ਇਸ ਤੋਂ ਪਹਿਲੇ ਕੋਈ ਮਰਿਆ ਨਾ ਹੋਵੇ। ਹੁਣ ਉਹਨੂੰ ਇਹ ਸਮਝ ਨਹੀਂ ਆਉਂਦੀ ਸੀ ਵੀ ਮੈਂ ਇਹਦੀ ਲਾਸ਼ ਦਾ ਕੀ ਕਰਾਂ। ਇਹਨੂੰ ਕੋਈ ਦੇਖ ਲੈਗਾ, ਜਿੱਦਾਂ ਸਾਡੇ ਘਰ ਵਾਲਿਆਂ ਚੋਂ ਕੋਈ ਦੇਖ ਲੈਗਾ, ਮੇਰੇ ਵਾਲਿਦ ਸਾਹਿਬ ਦੇਖ ਲੈਣਗੇ, ਜਾਂ ਕੋਈ ਦੇਖ ਲੈਗਾ, ਜਾਂ ਕਿਸੇ ਨੂੰ ਪਤਾ ਲੱਗ ਜਾਏਗਾ। ਜਿਵੇਂ ਬੰਦਾ ਜੁਰਮ ਕਰਕੇ ਫਿਰ ਉਹਨੂੰ ਖੌਫ ਹੁੰਦਾ ਤੇ ਜੁਰਮ ਨੂੰ ਛੁਪਾਉਣ ਦੀ ਕੋਸ਼ਿਸ਼ ਹੁੰਦੀ ਹੈ ਨਾ, ਹੁਣ ਉਹਨੂੰ ਸਮਝ ਨਹੀਂ ਆਉਂਦੀ ਸੀ। ਅੱਲਾ ਕਹਿੰਦਾ ਕਿ ਇੱਕ ਕੌਵਾ ਆਇਆ ਔਰ ਇੱਕ ਕਾਂ ਆਇਆ, ਔਰ ਉਹ ਕਾਂ ਆਪਣੀ ਚੁੰਝ ਨਾਲ ਜ਼ਮੀਨ ਪੱਟਦਾ ਸੀਗਾ। ਹੁਣ ਉਹ ਜ਼ਮੀਨ ਪੱਟਦਾ ਸੀਗਾ ਤੇ ਇਦਾਂ ਵੀ ਆਂਦਾ ਵੀ ਉਹਦੇ ਕੋਲ ਕੋਈ ਅਜ਼ਾਫੀ, ਕਵੇ ਦੇ ਕੋਲ, ਕਾਂ ਦੇ ਕੋਲ ਕੋਈ ਅਜ਼ਾਫੀ ਖਾਣਾ ਸੀਗਾ ਜਿਹੜਾ ਉਹ ਰੱਜਿਆ ਹੋਣਾ ਨਾ, ਤੇ ਉਹਨੇ ਉੱਥੇ ਲੁਕੋ ਦਿੱਤਾ ਕਿ ਬਾਅਦ ਚ ਕੱਢ ਲਵਾਂਗਾ। ਹੈਂ, ਤੇ ਇੱਥੋਂ ਉਹਨੂੰ ਆਈਡੀਆ ਮਿਲ ਗਿਆ ਕਿ ਮੈਂ ਵੀ ਜ਼ਮੀਨ ਪੱਟ ਕੇ ਆਪਣੇ ਭਰਾ ਨੂੰ ਦੱਬ ਦੇਵਾਂ। ਉਹ ਕవ్ਵੇ ਤੋਂ ਆਈਡੀਆ ਮਿਲਿਆ। ਲਿਯੁਰੀਅਹੂ ਕੈਫ ਯੁਵਾਰੀ ਸਵਾਤ ਅਖੀ, ਤਾਂ ਕਿ ਉਹ ਕੌਵਾ ਜਿਹੜਾ ਹੈ, ਉਹ ਕੌਵਾ ਵੀ ਫਿਰ ਅੱਲਾ ਨੇ ਭੇਜਿਆ ਹੋਏਗਾ ਨਾ। ਅੱਲਾ ਦੇ ਹੁਕਮ ਨਾਲ ਸਾਰੇ ਕੰਮ ਹੁੰਦੇ ਆ ਕਿ ਇਹਨੂੰ ਹੁਣ ਸਮਝ ਨਹੀਂ ਆਉਂਦੀ ਭਰਾ ਨੂੰ ਕਿੱਧਰ ਲਾਵਾਂ, ਤੇ ਜਾ ਇਹਨੂੰ ਜ਼ਰਾ ਸਿਖਾ, ਤਾਂ ਕਿ ਉਹਨੂੰ ਦਿਖਾਵੇ। ਕੌਵਾ ਇਸ ਤੋਂ ਆਇਆ ਤਾਂ ਕਿ ਉਹਨੂੰ ਦਿਖਾਵੇ ਕਿ ਕਿਸ ਤਰ੍ਹਾਂ ਉਹ ਹੁਣ ਆਪਣੇ ਭਾਈ ਦੀ ਲਾਸ਼ ਜਿਹੜੀ ਆ ਉਹਨੂੰ ਟਿਕਾਣੇ ਲਾਵੇ। ਕਾਲਾ, ਤੇ ਜਦੋਂ ਉਹਨੇ ਦੇਖਿਆ ਤੇ ਉਹ ਕਹਿਣ ਲੱਗਾ ਯਾ ਵੈਲਤਾ, ਹਾਏ ਹਾਏ ਮੇਰੀ ਬਦਕਿਸਮਤੀ, ਮੇਰੇ ਕੋਲ ਤੇ ਇੰਨੀ ਵੀ ਅਕਲ ਨਹੀਂ ਹੈਗੀ। ਆਜਜ਼ ਤੋਂ ਅਨ ਅਕੂਨਾ ਮਿਸਲ ਹਾਜ਼ਲ ਗੁਰਾਬ, ਕਿ ਮੈਂ ਇੰਨਾ ਕੀ ਹੁੰਦਾ, ਇੰਨੀ ਕੀ ਸਮਝ ਰੱਖਦਾ, ਇਸ ਕਾਬਲ ਹੀ ਹੁੰਦਾ ਕਿ ਜਿੰਨਾ ਕਾਬਲ ਹੈ ਕਾਂ ਹੈਗਾ, ਗੁਰਾਬ ਕਾਂ ਹੈਗਾ। ਯਾਨੀ ਕੁਰਾਨ ਕਾਂ ਦੇ ਵਿੱਚ ਇੰਨੀ ਅਕਲ ਹੈਗੀ ਆ ਕਿ ਮੈਂ ਆਪਣੀ ਕੋਈ ਚੀਜ਼ ਜਿਹੜੀ ਆ ਮਹਿਫੂਜ਼ ਕਰਨੀ ਆ, ਤੇ ਉਹ ਕਿੱਦਾਂ ਕਰਾਂ ਤੇ ਜਿਹੜੀ ਮਤਲਬ ਕਿਸੇ ਨੂੰ ਨਜ਼ਰ ਨਾ ਆਵੇ। ਤੇ ਮੈਨੂੰ ਇਹ ਸਮਝ ਹੀ ਨਹੀਂ ਆਉਂਦੀ ਸੀ, ਤੇ ਮੈਂ ਤਾਂ ਕਾਂ ਤੋਂ ਵੀ ਕਿਆ ਗੁਜ਼ਰਿਆ ਹੋ ਗਿਆ ਜਿਹਨੂੰ ਕਹਿੰਦੇ। ਬਸ ਇੰਨੀ ਗੱਲ ਹੁੰਦੀ ਹੈ, ਸ਼ੈਤਾਨ ਕੰਮ ਕਰਵਾ ਤਾਂ ਦਿੰਦਾ, ਜੇ ਕਰਵਾਉਣ ਤੋਂ ਬਾਅਦ ਫਿਰ ਆਪ ਹੀ ਹਾਏ ਹਾਏ ਲੱਗਾ ਰਹਿੰਦਾ ਕਰਨ। ਫਿਰ ਹੁਣ ਯਾਨੀ ਆਪਣੇ ਕੀਤੇ ਤੇ ਆਪ ਹੀ ਅਫਸੋਸ ਕਰਦਾ। ਫਵਾਰੀ ਸਵਾਤ ਆਖੀ, ਕਿ ਮੇਰੇ ਵਿੱਚ ਕਵੇ ਜਿੰਨੀ ਅਕਲ ਹੁੰਦੀ ਤੇ ਮੈਂ ਆਪਣੇ ਭਰਾ ਨੂੰ ਛਪਾ ਲੈਂਦਾ, ਜ਼ਮੀਨ 'ਚ ਛਪਾ ਲੈਂਦਾ। ਫਅਸਬਹਾ ਮਿਨ ਨਾਦਮੀਨ, ਤੇ ਬਸ ਫਿਰ ਉਹ ਰਹਿ ਗਿਆ, ਅਫਸੋਸ ਹੀ ਕਰਦਾ ਹੁਣ ਭਰਾ ਤੇ ਜਿੰਦਾ ਨਹੀਂ ਹੋਣਾ ਸੀਗਾ। ਫਿਰ ਉਹਨੂੰ ਇਹ ਵੀ ਗੱਲ ਸਮਝ ਆ ਗਈ ਨਾ ਕਿ ਮੈਂ ਕੰਮ ਹੀ ਗਲਤ ਕੀਤਾ। ਮੈਂ ਆਪਣੇ ਆਪ ਨੂੰ ਬੜਾ ਅਕਲਮੰਦ ਸਮਝਿਆ, ਹੁਸ਼ਿਆਰ ਸਮਝਿਆ,
बड़ा अपने आप ਨੂੰ ਅੱਲਾ ਦਾ ਵਲੀ ਸਮਝਿਆ, ਅੱਲਾ ਦੀ ਰਜ਼ਾ ਹਾਸਲ ਕਰਨ ਵਾਸਤੇ ਕੁਰਬਾਨੀ ਕੀਤੀ ਹੈ। ਤੇ ਪਰ ਮੈਂ ਤਾਂ ਨਹੀਂ ਹੋਇਆ ਇੱਕ ਕਵੇ ਦੇ ਬਰਾਬਰ ਵੀ, ਇੱਕ ਕਾਂ ਦੇ ਬਰਾਬਰ ਵੀ ਨਹੀਂ ਹੋਇਆ, ਕਾਂ ਦੀ ਅਕਲ ਦੇ ਬਰਾਬਰ ਵੀ ਨਹੀਂ। ਤੇ ਮੈਂ ਜਿਹੜਾ ਕੰਮ ਆਪਣੀ ਅਕਲ ਨਾਲ ਕਰਕੇ ਆਪ ਕੀਤਾ, ਯਾਨੀ ਆਪਣੇ ਭਰਾ ਨੂੰ ਕਤਲ ਕੀਤਾ, ਹੁਣ ਫਿਰ ਉਹ ਰਹਿ ਗਿਆ ਉੱਤੇ ਅਫਸੋਸ ਕਰਦਾ। ਤੇ ਬਾਅਦ ਦਾ ਅਫਸੋਸ ਜਿਹੜਾ ਨਾ, ਉਹ ਫਿਰ ਬਸ ਉਹ ਮੁੜਦਾ ਤਾਂ ਨਹੀਂ ਨਾ ਜੋ ਹੋ ਗਿਆ। ਮਿਨ ਅਜਲੇ ਜ਼ਾਲਿਕ, ਅੱਲਾ ਕਹਿੰਦਾ ਉਸੇ ਵੇਲੇ ਤੋਂ ਕਤਬਨਾ ਅਲਾ ਬਨੀ ਇਸਰਾਈਲ, ਅਸੀਂ ਇਹ ਗੱਲ ਯਾਨੀ ਇਸੇ ਵਜ੍ਹਾ ਤੋਂ, ਇਸ ਵਾਕਿਆ ਦੀ ਵਜ੍ਹਾ ਤੋਂ ਕਤਬਨਾ ਅਲਾ ਬਨੀ ਇਸਰਾਈਲ, ਅਸੀਂ ਬਨੀ ਇਸਰਾਈਲ ਦੇ ਵਾਸਤੇ ਇਹ ਜ਼ਰੂਰੀ ਕਹਿ ਦਿੱਤਾ ਸੀ, ਲਿਖ ਦਿੱਤਾ ਸੀ, ਹੁਕਮ ਲਿਖ ਦਿੱਤਾ ਸੀ। ਕੀ ਹੁਕਮ ਲਿਖਿਆ ਸੀ? ਅੰਨਹੁ ਮਨ ਕਤਲ ਨਫਸਨ ਬਗੈਰ ਨਫਸ, ਕਿ ਦੇਖੋ ਜਿਹਨੇ ਵੀ ਕਿਸੇ ਬੰਦੇ ਨੂੰ ਬਿਲਾ ਵਜ੍ਹਾ ਕਤਲ ਕੀਤਾ, ਔ ਫਸਾਦਨ ਫਿਲ ਅਰਦ, ਜਾਂ ਜ਼ਮੀਨ ਦੇ ਉੱਤੇ ਫਸਾਦ ਕੀਤਾ, ਫਕਅੰਨਮਾ ਕਤਲ ਨਾਸ ਜਮੀਆ, ਤੇ ਅੱਲਾ ਦੇ ਨਜ਼ਦੀਕ ਇਹ ਜੁਰਮ ਏਦਾਂ ਹੋਏਗਾ ਕਿ ਉਹਨੇ ਤਮਾਮ ਇਨਸਾਨਾਂ ਨੂੰ ਕਤਲ ਕਰ ਦਿੱਤਾ। ਵਮਨ ਅਹਯਾਹਾ, ਔਰ ਜਿਹਨੇ ਕਿਸੇ ਮਰਦੇ ਨੂੰ ਬਚਾਇਆ, ਮਤਲਬ ਇਹ ਹੈ ਹੁਣ ਮਰਦੇ ਨੂੰ ਬਚਾਉਣ ਦੀਆਂ ਕਈ ਸ਼ਕਲਾਂ ਹੋ ਸਕਦੀਆਂ। ਕੋਈ ਡੁੱਬਿਆ ਜਾਂਦਾ, ਕੋਈ ਕਿਸੇ ਐਸੀ ਬਿਮਾਰੀ 'ਚ ਮੁਬਤਲਾ ਹੈ, ਕਿਸੇ ਨੂੰ ਕੋਈ ਅੱਜ ਕੱਲ੍ਹ ਤੇ ਪੁਰਜ਼ੇ ਵੀ ਲੱਗ ਜਾਂਦੇ ਆ ਨਾ, ਗੁਰਦਾ ਨਹੀਂ ਲੱਭਾ ਜੀ, ਮਰ ਗਿਆ ਬੰਦਾ, ਹੈਂ। ਤੇ ਕਿਸੇ ਵੀ ਬੰਦੇ ਨੂੰ ਜਿਹੜਾ ਮੌਤ ਦੇ ਮੂੰਹ 'ਚ ਜਾਂਦਾ ਸੀ, ਉਹਨੂੰ ਬਚਾ ਲਿਆ, ਹੈਂ। ਇਹ ਡਾਕਟਰ ਜਿਹੜੇ ਆ ਅਗਰ ਸਹੀ ਮਾਨੇ 'ਚ ਇਮਾਨਦਾਰੀ ਨਾਲ ਇਲਾਜ ਕਰਨ, ਹੈਂ, ਤੇ ਇਹ ਉਹੀ ਗੱਲ ਹੈ। ਕਿਸੇ ਨੂੰ ਬਲੱਡ ਚਾਹੀਦਾ ਤੇ ਖੂਨ ਚਾਹੀਦਾ, ਖੂਨ ਦੇ ਦਿੱਤਾ। ਫਕਅੰਨਮਾ ਅਹਯਾ ਨਾਸ ਜਮੀਆ, ਤੇ ਉਹਨੇ ਇੱਕ ਆਦਮੀ ਨੂੰ ਮਰਨ ਤੋਂ ਬਚਾਇਆ। ਅੱਲਾ ਕਹਿੰਦਾ ਏਦਾਂ ਵਾ ਜਿਵੇਂ ਉਹਨੇ ਸਭ ਲੋਕਾਂ ਨੂੰ ਬਚਾ ਲਿਆ। ਵਲਕਦ ਜਾਅਤਹੁਮ ਰੁਸੁਲੁਨਾ ਬਿਲ ਬਯਿਨਾਤ, ਔਰ ਬੇਸ਼ੱਕ ਆਏ ਸੀ ਉਹਨਾਂ ਵੱਲ ਰਸੂਲ ਖੁੱਲੀਆਂ ਨਿਸ਼ਾਨੀਆਂ ਲੈ ਕੇ। ਇਹ ਸਾਰੀਆਂ ਗੱਲਾਂ ਰਸੂਲਾਂ ਨੇ ਦਸੀਆਂ ਸੀਗੀਆਂ ਕਿ ਕਤਲੋ ਗਾਰਤ ਨਹੀਂ ਕਰਨੀ, ਔਰ ਇਹ ਗੁਨਾਹ ਵਾ। ਸੁੰਮਾ ਇਨ ਕਸੀਰਾ ਮਿਨਹੁਮ ਬਾਅਦ ਜ਼ਾਲਿਕਾ ਫਿਲ ਅਰਦ ਮੁਸਰਿਫੀਨ, ਲੇਕਿਨ ਬਾਵਜੂਦ ਇਸ ਦੇ ਇਹਨਾਂ ਦੇ ਵਿੱਚੋਂ ਅਕਸਰ ਜਿਹੜੇ ਆ ਉਹ ਜ਼ਮੀਨ ਦੇ ਉੱਤੇ ਜਿਹੜਾ ਉਹ ਹੱਦ ਤੋਂ ਵਧੇ ਹੀ ਫਿਰਦੇ ਰਹੇ। ਕਹਿੰਦੇ ਨੇ ਆਪਣੀ ਹੱਦ ਟੱਪ ਜਾਣਾ। ਹੱਦ ਕੀ ਹੈ? ਜਿਹੜੀ ਵੀ ਅੱਲਾਹ ਤਾਲਾ ਨੇ ਫਰਮਾਈ ਆ, ਮਸਲਨ ਕਤਲ ਨਹੀਂ ਕਰਨਾ ਨਾ ਹੱਕ ਕਿਸੇ ਨੂੰ, ਤੇ ਜਦੋਂ ਕਤਲ ਕਰ ਦਿੱਤਾ ਤਾਂ ਹੱਦ ਟੱਪ ਦਿੱਤੀ। ਹਰਾਮ ਨਹੀਂ ਖਾਣਾ, ਸੂਦ ਨਹੀਂ ਖਾਣਾ, ਰਿਸ਼ਵਤ ਨਹੀਂ ਖਾਣੀ, ਤੇ ਜਿਸ ਵੇਲੇ ਹਰਾਮ ਖਾਦਾ, ਸੂਦ ਖਾਦਾ, ਰਿਸ਼ਵਤ ਖਾਦੀ, ਹੈਂ, ਕਿਸੇ ਭੈਣ ਬੇਟੀ ਦਾ ਹੱਕ ਖਾਦਾ, ਤੇ ਹੱਦ ਤੋਂ ਟੱਪ ਗਿਆ। ਇਨਮਾ ਜਜ਼ਾਉ ਲਜ਼ੀਨਾ ਯੁਹਾਰਿਬੂਨ ਅੱਲਾਹ व ਰਸੂਲਾ, ਹੁਣ ਇੱਕ ਬੰਦੇ ਦੀ ਗੱਲ ਪਿੱਛੇ ਦੱਸੀ ਆ ਵੀ ਇੱਕ ਬੰਦੇ ਦਾ ਕਤਲ, ਤੇ ਹੁਣ ਮੁਸਲਮਾਨ ਜਿਹੜੇ ਆ ਨਾ ਉਹ ਇਸ ਵੇਲੇ ਇੱਕ ਰਿਆਸਤ ਬਣਾ ਰਿਹਾ ਹੈ। ਜਦੋਂ ਇਹ ਸੂਰਤ ਨਾਜ਼ਲ ਹੋਈ ਹੈ ਨਾ, ਇਹ ਤੁਸੀਂ ਸਮਝ ਲਓ ਕਿ ਹੁਣ ਇੱਕ ਰਿਆਸਤ ਬਣ ਰਹੀ ਹੈ ਮੁਸਲਮਾਨਾਂ ਦੀ, ਹਕੂਮਤ ਕਾਇਮ ਹੋ ਰਹੀ ਹੈ। ਜਿੱਦਾਂ ਮੈਂ ਦੱਸਿਆ ਸੀ ਨਾ ਕਿ ਇਜਤਮਾਹੀਅਤ ਜਿਹੜੀ ਹੈ ਉਹ ਇੱਕ ਖਾਨਦਾਨ ਤੋਂ ਮੀਆਂ ਬੀਵੀ ਦੀ ਸ਼ਾਦੀ ਤੋਂ ਸ਼ੁਰੂ ਹੁੰਦੀ ਹੈ, ਫਿਰ ਕਬੀਲਾ ਬਣਦਾ ਹੈ, ਫਿਰ ਕਬੀਲੇ ਰਲਦੇ ਆ, ਤੇ ਫਿਰ ਇੱਕ ਮੁਲਕ ਬਣਦਾ, ਤੇ ਆਖਰੀ ਮੁਲਕ ਬਣਨਾ ਪੂਰੀ ਜ਼ਮੀਨ ਦੇ ਤਮਾਮ ਇਨਸਾਨ ਇੱਕ ਮਾਸ਼ਰਾ ਬਣ ਜਾਣਗੇ, ਇੱਕ ਹਕੂਮਤ ਹੋਏਗੀ, ਔਰ ਉਹ ਹਕੂਮਤ ਹੋਏਗੀ ਅੱਲਾ ਦੀ। ਹਾਂ, ਤਾਗੂਤ ਕੋਸ਼ਿਸ਼ ਕਰ ਰਿਹਾ ਕਿ ਸ਼ੈਤਾਨ ਕੋਸ਼ਿਸ਼ ਕਰ ਰਿਹਾ ਕਿ ਅੱਲਾ ਦੀ ਨਾ ਬਣੇ, ਗੈਰ ਅੱਲਾ ਦੀ ਬਣੇ। ਬਸ ਉਹਨੂੰ ਉਹ ਕਹਿੰਦੇ ਆ ਕਿ ਨਿਊ ਵਰਲਡ ਆਰਡਰ ਤੇ ਫਲਾਨਾ ਆਰਡਰ, ਤੇ ਇਹ ਸਾਰਾ ਕਹਿ ਕੇ ਗੱਲ ਕਰਦੇ। ਵਰਲਡ ਆਰਡਰ ਤੇ ਆਉਣਾ, ਔਰ ਉਹ ਆਉਣਾ ਮੁਹੰਮਦ ਰਸੂਲੁल्लाह सल्लल्लाहु अलैहि वसल्लम ਦਾ, ਜਿੱਦਾਂ ਅਰਬ ਦੇ ਵਿੱਚ ਆਇਆ। ਪਰ ਹੁਣ ਇੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਰਿਆਸਤ ਦੇ ਖਿਲਾਫ, ਇਹ ਤਾਂ ਇਹ ਪਿੱਛੇ ਵਾਕਿਆ ਤੇ ਆਇਆ ਨਾ ਕਿ ਇੱਕ ਬੰਦੇ ਨੇ ਇੱਕ ਬੰਦੇ ਨੂੰ ਕਤਲ ਕੀਤਾ, ਇਹਨੂੰ ਇਹ ਫਸਾਦ ਕੀਤਾ, ਇਹਨੂੰ ਫਸਾਦ ਫਿਲ ਅਰਦ ਕਹਿੰਦੇ ਆ। ਹੁਣ ਇੱਕ ਆਦਮੀ ਜਿਹੜਾ ਰਿਆਸਤ ਦੇ ਵਿੱਚ ਇਜਤਮਾਹੀਅਤ ਜਿਹੜੀ ਆ ਉਹਨੂੰ ਤਬਾਹ ਕਰਦਾ, ਇੱਕ ਬੰਦਾ ਕਰੇ ਜਾਂ ਦੋ ਕਰਨ,
ਔਰ ਜਿਸ ਤਰ੍ਹਾਂ ਮਤਲਬ ਇਹ ਕਿ ਹੁੰਦਾ ਨਾ ਕਿ ਦਹਿਸ਼ਤਗਰਦ ਲੱਗੇ ਹੈ ਜੀ, ਕੋਈ ਬਲੋਚਿਸਤਾਨ ਦੇ ਵਿੱਚ ਤੇ ਕੋਈ ਇੱਧਰ ਜਿਹੜਾ ਨਾ ਉਹ ਕੀ ਹੈ ਪਾਕਿਸਤਾਨ ਦੂਸਰੇ ਦੇ ਵਿੱਚ ਵੀ ਇਹ ਹੈਗੀ ਹੈ, ਲੇਕਿਨ ਪਖਤੂਨਖਵਾ ਦੇ ਵਿੱਚ ਇਨਮਾ ਜਜ਼ਾਉ ਯੁਹਾਰਿਬੂਨ ਅੱਲਾਹ व रसूला, ਇਹ ਹੁਣ ਤੁਸੀਂ ਫੈਸਲਾ ਕਰਨਾ। ਲੇਕਿਨ ਇਹ ਸਜ਼ਾ ਜਿਹੜੀ ਹੈ ਨਾ, ਇਹ ਇਸਲਾਮੀ ਹਕੂਮਤ ਦੇ ਜੇ ਪਿੱਛੇ ਸੀਗਾ ਇੱਕ ਬੰਦੇ ਦੇ, ਇੱਕ ਮੁਸਲਮਾਨ ਦੇ ਖਿਲਾਫ ਇੱਕ ਮੁਸਲਮਾਨ ਨੇ ਫਸਾਦ ਕਰਦਿਆਂ ਹੋਇਆ ਉਹਨੂੰ ਕਤਲ ਕੀਤਾ। ਹੁਣ ਇੱਥੇ ਇਹ ਹੈ ਕਿ ਇੱਕ ਇਸਲਾਮੀ ਹਕੂਮਤ ਹੈ, ਇੱਕ ਇਸਲਾਮੀ ਮਾਸ਼ਰਾ ਵਾ, ਉਹਦੇ ਖਿਲਾਫ ਫਸਾਦ ਕਰਨਾ, ਉਹਦੇ 'ਚ ਕਤਲ ਗਾਰਤ ਕਰਨਾ। ਇਨਮਾ ਜਜ਼ਾਉ ਲਜ਼ੀਨ ਯੁਹਾਰਿਬੂਨ ਅੱਲਾਹ व रसूला, ਬੇਸ਼ੱਕ ਉਹ ਲੋਕ ਜਿਹੜੇ ਅੱਲਾਹ ਉਹਦੇ ਰਸੂਲ ਦੇ ਖਿਲਾਫ ਜੰਗ ਕਰਦੇ ਆ। व यसअून फिल अर्द फसादा, ਔਰ ਜ਼ਮੀਨ ਦੇ ਉੱਤੇ ਕਰਦੇ ਆ ਫਸਾਦ। ਆਈ ਯੁਕਤਲੂ, ਉਹਨਾਂ ਦਾ ਇਲਾਜ ਤੇ ਇਹ ਹੈ, ਕਿਉਂਕਿ ਹਕੂਮਤ ਕਾਇਮ ਹੋ ਗਈ ਹੈ ਨਾ, ਹੁਣ ਹਕੂਮਤ ਉਹਨਾਂ ਦੇ ਨਾਲ ਕੀ ਕਰੇ, ਆਈ ਯੁਕਤਲੂ, ਉਹਨਾਂ ਦੇ ਟੁਕੜੇ ਟੁਕੜੇ ਕਰ ਦੇਵੇ। ਇਹ ਉਸਮਾਨ ਰਜ਼ੀ ਅੱਲਾਹ ਤਾਲਾ ਨੂੰ ਕਹਿੰਦੇ ਸੀ ਨਾ ਵੀ ਠੀਕ ਹੈ, ਜੇ ਹਜੇ ਤੱਕ ਇਹਨਾਂ ਨੇ ਕੁਛ ਕੀਤਾ ਨਹੀਂ ਹੈਗਾ, ਜਦੋਂ ਕੁਛ ਕਰਨਗੇ ਤੇ ਫਿਰ ਤੁਸੀਂ ਇਹਨਾਂ ਨੂੰ ਸਜ਼ਾ ਦੇ ਲਿਓ, ਜੋ ਵੀ ਤੁਸੀਂ ਮਤਲਬ ਇਹਨਾਂ ਦੇ ਸਜ਼ਾ। ਫਿਲਹਾਲ ਤਾਂ ਇਹਨਾਂ ਨੇ ਮੈਨੂੰ ਕੁਛ ਨਹੀਂ ਕਿਹਾ ਇਹ ਗੱਲ। ਆਈਓ ਕਤਲੂ, ਕਿ ਉਹਨਾਂ ਦੇ ਟੁਕੜੇ ਟੁਕੜੇ ਕਰ ਦਿੱਤੇ ਜਾਣ। ਓ ਯੁਸੱਲਬੂ, ਜਾਂ ਉਹਨਾਂ ਨੂੰ ਸੂਲੀ ਚੜਾ ਦਿੱਤਾ ਜਾਵੇ, ਫਾਂਸੀ ਦੇ ਦਿੱਤੀ ਜਾਵੇ। ਓ ਤੋ ਕੱਤਾ ਐਦੀਹਿਮ ਓ ਅਰਜੁਲਹੁਮ ਮਿਨ ਖਿਲਾਫ, ਜਾਂ ਉਹਨਾਂ ਦੇ ਹੱਥ ਪੈਰ ਪੁੱਠੇ ਪਾਸਿਓਂ ਵੱਢੇ ਜਾਣ। ਯਾਨੀ ਅਗਰ ਸੱਜਾ ਹੱਥ ਤੇ ਖੱਬੀ ਲੱਤ ਵੱਢ ਦਿੱਤੀ ਜਾਵੇ, ਪੂਰਾ ਬਾਜ਼ੂ ਵੱਢਿਆ ਜਾਵੇ ਔਰ ਪੂਰੀ ਲੱਤ ਵੱਢੀ ਜਾਵੇ। ਓ ਯੁਨਫਊ ਮਿਨਲ ਅਰਦ, ਜਾਂ ਉਹਨਾਂ ਨੂੰ ਮੁਲਕ ਬਦਰ ਕਰ ਦਿੱਤਾ ਜਾਵੇ। ਜ਼ਾਲਿਕ ਲਹੁਮ ਖਿਜ਼ਯੁਨ ਫਿ ਦੁਨਿਆ, ਇਹ ਸਜ਼ਾ ਇਸਲਾਮੀ ਰਿਆਸਤ ਦੇ ਵਿੱਚ ਫਸਾਦ ਕਰਨ ਵਾਲਿਆਂ ਦੀ ਦੁਨੀਆ ਵਿੱਚ ਹੋਵੇਗੀ। ਵਲਹੁਮ ਫਿਲ ਆਖਿਰਤ ਅਜ਼ਾਬੁਨ ਅਜ਼ੀਮ, ਔਰ ਉਹਨਾਂ ਦੇ ਵਾਸਤੇ ਆਖਰਤ ਦੇ ਵਿੱਚ ਵੀ ਇੱਕ ਵੱਡਾ ਅਜ਼ਾਬ ਹੋਵੇਗਾ। ਇਲਾ ਲਜ਼ੀਨਾ ਤਾਬੂ, ਸਿਵਾਏ ਉਹਨਾਂ ਲੋਕਾਂ ਦੇ ਜਿਹੜੇ ਤੌਬਾ ਕਰ ਲੈਣ। ਤੌਬਾ ਮਿਨ ਕਬਲ ਅਨ ਤਕਦਰੂ ਅਲੈਹਿਮ, ਉਸ ਤੋਂ ਪਹਿਲੇ ਉਹਨਾਂ ਨੇ ਤੌਬਾ ਕੀਤੀ ਕਿ ਤੁਸੀਂ ਉਹਨਾਂ ਦੇ ਉੱਤੇ ਕੁਦਰਤ ਪਾ ਲਈ। ਮਤਲਬ ਇਹ ਕਿ ਰਿਆਸਤ ਦੇ ਫੰਡ ਤੋਂ ਪਹਿਲੇ ਉਹਨਾਂ ਨੇ ਤੌਬਾ ਕਰ ਲਈ, ਤੇ ਹੁਣ ਅੱਲਾਹ ਤਾਲਾ ਦੇ ਹਾਂ ਤੇ ਉਹਨਾਂ ਦੀ ਸਜ਼ਾ ਮਾਫ ਹੋ ਜਾਏਗੀ ਤੌਬਾ ਦੀ ਵਜ੍ਹਾ ਤੋਂ। ਅਲਬੱਤਾ ਦੁਨੀਆ ਦੇ ਵਿੱਚ ਉਹਨਾਂ ਦਾ ਇਲਾਜ ਹੋਗਾ। ਪਿੱਛੇ ਦੋ ਸਜ਼ਾਵਾਂ ਦੱਸੀਆਂ ਨਾ ਕਿ ਦੁਨੀਆ ਵਿੱਚ ਵੀ ਔਰ ਆਖਰਤ ਦੇ ਵਿੱਚ ਵੀ ਅਲਮਨਾਕ ਅਜ਼ਾਬ ਆ। ਤੇ ਜੇ ਉਹਨਾਂ ਨੇ ਫੜ ਲਿਆ ਤੇ ਫਿਰ ਤੇ ਤੌਬਾ ਦੀ ਲੋੜ ਹੀ ਕੋਈ ਨਹੀਂ ਹੈਗੀ ਨਾ। ਉਹ ਜਿੱਦਾਂ ਕਹਿੰਦਾ ਫਿਰ ਤੇ ਤੌਬਾ ਦਾ ਟਾਈਮ ਹੀ ਲੰਘ ਗਿਆ ਵਾ। ਤੌਬਾ ਤੇ ਓਨੀ ਦੇਰ ਹੀ ਹੈ ਨਾ ਜਿੰਨਾ ਦੇਰ ਤੁਹਾਡੇ ਕੋਲ ਕੋਈ ਦੂਸਰਾ ਆਪਸ਼ਨ ਮੌਜੂਦ ਸੀਗਾ। ਮਤਲਬ ਹੈ ਇਹ ਫਸਾਦ ਕਰਨ ਵਾਲੇ ਹਕੂਮਤ ਦੇ ਹੱਥ ਨਹੀਂ ਆਏ ਤੇ ਤੌਬਾ ਕਰ ਲੈਣ, ਸਮਝ ਆ ਜਾਏ ਕਿ ਗਲਤੀ ਹੋ ਗਈ ਤੇ ਅੱਲਾ ਮਾਫ ਕਰ ਦੇਗਾ। ਪਰ ਜਿਹੜਾ ਉਹਨਾਂ ਨੇ ਇੱਥੇ ਫਸਾਦ ਕੀਤਾ ਉਹਦੀ ਸਜ਼ਾ ਉਹਨਾਂ ਨੂੰ ਲੱਭ ਜਾਏਗੀ। ਫਾਲਮੂ ਅਨ ਅੱਲਾਹ ਗਫੂਰ ਰਹੀਮ, ਤੇ ਇਹ ਗੱਲ ਯਾਦ ਰੱਖੋ, ਭਾਵੇਂ ਦੁਨੀਆ ਦੇ ਵਿੱਚ ਫਾਂਸੀ ਵੀ ਚੜ੍ਹਦੇ ਹੋ ਤੇ ਅੱਲਾ ਕੋਲੋਂ ਮਾਫੀ ਮੰਗ ਲਿਆ ਕਰੋ, ਬਲਕਿ ਫਾਂਸੀ ਤੇ ਹੋਣ ਤੋਂ ਪਹਿਲਾਂ ਹੀ ਮੰਗ ਲਿਆ ਕਰੋ। ਅੱਲਾ ਮਗਫਰਤ ਕਰ ਦਿੰਦਾ, ਰਹਿਮ ਕਰ ਦਿੰਦਾ। ਯਾ ਅਯੁਹੱਲਜ਼ੀਨਾ ਆਮਨੂ ਤਕੁੱਲਾਹ, ਐ ਈਮਾਨ ਵਾਲਿਓ ਅੱਲਾਹ ਤਾਲਾ ਦਾ ਤਕਵਾ ਇਖਤਿਆਰ ਕਰੀ ਰੱਖੋ। ਯਾਨੀ ਅੱਲਾਹ ਤਾਲਾ ਦੇ ਤਕਵੇ ਦੀ ਹਾਲਤ ਦੇ ਵਿੱਚ ਰਿਹਾ ਕਰੋ। ਤਕਵਾ ਕੀ ਹੈ? ਅੱਲਾ ਦਾ ਅਹਿਸਾਸ, ਔਰ ਹਰ ਵੇਲੇ ਇਹ ਅਹਿਸਾਸ ਇੱਦਾਂ ਰਵੇ ਕਿ ਅਸੀਂ ਅੱਲਾ ਦੀ ਕੋਈ ਨਾਫਰਮਾਨੀ ਨਾ ਕਰ ਬੈਠੀਏ, ਜਾਂ ਅੱਲਾਹ ਤਾਲਾ ਦਾ ਕੋਈ ਹੁਕਮ ਜਿਹੜਾ ਇਸ ਵੇਲੇ ਅਸੀਂ ਅੰਜਾਮ ਦੇਣਾ ਅਸੀਂ ਉਹਨੂੰ ਨਜ਼ਰ ਅੰਦਾਜ਼ ਜਾਂ ਭੁੱਲ ਨਾ ਜਾਈਏ। ਫਰਮਾਇਆ ਯਾ ਅਯੁਹੱਲਜ਼ੀਨਾ ਆਮਨੂ ਤਕੁੱਲਾਹ, ਐ ਈਮਾਨ ਵਾਲਿਓ ਅੱਲਾ ਦਾ ਤਕਵਾ ਇਖਤਿਆਰ ਕਰੋ। ਵਬਤਗੂ ਇਲੈਹਿਲ ਵਸੀਲਾ, ਔਰ ਉਹ
मतलब यह है कि तकवा इन्ना पैदा हो जाए कि वब तगू इलैहिल वसीला, तुसी ओदे कोल वसीला जिहड़ा ਉਹ ਹਾਸਲ ਕਰਨ ਦੀ, ਉਹਦਾ ਵਸੀਲਾ ਹਾਸਲ ਕਰਨ ਦੀ ਕੋਸ਼ਿਸ਼ ਕਰੋ। ਇਹ ਮੈਂ ਜਾਣ ਬੁੱਝ ਕੇ ਵਸੀਲੇ ਦਾ ਤਰਜਮਾ ਵਸੀਲਾ ਹੀ ਕੀਤਾ ਇਸ ਵਾਸਤੇ ਕਿ ਗੁੰਮਰਾਹ ਲੋਕ ਜਿਹੜੇ ਆ ਨਾ ਉਹ ਵਸੀਲੇ ਦਾ ਤਰਜਮਾ ਵਸੀਲਾ ਹੀ ਕਰਕੇ ਤੇ ਲੋਕਾਂ ਨੂੰ ਗੁੰਮਰਾਹ ਕਰਦੇ ਆ। ਇਹ ਗੱਲ ਸਮਝ ਲਓ ਕਿ ਸਾਡੀ ਜ਼ਬਾਨ ਦੇ ਵਿੱਚ ਵਸੀਲਾ ਕਿਹਾ ਜਾਂਦਾ ਹੈ ਕਿ ਕੋਈ ऐसी चीज़ जिहदे जरिए असी कोई दूसरी चीज़ हासिल कर लैने ना, वास्ता वसीला है। इस तरह तसव्वुर बनया कि अल्लाह ताला दे कोलों कुछ लैना है ते इहदे वास्ते फलाना मज़ार वाला जिहड़ा है ओहदे वसीले नाल, फलाने पीर दे वसीले नाल, फलाने ਜਿਹੜਾ ਨਾ ਉਹ ਅੱਲਾ ਵਾਲੇ ਦੇ ਵਸੀਲੇ ਨਾਲ ਜਿਹੜਾ ਨਾ ਉਹ ਅੱਲਾ ਸੁਣਦਾ ਤੇ ਅੱਲਾ ਦਿੰਦਾ। ਅੱਛਾ, ਇਹ ਮਤਲਬ ਹੈ ਕਿ ਇਹ ਇੱਕ ਜਿਹੜਾ ਨਾ ਤਸੱਵਰ ਤੇ ਗੁੰਮਰਾਹ ਕੋਈ ਨਹੀਂ ਹੈਗਾ। ਇਸ ਵਾਸਤੇ ਕਿ ਅੱਲਾ ਤਾਲਾ ਹੀ ਦਿੰਦਾ ਔਰ ਅੱਲਾ ਹੀ ਲੈਂਦਾ। ਔਰ ਨਬੀ ਸੱਲੱਲਾਹੁ ਅਲੈहि ਵਸੱਲਮ ਵੀ ਅੱਲਾ ਕੋਲੋਂ ਹੀ ਮੰਗਦੇ ਸੀਗੇ और हर पैगंबर अल्लाह को मंगदा रहा। वो जिहड़ा ना ज़िक्रिया अलैहिस्सलाम उन्होंने जिस वेले वेख्या कि मरियम सलामुन अलैहा जिहड़ी है वो कहंदी है कि मेरे कोल रिज़क अल्लाह वालों आउंदा हुआ मिन इंदिल्लाह, ते उन्होंने ये नहीं कहा भी मेरे लिए भी मंग ला, ऐ मरियम मेरे वास्ते भी बेटा मंगदे नहीं। हुनालिका दा ज़करिया रब्बाहू, उत्थे ही दुआ मंगी ज़िक्रिया अलैहिस्सलाम ने अपने रब कोलों, रब नूं पुकारिया। ते ये समझ लो जी दो तरह आवाम दे उत्ते जुल्म हुंदा है। एक हुकूमत करदी है और हुकूमत जिहड़ी है वो टैक्स ला के, मतलब ਜ਼ਾਲਮ हुकूमत, टैक्स लाउणा तो फिर जरूरत पैंदी है, लेकिन लोगों नूं उन्हां दे हकूक नहीं देने, जुल्म करना, नजायज़ टैक्स ला के रिश्वतां हुकूमत लैंदी आ। हुण थाणेदार तहसीलदार एक हुकूमत की मशीनरी हुंदे ना, उहदा हिस्सा ये फिर उत्तों तक जिहड़े जिहड़े वड्डे काम होणगे उन्नियां वड्डियां रिश्वतां ते उन्हां उत्ते तक जाके होएगा। ते दूसरी तरफ मजहबी तबका वा, मजहबी तबका भी घट ਜ਼ਾਲਮ नहीं हैगा। ये बहरहाल वो उलमा सू ते उलमा हक का तो फर्क रहेगा ना, लेकिन पेट परस्त मौलवी पीर ये जिहड़ा ना इस लबादे दे विच हुण तां मतलब जमातां दी शक्ल दे विच है। जिहाद दे नां दे उत्ते चंदे खा जाओ, होर दूसरे नाम मतलब है कि अनवाना दे नाल जिहड़ा ना माल खा जाओ। ये अगर जिहड़ियां दीनी जमातां काम करदियां इन्हां दा सही तरीके नाल बाहरों को आडिट करे ना तो उदों पता लगे कि ये किन्ना किन्ना जिहड़ा माल जिहड़ा ना वो इन्हां च अक्सर खा ही जांदे आ, इन्हां दियां चाल चलन। अच्छा, मिसालां देणगे उमरे फारूक रज़ी अल्लाह ताला अन्हु दे लिबास दियां कि ਉਹਨੂੰ ਇੰਨੇ ਪਾਬੰਦ ਲੱਗੇ ਸੀ ਤੇ ਉਹ ਊਠ ਦੇ ਉੱਤੇ ਬਹਿੰਦੇ ਸੀ ਤੇ ਇੱਕ ਕੋਸ ਉਹ ਬਹਿੰਦੇ ਸੀ, ਇੱਕ ਕੋਸ ਜਿਹੜਾ ਨਾ ਉਹ ਗੁਲਾਮ ਬਹਿੰਦਾ ਸੀ ਤੇ ਉਹਨਾਂ ਕੋਲੋਂ ਚਾਦਰਾਂ ਦਾ ਵੀ ਹਿਸਾਬ ਲੈ ਲਿਆ। ਇਹਨਾਂ ਕੋਲੋਂ ਹਿਸਾਬ ਮੰਗੋ ਤੇ ਇਹ ਕਦੀ ਤੁਸੀਂ ਹਿਸਾਬ ਮੰਗੋ ਇਹਨਾਂ ਕੋਲੋਂ, ਇਹਨਾਂ ਪੀਰਾਂ ਕੋਲੋਂ, ਇਹਨਾਂ ਮੌਲਵੀਆਂ ਕੋਲੋਂ, ਤੇ ਇਹ ਜਿਹੜਾ ਨਾ ਇਹ ਕਹਿਣਗੇ ਲਓ ਜੀ ਇਹ ਤਾਂ ਦੀਨ ਦੇ ਦੁਸ਼ਮਣ ਆ ਗਏ ਆ। ਹਾਲਾਂਕਿ ਜਿਨ੍ਹਾਂ ਦੀਆਂ ਗੱਲਾਂ ਸੁਣਾ ਕੇ ਉਮਰੇ ਫਾਰੂਕ ਅੱਗੇ ਪਿੱਛੇ ਚੰਦੇ ਮੰਗਦੇ ਆ, ਮਾਲ ਇਕੱਠਾ ਕਰਦੇ ਆ, ਉਹਨਾਂ ਦੇ ਤੇ ਹਿਸਾਬ ਦਿੱਤੇ, ਉਹਨਾਂ ਨੇ ਤਾਂ ਆਪਣੀ ਚਾਦਰ ਦਾ ਵੀ ਕੁੜਤੇ ਦਾ ਵੀ ਹਿਸਾਬ ਦਿੱਤਾ। ਬਹਰਹਾਲ ਹੁਣ ਟਾਈਮ ਨਹੀਂ ਹੈਗਾ ਤੇ ਇਹ ਸਮਝ ਲਓ ਜੀ ਕਿ ਇਹ ਫਿਰ ਇਹ ਇਸ ਤਰ੍ਹਾਂ ਇਹਨਾਂ ਨੇ ਬੇਵਕੂਫ ਬਣਾਇਆ ਲੋਕਾਂ ਨੂੰ। ਇਹਨਾਂ ਪੀਰਾਂ ਨੇ, ਇਹਨਾਂ ਨੇ ਕੋਈ ਉਹ ਕੀ ਕਹਿੰਦੇ ਆ, ਇੱਕ ਸਿਲਸਿਲੇ ਹੁੰਦੇ ਆ ਨਾ ਬਣੇ ਹੋਏ, ਇਹ ਜੀ ਰੂਹਾਨੀਅਤ ਹੈ, ਇਹ ਰੂਹਾਨੀ ਸਿਲਸਿਲਾ ਹੈ, ਇਹ ਫਲਾਨਾ ਸਿਲਸਿਲਾ ਹੈ, ਤੇ ਇਹ ਇਸ ਤਰੀਕੇ ਨਾਲ
ਹੈ ਕਿ ਦੋਨੋਂ ਜ਼ਾਲਮ ਹੈ। ਜਿਹੜਾ ਸੱਚਾ ਮौलवी है, सच्चा आलम है, क्या मुहम्मद और रसूलुल्लाह सल्लल्लाहु अलैहि वसल्लम ने लोगों को इदा माल लिया? खुलफा राशिदीन ने लिया जिदा ये लेंदे आ? ਇਹ ਜਿੱਦਾਂ ਦਮ ਕਰਨ ਦੇ ਤੇ ਦਰੂਦ ਕਰਨ ਦੇ ਤੇ ਹੋਰ ਦੂਸਰਾ ਤੀਸਰਾ ਖਾਣ ਪੀਣ ਦੇ ਚੱਕਰ ਦੇ ਵਿੱਚ ਜਿਹੜਾ ਇਹ ਆਪਣੇ ਮਫਾਦ ਵਾਸਤੇ ਹਿਸਾਬ ਨਹੀਂ ਦਿੰਦੇ ਕਦੀ ਇਦਾਂ। ਇਹ ਸਭ ਹਰਾਮ ਹੈ। ਤੇ ਇਹ ਸਮਝ ਲਓ ਬਸ ਫਰਕ ਸਿਰਫ ਇੰਨਾ ਵਾ ਕਿ ਥਾਣੇਦਾਰ ਜਿਹੜਾ ਨਾ ਉਹਦੀ ਰਿਸ਼ਵਤ ਲਈ ਬੜੀ ਦੁਖਦੀ ਆ। ਕਿਉਂ? ਉਹਨੇ ਬੰਦਾ ਫੜਿਆ ਹੁੰਦਾ, ਉਹ ਕਹਿੰਦਾ ਪੈਸੇ ਦਿਓ ਤੇ ਛੱਡਾਂਗਾ, ਨਹੀਂ ਤੇ ਮਾਰਾਂਗਾ ਲਿੱਤਰ। ਬਹੁਤ ਤਕਲੀਫ ਹੁੰਦੀ ਹੈ ਉਹਨੂੰ ਪੈਸੇ ਦਿੰਦਿਆਂ ਹੋਇਆਂ ਵੀ, ਔਰ ਉਹਦਾ ਜ਼ੁਲਮ ਬਹੁਤ ਯਾਦ ਆਉਂਦਾ। ਪਟਵਾਰੀ ਦਾ ਤਹਿਸੀਲਦਾਰ ਦਾ ਯਾਦ ਨਹੀਂ ਆਉਂਦਾ। ਕੀ ਵਜ੍ਹਾ ਹੈ? ਕਿ ਪਟਵਾਰੀ ਨੇ ਤੁਹਾਡਾ ਇੰਤਕਾਲ ਕਰਨਾ ਹੈ, ਤਹਿਸੀਲਦਾਰ ਨੇ ਇੰਤਕਾਲ ਕਰਨਾ ਹੈ, ਦੂਸਰਾ ਤੀਸਰਾ ਕੰਮ ਕਰਨਾ ਹੈ, ਉਹਨੇ ਤੁਹਾਨੂੰ ਛਿੱਤਰ ਨਹੀਂ ਮਾਰਨੇ, ਨਾ ਉਹਨੇ ਤੁਹਾਨੂੰ ਫੜ ਕੇ ਬਾਉਣਾ ਕਿ ਮੈਂ ਨਹੀਂ ਕਰਦਾ। ਤੁਸੀਂ ਕਹੋ ਮੇਰੇ ਕੋਲ ਪੈਸੇ ਹੈ ਨਹੀਂ, ਉਹਨੇ ਕਹਿਣਾ ਜਾ ਜਦੋਂ ਪੈਸੇ ਹੋਏ ਉਦੋਂ ਲੈ ਕੇ ਆ ਜਾਈਂ। ਭਾਵੇਂ ਤੇਰੇ ਕੋਲ 4 ਸਾਲ ਬਾਅਦ ਆ ਜਾਣ ਤੇ 4 ਸਾਲ ਬਾਅਦ ਹੀ ਇੰਤਕਾਲ ਵਾਸਤੇ ਆ ਜਾਈਂ। ਥਾਣੇਦਾਰ ਨੇ ਇਹ ਗੱਲ ਨਹੀਂ ਕਹਿਣੀ, ਉਹਨੇ ਕਹਿਣਾ ਆਹ ਬੰਦਾ ਬੈਠਾ ਇੱਥੇ ਜੇਲ੍ਹ ਦੇ ਵਿੱਚ ਹੈ ਹੁਣੇ ਦੇ। ਇਸ ਵਾਸਤੇ ਉਹਦਾ ਜ਼ੁਲਮ ਜਿਹੜਾ ਨਾ ਉਹ ਜ਼ੁਲਮ ਬਹੁਤ ਲੱਗਦਾ, ਇਹਦਾ ਜ਼ੁਲਮ ਨਹੀਂ ਲੱਗਦਾ, ਇਹਦੀ ਰਿਸ਼ਵਤ ਨਹੀਂ ਲੱਗਦੀ। ਇਹੀ ਗੱਲ ਹੈ ਕਿ ਜਿਹੜਾ ਹਰਾਮ मौलवी ਖਾਂਦੇ, ਉਲਮਾ ਸੂ ਖਾਂਦੇ, ਪੀਰ ਖਾਂਦੇ, ਉਹ 5 ਵਾਲੇ ਹੋਣ ਜਾਂ 7 ਵਾਲੇ ਹੋਣ ਜਾਂ 10 ਵਾਲੇ ਹੋਣ ਜਾਂ ਉਹ ਲਾਹੌਰ ਵਾਲੇ ਹੋਣ ਜਾਂ ਪਿਸ਼ਾਵਰ ਵਾਲੇ ਹੋਣ, ਠੀਕ ਹੈ, ਇਹਨਾਂ ਦੀ ਰਿਸ਼ਵਤ, ਇਹਨਾਂ ਦਾ ਹਰਾਮ ਇਸ ਵਾਸਤੇ ਕਿ ਤੁਸੀਂ ਇੱਦਾਂ ਹੀ ਦਿੰਦੇ ਹੋ ਆਪਣੀ ਸਹੂਲਤ ਨਾਲ। ਜਿੱਦਾਂ ਪਟਵਾਰੀ ਨੂੰ ਜਦੋਂ ਪੈਸੇ ਆ ਗਏ ਉਦੋਂ ਫਰਦ ਲੈ ਲਈ, ਉਦੋਂ ਇੰਤਕਾਲ ਕਰਾ ਰਿਹਾ, ਕੋਈ ਮਜਬੂਰੀ ਨਹੀਂ ਹੈਗੀ। ਥਾਣੇਦਾਰ ਨੂੰ ਤਾਂ ਉਸੇ ਵੇਲੇ ਭਾਵੇਂ ਮੰਗ ਕੇ ਲਿਆ ਕੇ ਦਿਓ, ਨਹੀਂ ਤਾਂ ਬੰਦਾ ਨਹੀਂ ਛੁੱਟਦਾ। ਹੈ ਇਹ ਸਭ ਇੱਕੋ ਕੋਸ਼ੀ ਆ। ਇਹਨਾਂ ਨੇ ਬਹੁਤ ਲੁੱਟਿਆ, ਅੱਜ ਵੀ ਲੁੱਟੀ ਜਾ ਰਿਹਾ ਆ। ਔਰ ਖ਼ਾਸ ਤੌਰ 'ਤੇ ਜਿਹੜੇ ਗਰੀਬ ਬੰਦੇ ਅਮੀਰ ਹੁੰਦੇ ਆ ਨਾ, ਉਹਨਾਂ ਨੂੰ ਤਾਂ ਬਹੁਤ ਲੁੱਟਦੇ ਆ, ਕਿਉਂਕਿ ਉਹਨਾਂ ਨੂੰ ਇਹ ਬਹੁਤੇ ਖ਼ਾਸ ਤੌਰ 'ਤੇ ਸਾਡੇ ਮਾਸ਼ਰੇ ਦੇ 'ਚ ਗਰੀਬ ਬੰਦੇ, ਉਹਨਾਂ ਦੇ ਜ਼ਿਹਨ ਬਣੇ ਹੁੰਦੇ ਆ ਯਾਰ ਫਲਾਣੇ ਪੀਰ ਦੀ ਵਜ੍ਹਾ ਤੋਂ ਸਾਨੂੰ ਸਾਰੀ ਤਰੱਕੀ ਹੋ ਰਹੀ ਹੈ, ਤੇ ਬਸ ਉਹ ਤਰੱਕੀ ਅੱਲਾ ਨੇ ਦਿੱਤੀ ਆ ਤਾਂ ਹੁਣ ਉਹਨਾਂ ਕੋਲ ਬਹੁਤ ਮਾਲ ਮੁੱਛਦੇ ਆ। ਬਹਰਹਾਲ ਇਹ ਫਿਰ ਕਹਿੰਦੇ ਆ ਕਿ ਜੀ ਅੱਲਾ ਦੇ ਨਾਲ ਤਲਕ ਜਿਹੜਾ ਨਾ, ਉਹ ਗੱਲ ਇੱਥੇ ਸੀ ਕਿ ਅੱਲਾ ਦੇ ਨਾਲ ਤਲਕ ਬਣਾਉਣ ਵਾਸਤੇ ਵਸੀਲਾ ਚਾਹੀਦਾ, ਅੱਲਾ ਵਸੀਲੇ ਤੋਂ ਬਗੈਰ ਨਹੀਂ ਦਿੰਦਾ। ਇਹ ਸਾਰਾ ਹੀ ਝੂਠ ਹੈ, ਇਹ ਸਾਰਾ ਹੀ ਝੂਠ ਹੈ। ਵਸੀਲਾ ਜਿਹੜਾ ਨਾ, ਵਸੀਲਾ ਉਰਦੂ ਵਾਲਾ ਜਾਂ ਪੰਜਾਬੀ ਵਾਲਾ ਨਹੀਂ ਹੈ, ਇਹ ਅਰਬੀ ਵਾਲਾ ਵਸੀਲਾ ਵਾ। ਅਰਬੀ ਵਾਲਾ ਵਸੀਲਾ ਜਿਹੜਾ ਨਾ ਉਹ ਇੱਕ ਦਰਜਾ ਵਾ, ਇੱਕ ਮੁਕਾਮ ਹੈ, ਜਿਹੜਾ ਜਿਹਨੂੰ ਮੁਕਾਮੇ ਮਹਿਮੂਦ ਵੀ ਕਿਹਾ ਗਿਆ। ਤੁਸੀਂ ਕਦੀ ਦੇਖਿਆ ਹੋਏਗਾ ਜਿਸ ਵੇਲੇ ਅਜ਼ਾਨ ਹੁੰਦੀ ਹੈ ਨਾ, ਉਸ ਤੋਂ ਬਾਅਦ ਆਮ ਤੌਰ 'ਤੇ ਇੱਕ ਦੁਆ ਪੜ੍ਹਦੇ ਆ। ਉਹ ਦੁਆ ਕੀ ਹੈ? ਅੱਲਾਹੁਮਾ ਰੱਬਾ ਹਾਜ਼ਿਹਿ ਦਾਵਤੀ ਤਾਮਤੀ ਵਸਲਾਤਿਲ ਕਾਇਮਤੀ ਆਤੀ ਮੁਹੰਮਦਾ। ਇਹਦਾ ਕੀ ਮਤਲਬ ਆ? ਐ ਅੱਲਾ ਤੂੰ ਦੇ ਦੇ ਆਤੀ ਮੁਹੰਮਦਾ, ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਨੂੰ ਕੀ ਦੇ ਦੇ? ਆਤੀ ਮੁਹੰਮਦਾ ਨਿਲ ਵਸੀਲਾਤਾ, ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਨੂੰ ਵਸੀਲਾ ਦੇ ਦੇ, ਵਲ ਫਜ਼ੀਲਾ ਔਰ ਫਜ਼ੀਲਤ ਦੇ ਦੇ। ਯਾਨੀ ਇੱਕ ਫਜ਼ੀਲਤ ਦਾ ਮੁਕਾਮ ਹੈ ਜਿਹਨੂੰ ਮੁਕਾਮੇ ਵਸੀਲਾ ਕਿਹਾ ਗਿਆ। ਆਤੀ ਮੁਹੰਮਦਾ ਨਿਲ ਵਸੀਲਾਤਾ ਵਲ ਫਜ਼ੀਲਤਾ ਵਦਰਾਜਾਤ ਰਫੀਆ, ਬੁਲੰਦ ਦਰਜੇ ਦੇ ਦੇ। ਵਬ ਆਸੂ ਮੁਕਾਮਾ ਮਹਿਮੂਦਾ, ਔਰ ਉਹਨਾਂ ਨੂੰ ਮੁਕਾਮੇ ਮਹਿਮੂਦ ਦੇ ਉੱਤੇ ਜਿਹੜਾ ਨਾ ਫਾਇਜ਼ ਕਰ ਦੇ। ਇਹ ਮੁਕਾਮੇ ਮਹਿਮੂਦ ਹੈ, ਮੁਕਾਮੇ ਵਸੀਲਾ, ਠੀਕ ਹੈ। ਹੁਣ ਨਬੀ ਸੱਲੱਲਾਹੁ ਅਲੈहि ਵਸੱਲਮ ਕਿਹਦਾ ਵਸੀਲਾ ਪਾਣਗੇ? ਜਿਹੜੇ ਅੱਲਾ ਤੋਂ ਬਾਅਦ ਨਬੀ ਸੱਲੱਲਾਹੁ ਅਲੈहि, ਜੇ ਇਹ ਉਰਦੂ ਵਾਲਾ ਵਸੀਲਾ ਸਮਝਦੇ ਹੋ, ਜ਼ਾਹਿਰ ਹੈ ਅਸੀਂ ਏਸੀ ਦੇ ਕੋਲ ਜਾਣਾ ਹੈ ਜਾਂ ਥਾਣੇਦਾਰ ਕੋਲ ਜਾਣਾ ਤੇ ਕੋਈ ਐਸਾ ਬੰਦਾ ਵਸੀਲੇ 'ਚ ਵਿੱਚ ਪਾਵਾਂਗੇ ਨਾ ਜਿਹੜਾ ਥਾਣੇਦਾਰ ਦੇ ਨਾਲ ਜਾ ਕੇ ਜਿਹੜਾ ਨਾ ਉਹ ਸਾਡੇ ਤੋਂ ਉੱਚਾ ਹੋਵੇ,
ਤੇ ਥਾਣੇਦਾਰ ਦੇ ਨਾਲ ਉਹਦੀ ਕੋਈ ਗੱਲਬਾਤ ਪੈਂਦੀ ਹੋਵੇ ਜਾਂ ਥਾਣੇਦਾਰ ਤੇ ਉਹਦਾ ਰੋਹਬ ਹੋਵੇ, ਫੇਰ ਹੀ ਉਹਦਾ ਵਸੀਲਾ ਬਣ ਸਕਦਾ। ਤੇ ਜੇ ਉਹ ਸਾਡੇ ਤੋਂ ਵੀ ਥੱਲੇ ਹੀ ਹੈ, ਸਾਡੇ ਤੋਂ ਵੀ ਕਮਜ਼ੋਰ ਆ, ਤਾਂ ਉਹਦਾ ਕਾਹਦਾ ਵਸੀਲਾ ਬਣਨਾ। ਹੁਣ ਮੁਹੰਮਦ ਔਰ ਰਸੂਲullah ਸੱਲੱਲਾਹੁ ਅਲੈहि ਵਸੱਲਮ ਨੂੰ ਵਸੀਲਾ ਕਾਹਦਾ, ਜੇ ਪੰਜਾਬੀ ਵਾਲਾ ਵਸੀਲਾ ਹੈ, ਆਤੀ ਮੁਹੰਮਦ ਅਨਿਲ ਵਸੀਲਾ, ਦੇ ਦੇ ਮੁਹੰਮਦ ਔਰ ਰਸੂਲullah ਸੱਲੱਲਾਹੁ ਅਲੈहि ਵਸੱਲਮ ਨੂੰ ਵਸੀਲਾ। ਕਾਹਦਾ ਵਸੀਲਾ ਦੇਵੇ? ਮੁਹੰਮਦ ਔਰ ਰਸੂਲullah ਸੱਲੱਲਾਹੁ ਅਲੈहि ਵਸੱਲਮ ਤੇ ਅੱਲਾਹ ਦੇ ਦਰਮਿਆਨ ਹੈ ਹੀ ਕੋਈ ਨਹੀਂ। ਜਿਹੜਾ ਵਸੀਲਾ ਬਣੇ ਕੋਈ ਐਡਾ ਹੈ ਹੀ ਹੈ ਨਹੀਂਗਾ ਕੋਈ। ਤੇ ਇਹ ਝੂਠ ਫਰਾਡ ਜਿਹੜਾ ਨਾ, ਇਹਦੇ ਤੋਂ ਬਚੋ, ਆਪਦੀਆਂ ਹਲਾਲ ਰੋਜ਼ੀਆਂ ਨਾ ਜ਼ਾਇਆ ਕਰਿਆ ਕਰੋ। ਇਹਨਾਂ ਨੂੰ ਪੀਰਾਂ ਪਖੰਡਾਂ ਨੂੰ ਦੇ ਕੇ ਤੇ ਇਹ ਜਿਹੜਾ ਨਾ, ਇਹ ਬਹੁਤ ਜ਼ਿਆਦਾ ਇਹ ਠੀਕ ਹੈ, ਇਹ ਮਦਰਸਿਆਂ 'ਚ ਤਾਲੀਮ ਵੀ ਹੁੰਦੀ ਆ, ਪਰ ਵੇਖ ਲਿਆ ਕਰੋ ਬੜੇ ਸਾਰੇ ਮਦਰਸਿਆਂ ਦੇ ਨਾਂ ਦੇ ਉੱਤੇ ਤੇ ਮਸੀਤਾਂ ਦੇ ਨਾਂ ਦੇ ਉੱਤੇ ਤੇ ਮਜ਼ਾਰਾਂ ਦੇ ਨਾਂ ਦੇ ਉੱਤੇ ਤੇ ਪੀਰੀ ਫਰੀਦੀ ਦੇ ਨਾਂ ਦੇ ਉੱਤੇ ਜਿਹੜਾ ਨਾ, ਇਹ ਹਰਾਮ ਕੰਮ ਹੁੰਦੇ ਆ ਔਰ ਨਜਾਇਜ਼। ਸਮਝ ਲਓ ਤੁਸੀਂ, ਜਿਵੇਂ ਥਾਣੇਦਾਰ ਨੂੰ ਪੈਸੇ ਦਿੱਤੇ ਐਵੇਂ ਪੀਰ ਨੂੰ ਦਿੱਤੇ ਆ, ਏਦਾਂ ਹੀ ਕਿਸੇ ਜਿਹੜਾ ਨਾ ਉਹ ਕਿਸੇ ਦੂਏ ਨੂੰ ਦਿੱਤੇ। ਬਹਰਹਾਲ ਵਬਤਗੂ ਇਲੈਹਿਲ ਵਸੀਲਾ, ਤੇ ਅੱਲਾਹ ਤਾਲਾ ਦੇ ਕੋਲ ਜਿਹੜਾ ਨਾ ਇਹ ਅਸਲ ਦੇ ਵਿੱਚ ਵਸੀਲਾ ਉਹ ਮੁਕਾਮ ਆ ਜਿਹੜਾ ਅੱਲਾਹ ਤਾਲਾ ਦੇ ਬਿਲਕੁਲ ਕਰੀਬ ਹੈ। ਵਸੀਲਾ ਕਹਿੰਦੇ ਆ ਕੁਰਬ ਨੂੰ, ਇਹਨੂੰ ਮੁਕਾਮ ਵਸੀਲਾ ਇਸੇ ਤਰ੍ਹਾਂ ਕਹਿੰਦੇ ਆ ਕਿ ਅੱਲਾਹ ਤਾਲਾ ਦੇ ਹਾਂ ਜਿਹੜੇ ਬਹੁਤ ਕਰੀਬੀ ਹੋਣਗੇ, ਔਰ ਸਭ ਤੋਂ ਵੱਡਾ ਜ਼ਿਆਦਾ ਕਰੀਬੀ ਜਿਹੜਾ ਉਹ ਹੈ ਮੁਹੰਮਦ ਔਰ ਰਸੂਲullah ਸੱਲੱਲਾਹੁ ਅਲੈहि ਵਸੱਲਮ, ਤੇ ਉਹਨਾਂ ਨੂੰ ਮੁਕਾਮ ਮਹਮੂਦ ਮਿਲੇਗਾ। ਤੇ ਇਹ ਬਾਤ ਇਹ ਕਹੀ ਜਾ ਰਹੀ ਹੈ ਕਿ ਯਾ ਅਯੁਹੱਲਜ਼ੀਨਾ ਆਮਨੂ ਇत्तक़ुल्लाह, ईमान वालों अल्लाह ताला तो डरते रहो, नाफरमानी तो बचते रहो, और जो कुछ उन्हें क्या करते रहो। वब्तगू इलैहिल वसीला, और अपने ये ਕੰਮਾਂ ਦੇ ਜ਼ਰੀਏ ਅੱਲਾਹ ਤਾਲਾ ਦੇ ਕੁਰਬ ਦੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕਰੋ, ਅੱਲਾਹ ਦੇ ਕਰੀਬ ਹੋਣ ਦੀ ਕੋਸ਼ਿਸ਼ ਕਰੋ। ਜਿਸ ਤਰ੍ਹਾਂ ਉਹ ਮਕਾਮੇ ਵਸੀਲਾ ਨਾ, ਜਿੰਨਾ ਜਿੰਨਾ ਕਿਸੇ ਆਦਮੀ ਦੇ ਅਮਲ ਅੱਛੇ ਹੋਣਗੇ ਉਹਨਾਂ ਉਹਨੂੰ ਅੱਲਾਹ ਦਾ ਕੁਰਬ ਹਾਸਲ ਹੋ ਜਾਏਗਾ। ਤੇ ਵਸੀਲਾ ਦਾ ਮਤਲਬ ਹੈ ਕੁਰਬ, ਅੱਲਾਹ ਤਾਲਾ ਦਾ ਕੁਰਬ ਹਾਸਲ ਕਰਨ ਦੀ ਕੋਸ਼ਿਸ਼ ਕਰੋ। ਹੁਣ ਇਹ ਦੱਸਿਆ ਜਾ ਰਿਹਾ ਕਿ ਅੱਲਾਹ ਤਾਲਾ ਦੇ ਕੁਰਬ ਹਾਸਲ ਕਰਨ ਦਾ ਇਸ ਵੇਲੇ ਸਭ ਤੋਂ ਵੱਡਾ ਜ਼ਰੀਆ ਕੌਣ ਕਿਹੜਾ ਵਾ? ਵਜਾਹਿਦੂ ਫੀ ਸਬੀਲਿhi ਲਅੱਲਕੁਮ ਤੁਫਲਿਹੂਨ। ਇਹ ਨੋਟ ਕਰੋ, ਇਹ ਗੱਲ ਕਦੀ ਨਹੀਂ ਤੁਹਾਨੂੰ ਦੱਸੇਗਾ ਪੀਰ ਵਸੀਲੇ ਦਾ ਦੱਸੇਗਾ, ਇਹਦਾ ਨਹੀਂ ਦੱਸੇਗਾ। ਕਹੇਗਾ ਕੁਰਾਨ 'ਚ ਵਸੀਲਾ ਹੈਗਾ, ਇਹ ਨਹੀਂ ਦੱਸੇਗਾ ਕਿ ਅੱਲਾਹ ਤਾਲਾ ਕਹਿੰਦਾ ਹੈ ਕਿ ਜਿਹਾਦ ਕਰੋ ਫੀ ਸਬੀਲਿhi, ਉਹਦੇ ਰਸਤੇ ਤੇ, ਲਅੱਲਕੁਮ ਤੁਫਲਿਹੂਨ, ਤੇ ਤੁਸੀਂ ਫਲਾਹ ਪਾ ਜਾਓਗੇ, ਤੁਹਾਨੂੰ ਅੱਲਾਹ ਤਾਲਾ ਦਾ ਕੁਰਬ ਮਿਲ ਜਾਏਗਾ, ਤੁਹਾਨੂੰ ਵਸੀਲਾ ਮਿਲ ਜਾਏਗਾ ਅੱਲਾਹ ਦੇ ਕਰੀਬ ਹੋਣ ਦਾ। ਇਹ ਜਿਹਾਦ ਕਰੋਗੇ ਤੇ ਤੁਹਾਨੂੰ ਅੱਲਾਹ ਦਾ ਵਸੀਲਾ ਮਿਲ ਜਾਏਗਾ, ਯਾਨੀ ਅੱਲਾਹ ਦਾ ਕੁਰਬ ਮਿਲ ਜਾਏਗਾ। ਔਰ ਜਿਹਾਦ ਫੀ ਸਬੀਲਿल्लाह ਕਾਹਦੇ ਵਾਸਤੇ ਆ? ਅੱਲਾਹ ਦੇ ਦੀਨ ਦੀ ਸਰਬੁਲੰਦੀ ਵਾਸਤੇ। ਔਰ ਇਹ ਜਦੋਂ ਸੂਰਤ ਨਾਜ਼ਲ ਹੋ ਰਹੀ ਹੈ, ਉਹ ਜ਼ਮਾਨਾ ਉਹ ਆ ਜਿਸ ਵੇਲੇ ਨਬੀ ਸੱਲੱਲਾਹੁ ਅਲੈहि ਵਸੱਲਮ ਆਪਣੇ ਇਸ ਜਿਹਾਦ ਦੇ ਜ਼ਰੀਏ ਇੱਕ ਸਲਤਨਤ, ਰਿਆਸਤ, ਇੱਕ ਮੁਲਕ ਕਾਇਮ ਕਰਨ ਲੱਗੇ ਆ, ਯਾਨੀ ਉਸ ਮਰਹਲੇ 'ਚ ਪਹੁੰਚ ਚੁੱਕੇ ਆ। ਇਹ ਪਿੱਛੇ ਹੁਕਮ ਆਇਆ ਕਿ ਜਿਹੜੇ ਰਿਆਸਤ ਦੇ ਖਿਲਾਫ ਜਿਹੜਾ ਫਸਾਦ ਕਰਨ ਤੇ ਉਹਨਾਂ ਨੂੰ ਵੱਢੋ ਟੁੱਕੋ। ਤੇ ਇਹ ਜਿਹਾਦ ਸਭ ਤੋਂ ਜ਼ਿਆਦਾ ਅੱਲਾਹ ਤਾਲਾ ਦੇ ਕੁਰਬ ਦਾ ਜ਼ਰੀਆ, ਅੱਲਾਹ ਤਾਲਾ ਦੇ ਵਸੀਲਾ, ਯਾਨੀ ਅੱਲਾਹ ਦਾ ਵਸੀਲਾ ਤਾਂ ਫਿਰ ਉਹੀ ਬਣ ਜਾਂਦਾ। ਅੱਲਾਹ ਤਾਲਾ ਦੇ ਵਸੀਲਾ ਦਾ ਮਤਲਬ ਕੁਰਬ, ਅੱਲਾਹ ਤਾਲਾ ਦੇ ਕਰੀਬ ਹੋਣ ਦਾ ਸਭ ਤੋਂ ਆਲਾ ਜ਼ਰੀਆ ਜਿਹਾਦ ਹੈ। ਵਜਾਹਿਦੂ ਫੀ ਸਬੀਲਿhi, ਉਹਦੇ ਰਸਤੇ ਤੇ ਜਿਹਾਦ ਕਰੋ, ਲਅੱਲਕੁਮ ਤੁਫਲਿਹੂਨ, ਤੁਸੀਂ ਕਾਮਯਾਬ ਹੋ ਜਾਓਗੇ। ਵਸੀਲਾ ਪਾਉਣ ਵਾਸਤੇ, ਅੱਲਾਹ ਤਾਲਾ ਦਾ ਕੁਰਬ ਪਾਉਣ ਵਾਸਤੇ ਤੁਸੀਂ ਕਾਮਯਾਬ ਹੋ ਜਾਓਗੇ, ਦੁਨੀਆ 'ਚ ਵੀ ਔਰ ਆਖਰਤ 'ਚ ਵੀ। ਇਨ ਲਜ਼ੀਨਾ ਕਫਰੂ, ਔਰ ਬੇਸ਼ੱਕ ਉਹ ਲੋਕ ਜਿਹੜੇ ਨਾਸ਼ੁਕਰੇ ਆ, ਮੁਸਲਮਾਨ ਹੋ ਕੇ ਜਿਹਾਦ ਨਹੀਂ ਕਰਦੇ। ਲਓ ਅੰਨਾ ਲਹੁਮ ਮਾ ਫਿਲ ਅਰਦ ਜਮੀਆ, ਬੇਸ਼ੱਕ ਉਹਨਾਂ ਨੇ ਜਿਹਾਦ ਬਿਲਮੂਮ, ਬੰਦਾ ਪੈਸਾ ਨਹੀਂ ਲਾਉਂਦਾ, ਜਾਨ ਤੋਂ ਡਰਦਾ। ਜ਼ਿੰਦਗੀ 'ਚ ਕੀ ਹੈ? ਜ਼ਿੰਦਗੀ 'ਚ ਹੋਰ ਜੀ ਲਏਗਾ, ਹੋਰ ਮਾਲ ਇਕੱਠਾ ਕਰ ਲਏਗਾ। ਅੱਲਾਹ ਤਾਲਾ ਫਰਮਾਉਂਦਾ ਲਓ ਅੰਨਾ ਲਹੁਮ ਮਾ ਫਿਲ ਅਰਦ ਜਮੀਆ, ਅਗਰ ਇਹਨਾਂ ਦੇ ਕੋਲ ਹੋਇਆ ਜੋ ਕੁਛ ਹੈ ਜ਼ਮੀਨ ਦੇ ਵਿੱਚ,
ਉਹ ਸਾਰੇ ਦਾ ਸਾਰਾ ਇਹਨਾਂ ਦੀ ਮਲਕੀਅਤ ਬਣ ਗਿਆ, ਜਿਨ੍ਹਾਂ ਨੇ ਜਿਹਾਦ ਨਹੀਂ ਕੀਤਾ, ਜਿਨ੍ਹਾਂ ਨੇ ਇਹ ਨਾਸ਼ੁਕਰੀ ਕੀਤੀ ਕਿ ਅੱਲਾਹ ਤਾਲਾ ਦਾ ਕੁਰਬ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਔਰ ਜਿਹਾਦ ਨਹੀਂ ਕੀਤਾ, ਜਿਹਦੇ ਨਾਲ ਉਹਨਾਂ ਨੂੰ ਅੱਲਾਹ ਦਾ ਕੁਰਬ ਮਿਲਣਾ ਸੀ। ਤੇ ਫਰਮਾਇਆ ਵਾ ਮਿਸਲਾਹੂ ਮਾਹੂ, ਔਰ ਜਿੰਨਾ ਜ਼ਮੀਨ ਦੇ ਉੱਤੇ ਸੋਨਾ ਚਾਂਦੀ ਮਾਲ ਦੌਲਤ ਪੈਸੇ ਵਾਲੀ ਜੋ ਚੀਜ਼ ਵੀ ਹੈਗੀ ਆ, ਇਹ ਉਹਨਾਂ ਨੇ ਇਕੱਠੀ ਕਰ ਲਈ। ਵਾ ਮਿਸਲਾਹੂ ਮਾਹੂ, ਔਰ ਉਹਨਾਂ ਕੋਲ ਹੋਰ ਵੀ ਹੋ ਗਿਆ, 2 ਗੁਣਾ ਹੋ ਗਿਆ। ਲਿਯਾਫਤਦੂ ਬਿਹੀ ਮਿਨ ਅਜ਼ਾਬ ਯੌਮਿਲ ਕਿਆਮਾ, ਕਿਉਂਕਿ ਇਹਨਾਂ ਨੇ ਜਿਹਾਦ ਨਹੀਂ ਕੀਤਾ, ਅੱਲਾ ਦਾ ਕੁਰਬ ਨਹੀਂ ਹਾਸਲ ਕੀਤਾ, ਔਰ ਉਹ ਪਿੱਛੇ ਆਇਆ ਤਕਵਾ ਇਖਤਿਆਰ ਕਰੋ। ਇਹਨਾਂ 'ਚ ਤਕਵਾ ਹੁੰਦਾ ਤੇ ਇਹਨਾਂ ਨੂੰ ਅੱਲਾ ਦੇ ਕੁਰਬ ਦੀ ਫਿਕਰ ਹੁੰਦੀ, ਅੱਲਾ ਦੇ ਵਸੀਲੇ ਦੀ ਫਿਕਰ ਹੁੰਦੀ, ਔਰ ਵਸੀਲੇ ਜਾਂ ਅੱਲਾ ਦੇ ਕੁਰਬ ਦੀ ਫਿਕਰ ਹੁੰਦੀ ਤੇ ਇਹ ਜਿਹਾਦ ਕਰਦੇ ਤੇ ਇਹਨਾਂ ਨੂੰ ਅੱਲਾ ਦਾ ਕੁਰਬ ਮਿਲ ਜਾਂਦਾ। ਹੁਣ ਇਹਨਾਂ ਨੇ ਕੀਤੇ ਮਾਲ ਇਕੱਠੇ, ਅੱਲਾ ਕਹਿੰਦਾ ਜਿੰਨਾ ਪੂਰੀ ਜ਼ਮੀਨ ਦਾ ਮਾਲਕ ਵੀ ਕੋਈ ਬਣ ਗਿਆ ਔਰ ਇਹਨੂੰ ਦੁੱਗਣਾ ਵੀ ਹੋ ਗਿਆ, ਤੇ ਹੁਣ ਕਿਆਮਤ ਦੇ ਦਿਨ ਜਿਸ ਵੇਲੇ ਅੱਲਾਹ ਤਾਲਾ ਉਹਨੂੰ ਇਸ ਗੱਲ ਦੀ ਸਜ਼ਾ ਦੇਗਾ ਕਿ ਤੂੰ ਮੇਰਾ ਕੁਰਬ ਹਾਸਲ ਨਹੀਂ ਕੀਤਾ ਔਰ ਮੇਰਾ ਕੁਰਬ ਹਾਸਲ ਕਰਨ ਵਾਸਤੇ ਤੂੰ ਜਿਹਾਦ ਨਹੀਂ ਕੀਤਾ, ਲਿਯਾਫਤਦੂ ਬਿਹੀ ਮਿਨ ਅਜ਼ਾਬ ਯੌਮਿਲ ਕਿਆਮਾ, ਤੇ ਉਸ ਵੇਲੇ ਉਹ ਕਹੇਗਾ ਕਿ ਇਹ ਸਾਰਾ ਮੈਂ ਜੁਰਮਾਨਾ ਦੇਣ ਵਾਸਤੇ ਤਿਆਰ ਹਾਂ। ਹਾਲਾਂਕਿ ਉਦੋਂ ਕਿਸੇ ਕੋਲ ਕੁਛ ਨਹੀਂ ਹੋਣਾ, ਬਸ ਇਹ ਗੱਲ ਅੱਲਾਹ ਦੱਸਦਾ ਹੀ ਹੈ, ਹਸਰਤ ਹੀ ਹੋਏਗੀ। ਫਰਮਾਇਆ ਅਗਰ ਕਿਸੇ ਕੋਲ ਇੰਨਾ ਵੀ ਜੁਰਮਾਨਾ ਹੋ ਕੇ ਵੀ ਉਹਨੂੰ ਸਜ਼ਾ ਮਾਫ ਨਹੀਂ ਹੋਏਗੀ, ਜਿਹਨੇ ਜਿਹਾਦ ਨਹੀਂ ਕੀਤਾ, ਅੱਲਾਹ ਤਾਲਾ ਦਾ ਕੁਰਬ ਜਾਂ ਵਸੀਲਾ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਮਾ ਤੋ ਕੁਬਿਲ ਮਿਨਹੁਮ, ਤੇ ਉਹਨਾਂ ਕੋ ਨਹੀਂ ਕਬੂਲ ਹੋਵੇਗਾ, ਇਹ ਫਿਰ ਵੀ ਸਜ਼ਾ ਮਿਲੇਗੀ, ਇਹਦੇ ਨਾਲ ਮਾਫੀ ਨਹੀਂ ਹੋਣ ਲੱਗੀ। ਹੁਣ ਤੁਸੀਂ ਹਿਸਾਬ ਕਰੋ ਕਿ ਅੱਲਾ ਦੇ ਰਸੂਲ ਕਹਿੰਦੇ ਆ ਕਿ ਮੇਰੇ ਵਾਸਤੇ ਦੁਆ ਕਰਿਆ ਕਰੋ ਮਕਾਮੇ ਵਸੀਲਾ ਦੀ, ਹੈਂ, ਅੱਲਾ ਦੇ ਰਸੂਲ ਕਹਿੰਦੇ ਆ ਆਪਣੀ ਉਮਤ ਨੂੰ। ਅਸੀਂ ਦੁਆ ਕਰਦੇ ਆ ਨਾ, ਅੱਲਾਹੁਮ ਰੱਬਾ ਹਾਜ਼ਿਹਿ ਦਾਵਤ ਤਾਮਤ ਵਸਲਾਤ ਕਾਇਮਤ ਆਤੀ ਮੁਹੰਮਦਨ ਅਲ ਵਸੀਲਤ ਵਲ ਫਜ਼ੀਲਾ, ਔਰ ਮੁਹੰਮਦ ਰਸੂਲullah ਸੱਲੱਲਾਹੁ अलैहि वसल्लम ਜਿਹਾਦ ਵੀ ਕਰ ਰਿਹਾ। ਹੁਣ ਉਮਤੀ ਜਿਹੜਾ ਉਹ ਕੋਈ ਆਲਮ ਬਣਿਆ ਬੈਠਾ, ਕੋਈ ਪੀਰ ਬਣਿਆ ਬੈਠਾ, ਕੋਈ ਹੋਰ ਖਾਤਾ ਬਣਾਈ ਬੈਠਾ, ਗੁੰਮਰਾਹੀ ਦਾ ਅੱਡਾ ਚਲਾਉਣ ਡਿਆ, ਕੋਈ ਲਾਲ ਸ਼ਹਬਾਜ਼ ਬਣ ਕੇ, ਤੇ ਕੋਈ ਜਿਹੜਾ ਉਹ ਲਾਹੌਰ ਵਿੱਚ ਜਿਹੜਾ ਨਾ ਉਹ ਆਪਣਾ ਬਣਾ ਕੇ। ਹੁਣ ਤਾਂ ਹਰ ਥਾਂ ਹੀ ਜਿਹੜਾ ਇਹ ਸ਼ਿਰਕ ਦੇ ਅੱਡੇ ਬਣੇ ਹੋਏ ਆ ਨਾ। ਮਾ ਤੋ ਕੁਬਿਲ ਮਿਨਹੁਮ, ਇਹਨਾਂ ਨੂੰ ਕੋਈ ਫਿਕਰ ਨਹੀਂ ਕਿ ਅਸੀਂ ਅੱਲਾ ਦਾ ਕੁਰਬ ਹਾਸਲ ਕਰੀਏ, ਜਿਹਾਦ ਕਰੀਏ, ਹੈਂ, ਅੱਲਾ ਦੇ ਦੀਨ ਨੂੰ ਸਰਬੁਲੰਦ ਕਰਨ ਦੀ ਫਿਕਰ ਕਰੀਏ। ਫਰਮਾਇਆ ਮਾ ਤੋ ਕੁਬਿਲ ਮਿਨਹੁਮ, ਜਿੰਨਾ ਮਰਜ਼ੀ ਇਕੱਠਾ ਕਰ ਲੈਣ, ਨਹੀਂ ਕਿਸੇ ਕੰਮ ਆਏਗਾ, ਕਬੂਲ ਨਹੀਂ ਹੋਗਾ। ਵਲਹੁਮ ਅਜ਼ਾਬੁਨ ਅਲੀਮ, ਇਹਨਾਂ ਨੂੰ ਅੱਲਾ ਦੇਗਾ ਦਰਦਨਾਕ ਅਜ਼ਾਬ। ਯੁਰੀਦੂਨ ਅਨ ਯਖਰੁਜੂ ਮਿਨ ਨਾਰ, ਔਰ ਇਹ ਚਾਹਣਗੇ ਕਿ ਕਿਸੇ ਤਰ੍ਹਾਂ ਅੱਗ ਚੋਂ ਨਿਕਲ ਜਾਈਏ। ਵਮਾ ਹੁਮ ਬਿਖਾਰਿਜੀਨ ਮਿਨਹਾ, ਕਿਉਂਕਿ ਇਹਨਾਂ ਨੇ ਜਿਹਾਦ ਨਹੀਂ ਕੀਤਾ, ਅੱਲਾ ਦਾ ਕੁਰਬ ਨਹੀਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਔਰ ਇਹ ਨਹੀਂ ਨਿਕਲਣ ਵਾਲੇ ਹੋਣਗੇ ਅੱਗ ਚੋਂ। ਵਮਾ ਹੁਮ ਬਿਖਾਰਿਜੀਨ ਮਿਨ ਨਾਰ ਵਮਾ ਹੁਮ ਬਿਖਾਰਿਜੀਨ ਮਿਨਹਾ, ਇਹ ਉਥੋਂ ਨਹੀਂ ਨਿਕਲ ਸਕਣਗੇ, ਨਿਕਲਣ ਵਾਲੇ ਨਹੀਂ ਹੋਣਗੇ। ਵਲਹੁਮ ਅਜ਼ਾਬੁਨ ਮੁਕੀਮ, ਇਹਨਾਂ ਦੇ ਉੱਤੇ ਇੱਕ ਕਾਇਮ ਰਹਿਣ ਵਾਲਾ ਅਜ਼ਾਬ ਹੋਏਗਾ। ਹੁਣ ਅੱਗੇ ਨੋਟ ਕਰੋ, ਇਹ ਜਿਹਾਦ ਕਾਹਦੇ ਵਾਸਤੇ ਅੱਲਾ ਕਰਾ ਰਿਹਾ? अस्सारिक़ु वस्सारिक़तु फ़क़्तऊ अयदियहुमा, चोरी कोई औरत करे या चोरी करे कोई मर्द, सारिक मर्द नूं कहंदे आ ते सारिका औरत हो गई। फ़क़्तऊ अयदियहुमा, दोनों का हथ कटना, औरत का भी मर्द का भी, जिहड़ा भी चोर है औरत नूं औरत समझ के छड्डना नहीं। जिज़ाम बिमा कासाबा, ये बदला वा उन्हें जिहड़ा काम कीता है। ਹੁਣ ਇਹ ਗੱਲ ਸਮਝ ਲਓ, ਬਲਕਿ ਅਗਲਾ ਵੀ ਪੜ੍ਹੋ। ਨਕਾਲਮ ਮਿਨ ਅੱਲਾ, ਔਰ ਅੱਲਾਹ ਤਾਲਾ ਦੇ ਕੋ ਵੱਲੋਂ ਇੱਕ ਇਬਰਤ ਹੈ ਦੇਖਣ ਵਾਲਿਆਂ ਵਾਸਤੇ ਕਿ ਇਹਦਾ ਹੱਥ ਕੱਟਿਆ ਗਿਆ, ਇਹ ਸੰਗਸਾਰ ਹੋ ਗਿਆ, ਇਹਨੂੰ ਕੋੜੇ ਲੱਗੇ, ਇਹਨੇ ਅੱਲਾ ਦਾ ਹੁਕਮ ਨਹੀਂ ਸੀ ਮੰਨਿਆ, ਠੀਕ ਹੈ ਨਾ, ਇਹਨੇ ਚੋਰੀ ਕੀਤੀ, ਇਹਨੇ ਜ਼ਨਾ ਕੀਤਾ, ਇਹਨੇ ਸ਼ਰਾਬ ਪੀਤੀ, ਉਹ ਕੁਛ ਵੀ। ਹੁਣ ਅਸਲ ਗੱਲ ਇਹ ਹੈ ਕਿ ਇਹ ਜਿਹੜਾ ਤੁਹਾਡੇ ਕੋਲੋਂ ਜਿਹਾਦ ਕਰਵਾਉਣਾ ਨਾ, ਜਿਹਦੇ ਵਾਸਤੇ ਸਾਰੀ ਗੱਲ ਕੀਤੀ ਜਾ ਰਹੀ ਹੈ, ਉਹਦਾ ਹਾਸਲ ਇਹ ਹੈ ਕਿ ਇੱਕ ਐਸੀ ਰਿਆਸਤ ਵਜੂਦ ਦੇ ਵਿੱਚ ਆਵੇ ਜਿਹਦੇ ਵਿੱਚ ਅੱਲਾਹ ਤਾਲਾ ਦੀ ਹਦੂਦ ਜਿਹੜੀ ਹੈ ਉਹ ਕਾਇਮ ਹੋਣ,
अल्लाह ताला दियां हद्दां कायम होण। नबी सल्लल्लाहु अलैहि वसल्लम ने फरमाया कि अल्लाह ताला दी एक हद जिथे जारी हो जाती है, 40 दिन की रात दिन की बारिश जिहड़ी है किसी सहरा दे विच हुंदी है ना, रात दिन बारिश हुंदी है, ते जिन्ना उस सहरा दे विच जिहड़ा फायदा हुंदा है, उस सहरा दे विच जिन्नी कोई समझ लो कि फसल हुंदी है ना, या जिन्नी हरियाली उगदी है, इस तो ज़्यादा अल्लाह ताला जिहड़ा उस मुल्क ते राजी हुंदा है, उस कौम माशरे ते राजी हुंदा जिथे अल्लाह दी हद जारी हुंदी है। ते ਇਹ हद मक्के विच जारी नहीं हो सकदी सी। जे मक्के च जारी हुंदी ते यासर रज़ी अल्लाह ताला अन्हु नूं चीरिया गया, समैया रज़ी अल्लाह ताला अन्हा नूं ਜਿਹੜਾ ਨਾ शहीद किया गया, होर किन्ने सहाबा, बलाल रज़ी अल्लाह ताला अन्हु नाल की होया। अल्लाह ताला तो कहंदा कि जख्म दे बदले च जख्म, वल जरूहा किसास, ते ਉਹਨਾਂ ਦੇ ਬਲਾਲ रज़ी अल्लाह ताला अन्हु दे ਜਿਹੜੇ ਜ਼ਖਮ ਸੀ ਉਹਨਾਂ ਦਾ ਬਦਲਾ ਕਿਹਨੇ ਲਿਆ? ਇਹ ਬਦਲਾ ਫਿਰ ਬਦਰ ਦੇ ਮੈਦਾਨ 'ਚ ਹੋਇਆ ਵਾ, ਜਿਹਾਦ ਦੇ ਵਿੱਚ ਹੋਇਆ। ਤੇ ਜਿਹਾਦ ਦਾ ਹਾਸਲ ਕੀ ਹੈ? ਇੱਕ ਐਸੀ हुकूमत ਜਿਹੜੀ अल्लाह ਦੀ हदूद ਦੀ हिफाजत कर रही है। और जदों ऐसी हुकूमत नहीं है तो यह फर्ज ऐन है हर पीर दे उत्ते, हर मौलवी दे उत्ते, हर आलम दे उत्ते, हर ईमान वाले दे उत्ते कि इसकी फिक्र करे। वल्लाहु अजीजुन हकीम, और अल्लाह ताला गालिब है, बड़ा ताकतवर है, हिकमत वाला है। उन्हें वो तुसी एवें ना समझो कि जी ये बड़िया बेत है, दीन बड़ा सख्त है। अल्लाह ताला हकीम है, ये ओदियां गल्लां वा, उन्हें हुक्म दिते है। फमन ताबा मिन बाद जुल्मे ही, ते जेड़ा कोई तौबा कर गया जुल्म तो बाद, व असलाहा, अपनी इसलाह कर ली। चोर सीगा, उत्ते आया ना कि चोर दा हथ कटना चाहिए, ते चोर दा हथ मैं दस्या ना कि फिर इस्लामी रियासत ही कटेगी ना, और इस्लामी रियासत वजूद च आएगी जिहाद दे नाल। मुहम्मद और रसूलुल्लाह सल्लल्लाहु अलैहि वसल्लम रियासत वजूद विच लियाउण वास्ते सारा तगो-दो कर रहा है ना। तो फरमाया कि जिन्हें भी बार आप तौबा कर ली, अल्लाह को माफ़ी मिल जाएगी। बाकी इत्थे ते जदों उन्हें चोरी की है, उन्होंने चोर की सज़ा मिलेगी, जना किया तो जना की सज़ा मिलेगी। फा इन अल्लाह यतूब अलैहि, तो अल्लाह ताला तौबा कबूल कर लैंदा। इन अल्लाह गफूर रहीम, अल्लाह मगफरत करने वाला, रहम करने वाला। अलम तालम अन्न अल्लाह लहू मुल्कु समावात वल अर्द, क्या तुहानू पता नहीं कि अल्लाह ताला जिहड़ा वो आसमान और ज़मीन सब दा हाकम है, सब दा बादशाह है। यानी हर जगह ते ओदी हुकूमत है, ओदा हुक्म चलदा है। तुहाडे क्यों नहीं चलदा? तुहाडी ज़मीन ते क्यों नहीं चलदा? तुहाडे मुल्क च क्यों नहीं चलदा? इहदे वास्ते जिहाद करो। युअज़्ज़िबु मन यशा व यग़फ़िरु लिमन यशा, और बाकी वो जेनू चाहे माफ़ कर देवे और जेनू चाहे सजा देवे, जेनू चाहे अजाब देवे, जेनू चाहे सजा देवे। वल्लाहु अला कुल्लि शैइन कदीर, और अल्लाह हर चीज़ की कुदरत रखदा। या अय्युहर रसूल ला यहज़ुनकल लज़ीना युसारिऊना फिल कुफ्र, ऐ अल्लाह दे रसूल, ऐ साडे रसूल, तुहानू दुख ना होवे, परेशानी ना होवे उन्हां लोकां नूं वेख के कि जेड़े बहुत जल्द जेड़े आ ना वो कुफर विच दाखिल हो जांदे आ, नाशुक्री विच दाखिल हो जांदे आ। मिनल लज़ीना कालू आमन्ना बिअफ़वाहिहिम, और हुंदे उन्हां विचों जेड़े अपने मूँहां नाल कहंदे आ कि असीं ईमान वाले हां। यानी ऐसे बंदे कि जेड़े कहंदे असीं ईमान वाले हां। हुण वो जेड़े ओहद चों वापस आए सी ते वो भी अपने आप नूं ईमान वाला ही कहंदे सी। वो जेड़े तबूक नहीं गए सी वो भी अपने आप नूं ईमान वाला कहंदे सी। जेड़े खंदक दे उत्ते ड्यूटी नहीं करदे सी, इन्ना बुयूताना औरा, ऐ अल्लाह दे रसूल साडे घर गैर महफूज है। अल्लाह ने फरमाया वमा हिया बेऔरा इन युरीदूना इल्ला फरारा, ये इथों भजना चाहते आ, ये निरियां नमाज़ां वाला ही इस्लाम चाहते आ। फरमाया मिनल लज़ीना कालू आमन्ना बिअफ़वाहिहिम, जेड़े कहंदे असीं कि असीं ईमान लियाए हां अपनी ज़बानां नाल, ते दूसरी तरफ की हुंदा है कि बहुत जल्दी वो काफरां वाला रवैया इख्तियार कर लैंदे आ।
ਹੈ ਆਪਣੀ ਗੱਲ ਤੋਂ ਮੁੱਕਰ ਜਾਂਦੇ ਆ, ਨਾਸ਼ੁਕਰੀ ਕਰਦੇ ਆ। ਵਲਮ ਤੁਮਿਨ ਕੁਲੂਬੁਹੁਮ, ਅਸਲ ਗੱਲ ਕੀ ਆ, ਇਹਨਾਂ ਦੇ ਦਿਲਾਂ 'ਚ ਈਮਾਨ, ਇਹ ਦਿਲਾਂ ਨਾਲ ਈਮਾਨ ਨਹੀਂ ਲਿਆਏ। ਉਹ ਜਿਸ ਤਰ੍ਹਾਂ ਉਹ ਹੈ ਨਾ ਕਿ ਕਾਲਤ ਅਲ ਅਰਾਬੁ ਆਮन्ना ਕੁਲ ਲਮ ਤੁਮਿਨੂ ਵਲਾਕਿਨ ਕੂਲੂ ਅਸਲਮਨਾ ਵਲम्मा ਯਦਖੁਲ ਈਮਾਨ ਫੀ ਕੁਲੂਬਿਕੁਮ, ਈਮਾਨ ਅਜੇ ਦਿਲਾਂ 'ਚ ਨਹੀਂ, ਬਸ ਐ ਜ਼ਬਾਨਾਂ ਦੇ ਉੱਤੇ ਨਾਲ ਤੇ ਕਿਹਾ ਜਿੱਦਾਂ ਅਸੀਂ ਅਕਸਰੀਅਤ ਨੇ ਕਿਹਾ। ਵਮਿਨ ਅੱਲਜ਼ੀਨ ਹਾਦੂ, ਔਰ ਯਹੂਦੀਆਂ ਵਿੱਚੋਂ ਵੀ ਇਦਾਂ ਦੇ ਹੈਗੇ ਆ, ਯਾਨੀ ਯਹੂਦੀਆਂ ਵਿੱਚੋਂ ਵੀ, ਇਹ ਮੁਸਲਮਾਨਾਂ ਵਿੱਚੋਂ ਵੀ ਹੈਗੇ ਤੇ ਯਹੂਦੀਆਂ ਵਿੱਚੋਂ ਵੀ ਹੈਗੇ ਆ, ਜਿਹੜੇ ਜਿਨ੍ਹਾਂ ਦਾ ਕੀ ਮਸਲਾ, ਸਮਆਊਨ ਲਿਲ ਕਜ਼ਬ, ਜਿਹੜੇ ਝੂਠੇ ਮਕਾਸਦ ਵਾਸਤੇ ਸੁਣਦੇ ਆ, ਯਾਨੀ ਤੁਹਾਡੀਆਂ ਗੱਲਾਂ ਸੁਣਦੇ ਆ, ਉਹਨਾਂ ਦਾ ਮਕਸਦ ਕੋਈ ਈਮਾਨ ਲਿਆਉਣਾ ਨਹੀਂ ਹੁੰਦਾ, ਅਮਲ ਕਰਨਾ ਨਹੀਂ ਹੁੰਦਾ, ਉਹਨਾਂ ਦੇ ਮਕਸਦ ਝੂਠੇ ਹੁੰਦੇ ਆ, ਯਾਨੀ ਗਲਤ ਮਕਾਸਦ ਵਾਸਤੇ ਸੁਣਦੇ ਆ। ਸਮਆਊਨ ਲਿਕੌਮਿਨ ਆਖਰੀਨ, ਸਮਆਊਨ ਲਿਕੌਮਿਨ ਆਖਰੀਨ ਲਮ ਯਾਤੂਕ, ਔਰ ਇਹ ਸੁਣਨ ਆਉਂਦੇ ਆ ਤੁਹਾਡੀਆਂ ਗੱਲਾਂ ਦੂਸਰੇ ਲੋਕਾਂ ਨੂੰ ਜਾ ਕੇ ਦੱਸਣ ਵਾਸਤੇ, ਜਿਹੜੇ ਤੁਹਾਡੇ ਕੋਲ ਆਪ ਨਹੀਂ ਆਉਂਦੇ, ਯਾਨੀ ਜਾਸੂਸੀ ਵਾਸਤੇ ਆਉਂਦੇ ਆ। ਜ਼ਾਹਿਰ ਇਹ ਕਰਦੇ ਆ ਕਿ ਅਸੀਂ ਦੀਨ ਸਿੱਖਣ ਸਮਝਣ ਆਉਂਦੇ ਆ। ਯੁਹਰਫੂਨ ਅਲ ਕਲਮਾ ਮਿਨ ਬਾਦ ਮਵਾਦੇ, ਔਰ ਇਹ ਇਦਾਂ ਦੇ ਆ ਕਿ ਇਹ ਤਾਂ ਅੱਲਾ ਦੇ ਕਲਾਮ ਨੂੰ ਉਹਦੀ ਜਗ੍ਹਾ ਤੋਂ ਫੇਰ ਦਿੰਦੇ ਆ। ਇਹ ਗੱਲ ਜਿਹੜੀ ਆ ਨਾ, ਇਹ ਕੁਰਾਨ ਕਰੀਮ 'ਚ ਦੂਸਰੇ ਮੁਕਾਮ ਤੇ ਵੀ ਆਈ ਨਾ, ਕਿ ਕੁਰਾਨ ਦੇ ਵਿੱਚ ਅੱਗਾ ਪਿੱਛਾ ਕਰਦੇ ਆ, ਤਹਰੀਫ ਕਰ ਦਿੰਦੇ ਆ। ਇਹ ਸੂਰਾ ਬਕਰਾ 'ਚ ਵੀ ਆਈ ਹੈ, ਗਾਲਬਨ ਇੱਥੇ ਸੂਰਾ ਆਲ ਇਮਰਾਨ 'ਚ ਵੀ ਆਈ ਹੈ। ਯਕੂਲੂਨਾ, ਔਰ ਇਹ ਕਹਿੰਦੇ ਆ, ਇਨ ਊਤੀਤੁਮ ਹਾਜ਼ਾ ਫਖੁਜ਼ੂ, ਅਗਰ ਤੁਹਾਨੂੰ ਇਹ ਚੀਜ਼ ਮਿਲੇ ਤੇ ਲੈ ਲਓ, व इन लम तूतूहु फहज़रू, और अगर ये ना मिले तो फिर कबूल ना करो, फिर वो चीज़ ना लो। ਇਹਦੇ ਵਿੱਚ ਅਸਲ ਦੇ ਵਿੱਚ ਨਾ ਇੱਕ ਵਾਕਿਆ ਇਹ ਹੈ ਕਿ ਯਹੂਦੀ ਖਾਨਦਾਨ ਸੀਗਾ ਕੋਈ, ਜਿਹੜਾ ਨਾ ਅੱਛਾ ਉਸ ਸਮਾਜ, ਮਤਲਬ ਜਿਹੜਾ ਕੋਈ ਚੌਧਰੀ ਕਿਸਮ ਦਾ, ਕੋਈ ਸਰਦਾਰ ਕਿਸਮ ਦਾ ਖਾਨਦਾਨ, ਉਹਦੇ ਇੱਕ ਮਰਦ ਔਰ ਔਰਤ ਨੇ ਜ਼ਨਾ ਕਰ ਲਿਆ, ਸ਼ਾਦੀशुदा ਨੇ। ਹੁਣ ਉਹ ਚਾਹੁੰਦੇ ਸੀ ਬਚਾਉਣਾ, ਕਿ ਇਹਨੂੰ ਅਸੀਂ ਬਚਾਈਏ ਕਿਸੇ ਤਰੀਕੇ ਨਾਲ, ਤੇ ਉਹ ਫਿਰ ਜਿਹੜਾ ਨਾ ਉਹਨਾਂ ਨੇ ਜਿਹੜਾ ਨਾ ਉਹ ਨਬੀ ਸੱਲੱਲਾਹੁ ਅਲੈहि ਵਸੱਲਮ ਦੇ ਕੋਲ ਨਾ ਆਉਣ ਦਾ ਫੈਸਲਾ ਕੀਤਾ, ਕਿ ਫੈਸਲਾ ਜਿਹੜਾ ਨਾ ਉਹ ਨਬੀ ਸੱਲੱਲਾਹੁ ਅਲੈहि ਵਸੱਲਮ ਕੋਲ ਅਸੀਂ ਜਿਹੜਾ ਨਾ ਉਹ ਇਹ ਫੈਸਲਾ ਕਰਾ ਲੈਂਦੇ ਆ। ਉਹਨਾਂ ਦਾ ਜ਼ਿਹਨ ਇਹ ਸੀਗਾ ਕਿ ਨਬੀ ਸੱਲੱਲਾਹੁ ਅਲੈहि ਵਸੱਲਮ ਸ਼ਾਇਦ ਥੋੜਾ ਕਹਿਣਗੇ ਕਿ ਚੱਲ ਇਹ ਯਹੂਦੀ ਹੈ, ਇਹਨਾਂ ਨਾਲ ਕੋਈ ਨਰਮੀ ਕਰਦੇ ਆ ਜਾਂ ਇਹਨਾਂ ਨੂੰ ਛੱਡ ਦਿੰਦੇ, ਕਿਉਂਕਿ ਵਜ੍ਹਾ ਐਸੀ ਤੌਰਾਤ ਦੇ ਵਿੱਚ ਉਹੋ ਹੀ ਹੁਕਮ ਸੀ ਸੰਗਸਾਰ ਕਰਨ ਦਾ ਸ਼ਾਦੀशुदा ਨੂੰ, ਜਿਹੜਾ ਨਬੀ ਸੱਲੱਲਾਹੁ ਅਲੈहि ਵਸੱਲਮ ਜਾਰੀ ਕਰਦੇ ਸੀ। ਉਹਨਾਂ ਦੇ ਜ਼ਿਹਨ ਦੇ ਵਿੱਚ ਬਹਰਹਾਲ ਕੋਈ ਗੱਲ ਹੋਏਗੀ, ਉੱਥੇ ਮਸ਼ਵਰਾ ਕਰਕੇ ਕਿ ਬਈ ਉਹ ਗੱਲ ਇੰਨੀ ਵੱਧ ਗਈ ਹੋਏਗੀ ਨਾ ਵੀ ਹੁਣ ਉਹਨੂੰ ਸਜ਼ਾ ਤੋਂ ਛੱਡਣਾ ਮੁਸ਼ਕਲ ਸੀਗਾ, ਤੇ ਉਹਦੇ ਵਾਸਤੇ ਕੋਈ ਫਿਰ ਰਸਤਾ ਹੀ ਕੱਢਣਾ ਪੈਣਾ ਸੀ। ਤੇ ਉਹਨਾਂ ਨੇ ਆਪਣੇ ਵੱਲੋਂ, ਕਿਉਂਕਿ ਮਦੀਨੇ ਵਿੱਚ ਯਹੂਦੀਆਂ ਦੀਆਂ ਵੀ ਰਿਆਸਤਾਂ ਹੈ ਸੀ, ਯਹੂਦੀਆਂ ਦੀਆਂ ਵੀ ਅਦਾਲਤਾਂ ਹੈ ਸੀ, ਤੇ ਮੁਸਲਮਾਨਾਂ ਦੀਆਂ ਵੀ ਹੈ ਸੀ, ਤੇ ਉਹਨਾਂ ਨੇ ਕਿਹਾ ਵੀ ਚਲੋ ਇੱਧਰੋਂ ਲੈ ਲੈਂਦੇ ਆ ਫੈਸਲਾ। ਤੇ ਹੁਣ ਜਦੋਂ ਨਬੀ ਸੱਲੱਲਾਹੁ ਅਲੈहि ਵਸੱਲਮ ਕੋਲ ਫੈਸਲੇ ਵਾਸਤੇ ਆਉਣ ਲੱਗੇ ਨਾ, ਤੇ ਉਹਨਾਂ ਨੂੰ ਜਿਹੜੇ ਗੁਰੂ ਭੇਜਣ ਵਾਲੇ, ਉਹਨਾਂ ਦੇ ਆਲਮ ਜਾਂ ਉਹਨਾਂ ਦੇ ਖੈਰਖਾਹ, ਉਹਨਾਂ ਨੇ ਕਿਹਾ ਵੀ ਜੇ ਤੇ ਐਦਾਂ ਦਾ ਫੈਸਲਾ ਦੇਣ ਤੇ ਫਿਰ ਤੁਸੀਂ ਮੰਨ ਲੈਣਾ ਵਾ, ਐਦਾਂ ਦਾ ਦੇਣ ਤੇ ਤੁਸੀਂ ਕਹਿਣਾ ਸਾਨੂੰ ਨਹੀਂ ਇਹ ਕਬੂਲ। ਇਹ ਗੱਲ ਦੱਸੀ ਜਾ ਰਹੀ ਹੈ ਕਿ ਇਹ ਯਹੂਦੀ ਜਿਹੜੇ ਆ, ਇਹ ਕਹਿੰਦੇ ਆ ਯਕੂਲੂਨਾ ਇਨ ਊਤੀਤੁਮ ਹਾਜ਼ਾ ਫਖੁਜ਼ੂ, ਅਗਰ ਤੁਹਾਨੂੰ ਇਹ ਗੱਲ, ਇਹ ਫੈਸਲਾ ਮਿਲੇ, ਇਹ ਦੇਣ ਤੇ ਲੈ ਲਓ, व इन लम तूतूहु फहज़रू, और अगर ਇਹ ਨਾ ਲੱਭੇ ਤੇ ਫਿਰ ਤੁਸੀਂ ਬਚ ਜਾਓ, ਫਿਰ ਉਹ ਤੋਂ ਨਜ਼ਰ ਅੰਦਾਜ਼ ਕਰ ਦਿਓ। ਵਮਨ ਯੁਰਿਦਿल्लाहु ਫਿਤਨਾ, ਅੱਲਾ ਕਹਿੰਦਾ ਜਿਹਦੇ ਵਾਸਤੇ ਅੱਲਾਹ ਤਾਲਾ ਜਿਹੜਾ ਫਿਤਨਾ ਖੜਾ ਕਰ ਦੇਵੇ,
फलन तमलिक लहू मिन अल्लाह शैया। तो मुहम्मद सल्लल्लाहु अलैहि वसल्लम तुसी ਉਹਦੇ ਵਾਸਤੇ ਕੋਈ ਇਖਤਿਆਰ ਨਹੀਂ ਰੱਖਦੇ, ਉਹ ਫਿਰ ਫਿਤਨੇ 'ਚ ਹੀ ਡੁੱਬੇਗਾ। ਉਲਾਇਕ ਲਜ਼ੀਨਾ ਲਮ ਯੁਰਿਦਿल्लाहु ਅਨ ਯੁਤਹਿਰਾ ਕੁਲੂਬਹੁਮ, ਇਹੀ ਉਹ ਲੋਕ ਆ ਕਿ ਜਿਨ੍ਹਾਂ ਦੇ ਜਿਹੜਾ ਨਾ ਉਹ ਆਪਣੇ ਦਿਲਾਂ ਦੀ ਸਫਾਈ ਜਿਨ੍ਹਾਂ ਨੂੰ ਪਸੰਦ ਨਹੀਂ ਆਈ, ਜਿਨ੍ਹਾਂ ਨੇ ਨਹੀਂ ਚਾਹਿਆ ਕਿ ਸਾਡਾ ਦਿਲ ਸਾਫ਼ ਹੋ ਜਾਏ। ਇਹ ਗੱਲ ਇੱਦਾਂ ਹੀ ਹੈ ਜਿਵੇਂ ਤੁਸੀਂ ਦੇਖਦੇ ਹੋ ਨਾ ਕਿ ਇੱਥੇ ਬਾਜ਼ ਔਕਾਤ ਇੱਕ ਆਦਮੀ ਜਿਹੜਾ ਉਹ 3 ਦਫਾ ਤਲਾਕ ਦਿੰਦਾ। ਮੈਂ ਮਸਲੇ ਨਹੀਂ ਦੱਸ ਰਿਹਾ, ਮੈਂ ਸਿਰਫ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਇੱਕ ਆਦਮੀ ਆ, ਉਹਨੇ 3 ਦਫਾ, ਉਹ ਬਰੇਲਵੀ ਆ ਜਾਂ ਦਿਓਬੰਦੀ ਆ, ਉਹਨੇ 3 ਵਾਰ ਇੱਕੋ ਮਜਲਿਸ 'ਚ ਤਲਾਕ ਦੇ ਦਿੱਤੀ ਹੈ। ਹੁਣ ਉਹ ਨਹੀਂ ਮਤਲਬ ਇਹ ਕਿ ਉਹ ਬਰੇਲਵੀ ਜਾਂ ਦਿਓਬੰਦੀ ਉਲਮਾ ਕਹਿੰਦੇ ਹੁਣ ਨਹੀਂ ਤੇਰਾ ਇਹ ਬੀਵੀ ਰਹੀ। ਉਹ ਜਾਂਦਾ ਅਹਿਲ ਹਦੀਸਾਂ ਕੋ, ਅਹਿਲ ਹਦੀਸ ਕਹਿੰਦੇ ਆ ਵੀ ਤੂੰ ਅਹਿਲ ਹਦੀਸ ਹੋ ਜਾ ਤੇ ਬਸ ਤੇਰੀ ਤਲਾਕ ਇੱਕ ਹੀ ਹੈ। ਉਹ ਹੁਣ ਅਹਿਲ ਹਦੀਸ ਹੋ ਜਾਂਦਾ ਤੇ ਹੋ ਸਕਦਾ ਉਹ ਕੋਈ ਮਹੀਨੇ 2 ਬਾਅਦ ਅਹਿਲ ਹਦੀਸ ਤੋਂ ਵੀ ਮੁੱਕਰ ਜਾਵੇ। ਮਤਲਬ ਇਹ ਕਿ ਹੁਣ ਮੌਕੇ ਦੇ ਤੇ ਇਹ ਕੰਮ ਕਰੋ ਨਾ। ਇਦਾਂ ਹੀ ਲੱਗਦਾ, ਇਦਾਂ ਹੀ ਆ ਵੀ ਉਹ ਕਿਤੇ ਯਹੂਦੀਆਂ ਨੇ ਕਿਹਾ ਹੋਣਾ ਨਾ ਵੀ ਤੁਸੀਂ ਜਾਓ ਤੇ ਫੈਸਲਾ ਕਰਾਓ ਹੈਂ, ਤੇ ਉਹਨਾਂ ਉੱਥੇ ਜਾ ਕੇ ਇਹ ਵੀ ਦੱਸਣਾ ਵੀ ਅਸੀਂ ਹੁਣ ਮੁਸਲਮਾਨ ਹੋਣਾ ਵਾ, ਪਹਿਲਾਂ ਹੀ ਦੱਸ ਦੇਣਾ ਹੈਂ। ਤੇ ਹੋ ਸਕਦਾ ਮੁਸਲਮਾਨ ਹੋਣ ਮੁੜ ਕੇ ਭਾਵੇਂ 4 ਦਿਨ ਬਾਅਦ ਫਿਰ ਵਾਪਸ ਆ ਜਾਈਓ। ਮਤਲਬ ਇੱਕ ਵਾਰੀ ਤੇ ਫੈਸਲਾ ਲਓ ਨਾ। ਇਦਾਂ ਦੀ ਕੋਈ ਗੱਲਬਾਤ ਜਿਹੜੀ ਹੈ ਨਾ ਉਹ ਲੱਗਦੀ ਹੈ ਇਹਦੇ ਚੋਂ ਕਿ ਉਹਨਾਂ ਨੇ ਸੋਚੀ ਹੋਣੀ। ਬਹਰਹਾਲ ਇੱਥੇ ਤੇ ਅੱਲਾ ਨੇ ਦੱਸਿਆ ਨਾ ਕਿ ਉਹ ਇਦਾਂ ਦੇ ਮਸ਼ਵਰਾ ਕਰਕੇ ਹੀ ਆਏ ਸੀ। ਤੇ ਫਰਮਾਇਆ ਕਿ ਲਹੁਮ ਫਿ ਦੁਨੀਆ ਖਿਜ਼ਯੁਨ, ਇਹਨਾਂ ਵਾਸਤੇ ਦੁਨੀਆ ਵਿੱਚ ਵੀ ਰਸਵਾਈ ਹੈ। ਵਲਹੁਮ ਫਿਲ ਆਖਿਰਤ ਅਜ਼ਾਬੁਨ ਅਜ਼ੀਮ, ਔਰ ਇਹਨਾਂ ਵਾਸਤੇ ਆਖਰਤ ਦੇ ਵਿੱਚ ਵੀ ਖੁਆਰੀ ਹੈ। ਆਖਰਤ ਦੇ ਵਿੱਚ ਵੀ ਇਹਨਾਂ ਨੂੰ ਇੱਕ ਵੱਡਾ ਅਜ਼ਾਬ ਦਿੱਤਾ ਜਾਏਗਾ। ਸਮਾਊਨ ਲਿਲ ਕਾਜ਼ਿਬ ਅਕਾਲੂਨ ਲਿਸੁਹਤ, ਇਹ ਝੂਠ ਸੁਣਨ ਵਾਲੇ, ਝੂਠੇ ਮਕਾਸਦ ਵਾਸਤੇ ਜਾਸੂਸੀਆਂ ਕਰਨ ਵਾਲੇ ਔਰ ਹਰਾਮ ਖੋਰ, ਇਹ ਪੂਰੇ ਜ਼ੋਰ ਨਾਲ ਅੱਲਾ ਨੇ ਕਿਹਾ ਇਹ ਝੂਠੇ ਮਕਾਸਦ ਵਾਸਤੇ ਜਿਹੜਾ ਇਹ ਯਾਨੀ ਗੱਲਾਂ ਸੁਣਨ ਵਾਲੇ ਮੁਹੰਮਦ ਔਰ ਰਸੂਲullah ਸੱਲੱਲਾਹੁ ਅਲੈहि ਵਸੱਲਮ ਦੀਆਂ ਮਜਲਿਸਾਂ 'ਚ ਆ ਕੇ, ਔਰ ਹਰਾਮ ਖਾਣ ਵਾਲੇ ਸੂਦ ਖੋਰ। ਫਇਨ ਜਾਊਕਾ, ਅਗਰ ਇਹ ਤੁਹਾਡੇ ਕੋਲ ਆਉਣ ਨਾ ਫੈਸਲੇ ਵਾਸਤੇ, ਫਹਕੁਮ ਬੈਨਹੁਮ ਔ ਆਰਿਜ਼ ਅਨਹੁਮ, ਤੇ ਤੁਹਾਡਾ ਇਖਤਿਆਰ ਹੈ ਕਿ ਤੁਸੀਂ ਇਹਨਾਂ ਦੇ ਦਰਮਿਆਨ ਫੈਸਲਾ ਕਰ ਦਿਓ ਤੇ ਭਾਵੇਂ ਤੁਸੀਂ ਇਹਨਾਂ ਨੂੰ ਜਵਾਬ ਦੇ ਦਿਓ ਕਿ ਮੈਂ ਤੁਹਾਡਾ ਫੈਸਲਾ ਨਹੀਂ ਕਰਦਾ। ਵਾ ਇਨ ਤੁਰਿਦ ਅਨਹੁਮ, ਅਗਰ ਤੁਸੀਂ ਇਹਨਾਂ ਨੂੰ ਨਜ਼ਰ ਅੰਦਾਜ਼ ਕੀਤਾ, ਇਹਨਾਂ ਦਾ ਫੈਸਲਾ ਨਾ ਕੀਤਾ, ਫਲਨ ਯਦੁਰੁਕਾ ਸ਼ੈਆ, ਤੇ ਕੋਈ ਮਸਲਾ ਨਹੀਂ। ਇਹ ਕੋਈ ਤੁਹਾਡਾ ਮਿਸਾਕੇ ਮਦੀਨਾ ਨਹੀਂ ਤੋੜਨ ਲੱਗੇ ਨੇ, ਕੋਈ ਤੁਹਾਡਾ ਕੁਝ ਵਿਗਾੜ ਨਹੀਂ ਸਕਦੇ। ਲੇਕਿਨ ਅਗਲੀ ਗੱਲ ਕੀ ਆ, ਵਾ ਇਨ ਹਕਮਤਾ ਫਹਕੁਮ ਬੈਨਹੁਮ ਬਿਲਕਿਸਤ, ਅਗਰ ਤੁਸੀਂ ਫੈਸਲਾ ਕਰੋ ਤੇ ਫੈਸਲਾ ਕਰਨਾ ਵਾ ਇਨਸਾਫ ਦੇ ਨਾਲ। ਇਨਸਾਫ ਦੇ ਨਾਲ, ਇਨਸਾਫ ਦੀ ਅਹਿਮੀਅਤ ਜ਼ਰਾ ਨੋਟ ਕਰ ਲਓ ਕਿ ਫੈਸਲਾ ਕਰਨਾ ਵਾ ਇਨਸਾਫ ਦੇ ਨਾਲ, ਫੈਸਲਾ ਨਹੀਂ ਇਨਸਾਫ ਤੋਂ ਹਟ ਕੇ ਕਰਨਾ। ਇਸ ਵਾਸਤੇ ਕਿ ਅੰਬੀਆ ਆਏ, ਲਕਦ ਅਰਸਲਨਾ ਰਸੂਲਨਾ ਬਿਲਬੈਯਿਨਾਤ व अंज़लना माअहुमुल किताब वल मीज़ान लियक़ूम अन्नास बिलक़िस्त, किस्त ਇੱਥੇ ਵੀ ਕਿਸਤ। ਇਨ ਅੱਲਾਹ ਯਾਮੁਰਕੁਮ ਬਿਲ ਅਦਲ, ਅੱਲਾਹ ਤੁਹਾਨੂੰ ਅਦਲ ਦਾ ਹੁਕਮ ਦਿੱਤਾ। ਤੇ ਅਦਲ ਜਿਹੜਾ ਹੈ ਉਹ ਜ਼ਾਹਿਰ ਬਾਤ ਹੈ ਕਿ ਕਿਸੇ ਅਦਾਲਤ ਤੋਂ ਬਗੈਰ ਨਹੀਂ ਹੁੰਦਾ, ਔਰ ਅਦਾਲਤ ਜਿਹੜੀ ਹੈ ਕਿਸੇ ਹਕੂਮਤ ਦੇ ਬਗੈਰ, ਰਿਆਸਤ ਤੋਂ ਬਗੈਰ ਨਹੀਂ ਹੁੰਦੀ। नबी सल्लल्लाहु अलैहि वसल्लम ने भी अदल कायम किया ते रियासत कायम की है। या दाऊद इन्ना जालना का खलीफातन फिल अर्द फहकुम बैन अन्नास बिल हक, वो खलीफा बनया तो हुण उन्होंने अल्लाह कहता कि मामलात हक नाल चलाओ। ये अहमियत। तो जे मुसलमाना दा मुल्क है तो वह अदलो किस्त का निज़ाम कायम ही नहीं हैगा, तो फिर तो यह तागूत का निज़ाम कायम है। और ਜਿਹੜੇ ਮੁਸਲਮਾਨਾਂ ਨੂੰ ਇਹਦੀ ਪਰੇਸ਼ਾਨੀ ਨਹੀਂ ਗੀ, ਉਹ ਇਸ ਨਿਜ਼ਾਮ ਨੂੰ ਬਦਲਣ ਵਾਸਤੇ ਜਿਹੜਾ ਮੌਜੂਦ ਤਾਗੂਤ ਦਾ ਨਿਜ਼ਾਮ ਆ ਉਹਦੀ ਜਗ੍ਹਾ ਸਹੀ ਦੀਨ ਲਿਆਉਣ ਵਾਸਤੇ ਜਦੋਜਹਿਦ ਨਹੀਂ ਕਰਦੇ, ਫਿਕਰ ਨਹੀਂ ਕਰਦੇ, ਸੋਚਦੇ ਨਹੀਂ ਵੀ ਕੋਈ ਕੋਸ਼ਿਸ਼ ਕਰੋ ਨਾ, ਮੌਕੇ ਦੇ ਹਿਸਾਬ ਨਾਲ ਕੋਸ਼ਿਸ਼ ਕਰੋ। ਤੇ ਉਹ ਜਿਹੜਾ ਫਿਰ ਉਹ ਕਸੂਰਵਾਰ ਹੈ।
व इन हकम तफहकुम बैनहुम बिल किस्त, अगर तुसी इन्हां दे दरमियान फैसला करो तो करना है इंसाफ नाल। इन अल्लाह युहिब्बुल मुक़सितीन, इस वास्ते कि अल्लाह सिर्फ ਜਿਹੜੇ इंसाफ ਦੀ ਗੱਲ ਕਰਨ ਵਾਲੇ, इंसाफ ਕਰਨ ਵਾਲੇ, ਉਹਨਾਂ ਨਾਲ ਮੁਹੱਬਤ ਕਰਦਾ ਹੈ। ਤੇ ਫਿਰ ਸਾਡੇ ਨਾਲ ਕਿੱਦਾਂ ਕਰੇਗਾ? ਪਾਕਿਸਤਾਨੀ ਕੌਮ ਨਾਲ ਕਿੱਦਾਂ ਕਰੇਗਾ ਜਦੋਂ ਇੱਥੇ ਉਹ ਅਦਲ ਔਰ इंसाफ, अदल और इंसाफ ਦਾ ਇਹ ਮਤਲਬ ਨਹੀਂ ਕਿ ਪਾਕਿਸਤਾਨੀ ਅਦਾਲਤਾਂ इंसाफ ਦਿੰਦੀਆਂ। क्या अल्लाह ਦਾ ਕਾਨੂੰਨ ਨਾਫਜ਼ ਹੈ? अल्लाह ਦਾ ਨਿਜ਼ਾਮ ਨਾਫਜ਼ ਹੈ? क्या हाकमियत अल्लाह ताला दी मन के कोई कानून साजी अल्लाह उहदे रसूल सल्लल्लाहु अलैहि वसल्लम दे हुक्म दे खिलाफ नहीं हो सकती? उन्होंने चैलेंज हो सकता है, ਉਹਨੂੰ ਜਿਹੜਾ ਨਾ ਉਹ ਖਤਮ ਕੀਤਾ ਜਾਂਦਾ ਵਾ, ਜਾਂ ਚੱਲਣ ਡਿਆ ਸਾਰਾ ਕੁਝ ਹੀ। वकैफ युहक्किमूनक वइंदहुम तौरात, और किदां तुसी वकैफ युहक्किमूनक वइंदहुम तौरात, ਉਹ ਤੁਹਾਡੇ ਕੋਲੋਂ ਕਿਦਾਂ फैसला कराਉਂਦੇ ਆ ਜਦੋਂ ਕਿ ਇਹਨਾਂ ਕੋਲ तौरात मौजूद आ। फीहा हुक्मुल्लाह, ਉਹਦੇ ਵਿੱਚ ਅੱਲਾ ਦਾ ਹੁਕਮ ਮੌਜੂਦ ਹੈ, ਉਹਦੇ ਵਿੱਚ ਸੰਗਸਾਰ ਕਰਨ ਦਾ ਹੁਕਮ ਮੌਜੂਦ ਸੀਗਾ। ਸੁੰਮਾ ਯਤਵੱਲਊਨ ਮਿਨ ਬਾਦ ਜ਼ਾਲਿਕ, ਫਿਰ ਇਹ ਉਸ ਹੁਕਮ ਤੋਂ ਮੂੰਹ ਫੇਰਦੇ ਆ, ਤੌਰਾਤ ਤੋਂ ਮੂੰਹ ਫੇਰਦੇ ਆ, ਤੇ ਇਸ ਵਾਸਤੇ ਤੁਹਾਡੇ ਕੋਲ ਫੈਸਲਾ ਕਰਾਉਣ ਆਉਂਦੇ ਆ। ਵਮਾ ਉਲਾਇਕਾ ਬਿਲ ਮੋਮਿਨੀਨ, ਇਹ ਈਮਾਨ ਲਿਆਉਣ ਵਾਲੇ ਵੀ ਨਹੀਂ, ਇਹਨਾਂ ਦਾ ਤੌਰਾਤ ਦੇ ਉੱਤੇ ਵੀ ਈਮਾਨ ਨਹੀਂ ਹੈਗਾ। ਈਮਾਨ ਹੁੰਦਾ ਤਾਂ ਉਹਦੇ ਮੁਤਾਬਕ ਫੈਸਲਾ ਕਰਦੇ, ਤੇ ਇਹਨਾਂ ਨੇ ਬਾਕੀ ਮੁਸਲਮਾਨ ਵੀ ਇੱਦਾਂ ਦੇ ਲੋਕਾਂ ਨੇ ਨਹੀਂ ਹੋਣਾ। ਐ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਤੁਹਾਡੇ ਤੇ ਵੀ ਈਮਾਨ ਨਹੀਂ ਲਿਆਉਣਾ। ਇੰਨਾ ਅੰਜ਼ਲਨਾ ਤੌਰਾਤ ਫੀਹਾ ਹੁਦਮ ਵ ਨੂਰ, ਅਸੀਂ ਤੌਰਾਤ ਨਾਜ਼ਲ ਕੀਤੀ ਸੀ ਨਾ, ਜਿਹਦੇ ਵਿੱਚ ਇਹ ਫੈਸਲਾ ਹੈ ਸੀ ਜਿਹੜਾ ਇਹਨਾਂ ਨੂੰ ਪਸੰਦ ਨਹੀਂ ਆਇਆ। ਫਰਮਾਇਆ ਇੰਨਾ ਅੰਜ਼ਲਨਾ ਤੌਰਾਤ ਫੀਹਾ ਹੁਦਮ ਵ ਨੂਰ, ਅਸੀਂ ਤੌਰਾਤ ਨਾਜ਼ਲ ਕੀਤੀ ਸੀ, ਜਾਂ ਅਸੀਂ ਤੌਰਾਤ ਨਾਜ਼ਲ ਕੀਤੀ ਹੈ ਜਿਹਦੇ ਵਿੱਚ ਹਦਾਇਤ ਵੀ ਸੀ ਤੇ ਜਿਹੜਾ ਰੋਸ਼ਨੀ ਵੀ ਸੀ। ਯਹकुमु बिहन नबीयून अल्लज़ीना असलमू, और इसे तौरात दे मुताबिक फैसले करते रहे नबी जेड़े खुद भी अल्लाह ताला दे जेड़े खुद अल्लाह ताला दे फरमा बरदार सीगे। नबी जेड़े आ वो फैसले करते रहे इसे तौरात दे मुताबिक। लिल्लज़ीना हादू, यहूदियां दे, यानी नबी खुद भी इस तौरात दे फरमा बरदार सी और यहूदियां दे फैसले वो तौरात दे मुताबिक करते रहे। वर रब्बानीयून वल अहबार, और फिर कई उन्हां तो बाद, नबियां तो बाद जेड़े सच्चे उलमा दरवेश हैं, रब्बानीयून वल अहबार, दरवेश और उलमा, वो भी इसे किताब के मुताबिक ही, तौरात के मुताबिक ही इन्हां दे फैसले करते सी ना। मतलब यह भी अज इन्हां नूं क्यों मुहम्मद और रसूलुल्लाह सल्लल्लाहु अलैहि वसल्लम को आउण दी लोड़ पै गई। बेमस्तहफिजू मिन किताबिल्लाह, इस वास्ते कि वो यानी उन्हां नबियां नूं ते ओ अल्लाह वालियां नूं, दरवेशां नूं, उलमा नूं किताब दी हिफाजत ते मामूर कीता होया सीगा। वो किताब तो जरा इधर उधर नहीं जांदे सी। ते ये तुसीं वेख लो भी अज साडे उलमा जिहड़े आ ना, वो ये गल तो जरूर कहणगे कि उलमा जिहड़े आ वो अंबिया दे वारिस हुंदे आ। ते अंबिया तो किताब दे वारिस हुंदे सीगे, ते किताब दे जरा इधर उधर कोई चीज़ हुंदी सी ते ਉਹ तो फिर जदोजहद करते सी, जिहाद करते सी, किताब दे बरखिलाफ जिहड़ा है वो बर्दाश्त नहीं करते सी। ते तुसीं किदां दे वारिस बन गए बई। वकानू अलैहि शुहदा, और वो खुद ਉਹਦੇ ਉੱਤੇ शुहदा, शहीद, गवाह हुंदे सी, यानी उन्हां ਦੀਆਂ ਜ਼ਿੰਦਗੀਆਂ गवाह ਹੁੰਦੀਆਂ ਸੀ। जिद्दां वो आया ना, कज़ालिका जअलनाकुम उम्मतन वसता लितकूनु शुहदा अलन्नास व यकून रसूलु अलैकुम शहीदा। उन्हां ਦੀਆਂ ਜ਼ਿੰਦਗੀਆਂ ਜਿਹੜੀਆਂ ਉਸ तौरात ਦੇ ਮੁਤਾਬਕ ਹੁੰਦੀਆਂ ਸੀ, उस उन्हां नबियां दियां भी ते अल्लाह वालियां दियां भी, उलमा दियां भी। फला तखशाउन्नास वखशौनी, ते लिहाजा ये लोग जिन्हां दे उलमा भी किताब तो हटे होया ते गां अवाम भी, ते तुसीं इन्हां तो ना डरो, बस मेरे को डरो। वला तश्तरू बिआयाती समनन कलीला,
ਔਰ ਮੇਰੀਆਂ ਆਇਆਤ ਜਿਹੜੀਆਂ ਉਹਨਾਂ ਦੇ ਬਦਲੇ ਦੁਨੀਆ ਦੇ ਮਾਮੂਲੀ ਜਿਹੜੇ ਮਫਾਦਾਤ ਆ ਜਾਂ ਦੁਨੀਆ ਦਾ ਕੋਈ ਫਾਇਦਾ ਉਹਦਾ ਲਿਹਾਜ਼ ਨਾ ਕਰੋ। ਵਮਨ ਲਮ ਯਹਕੁਮ, ਇਹ ਗੱਲ ਕਿਉਂ ਕਹੀ ਗਈ ਭਲਾ? ਇਹ ਇਸ ਵਾਸਤੇ ਕਹੀ ਗਈ, ਮੁਸਲਮਾਨਾਂ ਨੂੰ ਕਹੀ ਗਈ ਕਿ ਤੁਸੀਂ ਜਿਹੜਾ ਨਾ ਉਹ ਕੋਈ ਕਹੋ ਕਿ ਜੀ ਸਾਡੇ ਇਹਨਾਂ ਦੇ ਤਾਲੁਕਾਤ ਖਰਾਬ ਹੋ ਜਾਣਗੇ, ਕੋਈ ਵਿੱਚ ਮਿਲਦਾ ਜੁਲਦਾ ਕੰਮ ਕਰ ਲੈਂਦੇ ਆ, ਨਹੀਂ, ਮੇਰੇ ਕੋ ਡਰੋ। ਔਰ ਮੇਰੀਆਂ ਆਯਾਤ ਤੇ ਇਹ ਦੁਨੀਆ ਦੇ ਕੋਈ ਤਾਲੁਕਾਤ, ਬੇਸ਼ੱਕ ਤਾਲੁਕਾਤ ਦੀ ਹੱਦ ਤੱਕ ਹੀ ਹੈ, ਤੇ ਇਹਨਾਂ ਦੀ ਪਰਵਾਹ ਨਾ ਕਰੋ। ਕਿਉਂ? ਵਮਨ ਲਮ ਯਹਕੁਮ ਬਿਮਾ ਅੰਜ਼ਲ ਅੱਲਾਹ, ਜਿਹੜਾ ਉਹਦੇ ਮੁਤਾਬਕ ਫੈਸਲਾ ਨਹੀਂ ਕਰਦਾ ਜਿਹੜਾ ਅੱਲਾਹ ਤਾਲਾ ਨੇ ਨਾਜ਼ਲ ਕੀਤਾ, ਫਉਲਾਇਕਾ ਹੁਮੁਲ ਕਾਫਿरून, ਤੇ ਉਹ ਜਿਹੜਾ ਨਾ ਉਹ ਫਿਰ ਅੱਲਾਹ ਤਾਲਾ ਦੇ ਨਜ਼ਦੀਕ ਤੇ ਕਾਫਰ ਹੈ। ਲਿਹਾਜ਼ਾ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਕਿਹਾ ਕਿ ਤੁਸੀਂ ਤੇ ਫੈਸਲਾ ਅਗਰ ਕਰਨਾ ਤਾਂ ਤੁਹਾਡਾ ਫੈਸਲਾ ਇਨਸਾਫ ਨਾਲ ਹੀ ਹੋਣਾ ਚਾਹੀਦਾ, ਅਦਲ ਨਾਲ ਹੀ ਹੋਣਾ ਚਾਹੀਦਾ, ਅੱਲਾਹ ਤਾਲਾ ਦੇ ਹੁਕਮ ਦੇ ਮੁਤਾਬਕ ਹੋਣਾ ਚਾਹੀਦਾ। ਕਿਉਂਕਿ ਜਿਹੜਾ ਅੱਲਾਹ ਤਾਲਾ ਦੇ ਅਹਿਕਾਮ ਦੇ ਮੁਤਾਬਕ ਫੈਸਲਾ ਨਹੀਂ ਕਰਦਾ ਉਹ ਕਾਫਰ ਹੈ। ਤੇ ਅਗਰ ਇੱਕ ਰਿਆਸਤ ਦੇ ਵਿੱਚ ਹੀ ਅੱਲਾਹ ਤਾਲਾ ਦੇ ਅਹਿਕਾਮ ਦੇ ਮੁਤਾਬਕ ਫੈਸਲੇ ਨਹੀਂ ਹੁੰਦੇ ਤੇ ਫਿਰ ਰਿਆਸਤ ਤਾਗੂਤ ਹੈ। ਵਕਤਬਨਾ ਅਲੈਹਿਮ ਫੀਹਾ ਅਨ ਨਫਸ ਬਿਨਫਸ, ਔਰ ਅਸੀਂ ਉਹਨਾਂ ਵਾਸਤੇ ਇਹ ਗੱਲ ਲਿਖ ਦਿੱਤੀ ਸੀ ਕਿ ਜਾਨ ਦੇ ਬਦਲੇ ਜਾਨ, ਕਿਸੇ ਨੂੰ ਮਾਰਿਆ ਗਿਆ ਤਾਂ ਉਹਦੇ ਬਦਲੇ 'ਚ ਉਹਨੂੰ ਮਾਰਿਆ ਜਾਏਗਾ। ਵਲ ਐਨ ਬਿਲ ਐਨ, ਅੱਖ ਦੇ ਬਦਲੇ ਅੱਖ ਕੱਢੀ ਜਾਏਗੀ। ਵਲ ਅਨਫਾ ਬਿਲ ਅਨਫ, ਨੱਕ ਵੱਢਿਆ ਤੇ ਨੱਕ ਦੇ ਬਦਲੇ ਨੱਕ ਹੀ ਵੱਢਿਆ ਜਾਏਗਾ। ਵਲ ਉਜ਼ੁਨ ਬਿਲ ਉਜ਼ੁਨ, ਕੰਨ ਵੱਢਿਆ ਤੇ ਕੰਨ ਦੇ ਬਦਲੇ ਕੰਨ ਹੀ ਵੱਢਿਆ ਜਾਏਗਾ। ਵਸਿਨ ਬਿਸਿਨ, ਦੰਦ ਦੇ ਬਦਲੇ ਦੰਦ ਤੋੜਿਆ ਜਾਏਗਾ। ਵਲ ਜੁਰੂਹਾ ਕਿਸਾਸ, ਔਰ ਜਿੱਦਾਂ ਦਾ ਜ਼ਖਮ ਹੋਣਗੇ ਉਦਾਂ ਦਾ ਬਦਲਾ ਹੋਏਗਾ। ਫਮਨ ਤਸੱਦਕ ਬਿਹੀ ਫਹੁਵ ਕਫਾਰਤੁल्लाह, ਤੇ ਜਿਹਨੇ ਮਾਫ ਕਰ ਦਿੱਤਾ, ਯਾਨੀ ਅਗਰ ਕੋਈ ਕਿਸੇ ਬੰਦੇ ਨੇ ਮਾਫ ਕਰਨਾ ਆਪਣੀ ਆਜ਼ਾਦ ਮਰਜ਼ੀ ਨਾਲ, ਇਹ ਨਹੀਂ ਕਿਸੇ ਦਬਾਓ ਨਾ, ਹਕੂਮਤੀ ਦਬਾਓ ਨਾ, ਥਾਣੇ ਵਾਲੇ ਜ਼ਬਰਦਸਤੀ ਪ੍ਰੈਸ਼ਰ ਪਾ ਕੇ ਕਹਿਣ ਸੁਲ੍ਹਾ ਕਰ ਲਾ ਜ਼ਾਲਮ ਦੇ ਨਾਲ, ਇੱਦਾਂ ਨਹੀਂ। ਤੇ ਅਗਰ ਉਹ ਕੋਈ ਮਾਫ ਕਰ ਦੇਗਾ ਤਾਂ ਅੱਲਾ ਉਹਦੇ ਵਾਸਤੇ ਕੁਫਾਰਾ ਬਣਾ ਦੇਗਾ। ਯਾਨੀ ਕਿਸੇ ਆਦਮੀ ਨੇ ਕਿਸੇ ਦਾ ਕੰਨ ਵੱਢ ਦਿੱਤਾ, ਦੰਦ ਤੋੜ ਦਿੱਤਾ, ਉਹਨੇ ਅੱਲਾ ਵਾਸਤੇ ਮਾਫ ਕਰ ਦਿੱਤਾ, ਚਲੋ ਯਾਰ ਹੈਂ, ਅੱਲਾ ਉਹਦੇ ਗੁਨਾਹ ਮਾਫ ਕਰ ਦੇਗਾ, ਅੱਲਾ ਉਹਨੂੰ ਕੋਈ ਹੋਰ ਸ਼ਾਨ ਦੇ ਦੇਗਾ, ਉਹ ਇਹ ਸਦਕਾ ਬਣ ਜਾਏਗਾ। ਵਮਨ ਲਮ ਯਹਕੁਮ ਬਿਮਾ ਅੰਜ਼ਲ ਅੱਲਾਹ, ਤੇ ਜਿਹੜੇ ਵੀ ਫੈਸਲੇ ਨਹੀਂ ਕਰਦੇ ਉਸ ਦੇ ਮੁਤਾਬਕ ਜੋ ਅੱਲਾ ਨੇ ਨਾਜ਼ਲ ਕੀਤਾ, ਯਾਨੀ ਅੱਲਾ ਨੇ ਆਹ ਦੱਸਿਆ ਨਾ ਕਿ ਦੰਦ ਦੇ ਬਦਲੇ ਦੰਦ, ਕੰਨ ਦੇ ਬਦਲੇ ਕੰਨ, ਜਾਨ ਦੇ ਬਦਲੇ ਜਾਨ। ਫਉਲਾਇਕਾ ਹੁਮ ਜ਼ਾਲਿਮੂਨ, ਉਹ ਜ਼ਾਲਮ ਹੈ। ਯਾਨੀ ਉਹ ਕਿਤਾਬ ਵਾਲੇ, ਉਹ ਭਾਵੇਂ ਕੁਰਾਨ ਵਾਲੇ ਹੋਣ, ਭਾਵੇਂ ਤੌਰਾਤ ਵਾਲੇ ਹੋਣ, ਤੇ ਭਾਵੇਂ ਉਹ ਜ਼ਬੂਰ ਇੰਜੀਲ ਕਿਸੇ ਕਿਤਾਬ ਵਾਲੇ ਹੋਣ, ਜਿਨ੍ਹਾਂ ਕੋ ਅੱਲਾ ਦੀ ਕਿਤਾਬ ਹੈਗੀ ਹੈ, ਫਿਰ ਉਹ ਕਿਤਾਬ ਦੇ ਮੁਤਾਬਕ ਫੈਸਲੇ ਨਹੀਂ ਕਰਦੇ। ਤੇ ਆਇਤ ਨੰਬਰ 44 'ਚ ਫਰਮਾਇਆ ਕਿ ਫਉਲਾਇਕਾ ਹੁਮੁਲ ਕਾਫਿरून। ਹੁਣ ਇੱਥੇ ਆ ਕੇ ਆਇਤ ਨੰਬਰ 45 'ਚ ਫਰਮਾਇਆ ਫਉਲਾਇਕਾ ਹੁਮੁਜ਼ ਜ਼ਾਲਿਮੂਨ, ਇਹ ਕਿਤਾਬ ਨੂੰ ਮੰਨਣ ਦੇ ਬਾਵਜੂਦ ਜ਼ਾਲਮ ਹੈ। ਵਕਫੈਨਾ ਅਲਾ ਆਸਾਰਿਹਿਮ ਬਿਈਸਾ ਇਬਨ ਮਰੀਮ, ਔਰ ਇਸੇ ਦੇ ਪਿੱਛੇ ਅਸੀਂ ਭੇਜਿਆ ਈਸਾ ਇਬਨ ਮਰੀਮ अलैहिस्सलाम ਨੂੰ ਵੀ, ਮੁਸੱਦਿਕਨ ਲਿਮਾ ਬੈਨ ਯਦੈਹਿ ਮਿਨ ਤੌਰਾਤ, ਔਰ ਉਹ ਵੀ ਤਸਦੀਕ ਕਰਨ ਵਾਲੇ ਸੀ ਜਿਹੜੀ ਉਹਨਾਂ ਕੋਲ ਤੌਰਾਤ ਸੀ ਉਹਦੀ। ਯਾਨੀ ਈਸਾ अलैहिस्सलाम ਨੂੰ ਇੰਜੀਲ ਦਿੱਤੀ ਸੀ ਤੇ ਉਹ ਤੌਰਾਤ ਦੀ ਨਫੀ ਨਹੀਂ ਕਰਦੇ ਸੀ, ਬਲਕਿ ਤੌਰਾਤ ਦੇ ਅਹਿਕਾਮਾਤ ਜਿਹੜੇ ਆ ਉਹਨਾਂ ਤੇ ਵੀ ਲਾਗੂ ਸੀਗੇ। ਈਸਾ अलैहिस्सलाम ਨੇ ਇਹ ਗੱਲ ਆਪਣੀ ਉਹ ਕੌਮ ਨੂੰ ਕਹੀ ਸੀ ਕਿ ਤੁਸੀਂ ਇਹ ਨਾ ਸਮਝੋ ਕਿਉਂਕਿ ਤੌਰਾਤ ਜਿਹੜਾ ਉਹ ਅਸਲ ਕਾਨੂੰਨ ਹੈ, ਮੈਂ ਕਾਨੂੰਨ ਨੂੰ ਖ਼ਤਮ ਕਰਨ ਨਹੀਂ ਆਇਆ, ਤੁਸੀਂ ਸਮਝੋ ਕਿ ਮੈਂ ਆ ਗਿਆ ਤਾਂ ਹੁਣ ਤੁਸੀਂ ਸ਼ਰੀਅਤ ਦੇ ਪਾਬੰਦ ਨਹੀਂ ਰਹੇ, ਕਿਉਂਕਿ ਸ਼ਰੀਅਤ ਜਿਹੜੀ ਆ ਉਹ ਮੂਸਾ अलैहिस्सलाम ਵਾਲੀ ਹੈ, ਉਹੀ ਈਸਾਈਆਂ ਦੀ ਸ਼ਰੀਅਤ ਹੈ। व आतैनाहुल इंजील, ਤੇ ਅਸੀਂ ਉਹਨਾਂ ਨੂੰ ਇੰਜੀਲ ਵੀ ਦਿੱਤੀ ਸੀ ਈਸਾ अलैहिस्सलाम। ਫੀਹ ਹੁਦਮ व ਨੂਰ, ਉਹਦੇ ਵਿੱਚ ਵੀ ਹਦਾਇਤ ਵੀ ਸੀ ਔਰ ਰੋਸ਼ਨੀ ਵੀ ਸੀ। ਜਿੱਦਾਂ ਕਹਿੰਦੇ ਨਾ ਅੰਧੇਰੇ ਦੇ ਵਿੱਚ ਬੰਦੇ ਨੂੰ ਨਜ਼ਰ ਨਹੀਂ ਆਉਂਦਾ, ਰੋਸ਼ਨੀ ਦੇ ਵਿੱਚ
ਉਹਨੂੰ ਰਹਿਨਮਾਈ ਮਿਲਦੀ ਆ। व मुसद्दिक़न लिमा बैना यदैहि मिन तौरात, और ਉਹ ਇੰਜੀਲ ਵੀ ਤਸਦੀਕ ਕਰਨ ਵਾਲੀ ਸੀ ਜਿਹੜੀ ਉਹਨਾਂ ਕੋਲ ਪਹਿਲੇ ਤੌਰਾਤ ਮੌਜੂਦ ਸੀ ਉਹਦੀ। व हुदम व मौइज़तन लिलमुत्तकीन, और ਉਹ ਇੰਜੀਲ ਵੀ ਜਿਹੜੀ ਆ ਹਦਾਇਤ ਸੀ, ਨਸੀਹਤ ਸੀ ਜਿਹੜੇ ਵੀ ਬਚਣਾ ਚਾਹੁੰਦੇ ਆ ਉਹਨਾਂ ਵਾਸਤੇ। ਮੁੱਤਕੀਨ ਜਿਹੜੇ ਬਚਣਾ ਚਾਹੁੰਦੇ ਆ, ਜਿੱਦਾਂ ਕੁਰਾਨ ਦੇ ਬਾਰੇ ਫਰਮਾਇਆ ਨਾ ਕਿ ਅਲਿਫ ਲਾਮ ਮੀਮ ਜ਼ਾਲਿਕਲ ਕਿਤਾਬੁ ਲਾ ਰੈਬ ਫੀਹ ਹੁਦਲ ਲਿਲ ਮੁੱਤਕੀਨ, ਜਿਹੜੇ ਬਚਣਾ ਚਾਹੁੰਦੇ ਆ। ਜਿਹੜੇ ਬਚਣਾ ਨਹੀਂ ਚਾਹੁੰਦੇ ਉਹ ਭਾਵੇਂ ਇਲਮ ਜਿੰਨਾ ਮਰਜ਼ੀ ਹਾਸਲ ਕਰ ਲੈਣ। ਵਲ ਯਹਕੁਮ ਅਹਲੁਲ ਇੰਜੀਲ ਬਿਮਾ ਅੰਜ਼ਲੱਲਾਹੁ ਫੀਹ, ਤੇ ਚਾਹੀਦਾ ਹੈ ਕਿ ਜਿਹੜੇ ਇੰਜੀਲ ਵਾਲੇ ਆ ਉਹ ਜਿਹੜਾ ਨਾ ਉਹ ਫੈਸਲਾ ਆਪਣੇ ਕਰਿਆ ਕਰਨ ਇੰਜੀਲ ਦੇ ਮੁਤਾਬਕ। ਯਾਨੀ ਉਹ ਇੰਜੀਲ ਤੇ ਈਮਾਨ ਲਾਉਂਦੇ ਆ ਤੇ ਫਿਰ ਉਹਨਾਂ ਨੂੰ ਇੰਜੀਲ ਦੇ ਮੁਤਾਬਕ ਕਰਨਾ ਚਾਹੀਦਾ। ਯਾਨੀ ਮੁਸਲਮਾਨ ਤੇ ਹੋਣ ਤਾਂ ਫਿਰ ਕੁਰਾਨ ਦੇ ਮੁਤਾਬਕ ਹੋਣ ਤੇ ਇੰਜੀਲ ਦੇ ਮੁਤਾਬਕ ਫੈਸਲੇ ਕਰਿਆ ਕਰਨ। ਵਮਨ ਲਮ ਯਹਕੁਮ ਬਿਮਾ ਅੰਜ਼ਲੱਲਾਹ, ਕਿਉਂਕਿ ਜਿਹੜਾ ਵੀ ਉਹਦੇ ਮੁਤਾਬਕ ਫੈਸਲਾ ਨਹੀਂ ਕਰਦਾ ਜਿਹੜਾ ਅੱਲਾਹ ਤਾਲਾ ਨੇ ਨਾਜ਼ਲ ਕੀਤਾ ਹੈ, ਫਉਲਾਇਕਾ ਹੁਮੁਲ ਫਾਸਿਕੂਨ, ਇਹ ਹੀ ਫਾਸਕ ਹੈ। ਯਾਨੀ ਆਇਤ ਨੰਬਰ 47 ਦੇ ਵਿੱਚ ਇਹ ਗੱਲ ਆ ਕੇ ਦੱਸ ਦਿੱਤੀ। ਪਿੱਛੇ ਜ਼ਰਾ ਇਹਨਾਂ ਗੱਲਾਂ ਨੂੰ ਦੇਖ ਲੈਂਦੇ ਹਾਂ ਕਿ ਆਇਤ ਨੰਬਰ 44 ਚ ਫਰਮਾਇਆ ਕਿ ਜਿਹੜੇ ਕਿਤਾਬ ਦੇ ਮੁਤਾਬਕ ਫੈਸਲੇ ਨਹੀਂ ਕਰਦੇ, ਭਾਵੇਂ ਉਹ ਕਿਤਾਬ ਨੂੰ ਮੰਨਦੇ ਆ, ਫੈਸਲੇ ਨਹੀਂ ਕਰਦੇ, ਉਹ ਕਾਫਰ ਹੈ। ਔਰ ਜਿਹੜੇ ਕਿਤਾਬ ਦੇ ਮੁਤਾਬਕ ਫੈਸਲੇ ਨਹੀਂ ਕਰਦੇ, ਜੇ ਆਇਤ ਨੰਬਰ 45 ਚ, ਇਹ ਪਿਛਲਾ 44 ਸੀ, ਇਹ 45 ਚ ਫਰਮਾਇਆ, ਉਹੋ ਹੀ ਜ਼ਾਲਮ ਹੈ। ਹੁਣ ਆਇਤ ਨੰਬਰ 47 ਚ ਫਰਮਾਇਆ ਕਿ ਜਿਹੜੇ ਅੱਲਾਹ ਤਾਲਾ ਦੀ ਕਿਤਾਬ ਦੇ ਮੁਤਾਬਕ ਫੈਸਲੇ ਨਹੀਂ ਕਰਦੇ ਔਰ ਕਿਤਾਬ ਨੂੰ ਮੰਨਦੇ ਵੀ ਆ, ਉਹੋ ਹੀ ਫਾਸਿਕ ਹੈ। ਫਉਲਾਇਕਾ ਹੁਮੁਲ ਫਾਸਿਕੂਨ। ਇਹ ਸਮਝਾਇਆ ਜਾ ਰਿਹਾ ਨਬੀ ਸੱਲੱਲਾਹੁ ਅਲੈहि ਵਸੱਲਮ ਦੇ ਜ਼ਰੀਏ ਮੁਸਲਮਾਨਾਂ ਨੂੰ ਕਿ ਤੁਸੀਂ ਹੁਣ ਪਾਬੰਦ ਹੋ ਗਏ ਹੋ ਇਸ ਕੁਰਾਨ ਦੇ। ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਵੀ ਇਸ ਕੁਰਾਨ ਤੋਂ ਹਟ ਕੇ ਫੈਸਲਾ ਨਹੀਂ ਕਰ ਸਕਦੇ, ਨਹੀਂ ਕਰਦੇ, ਤੇ ਨਾ ਤੁਸੀਂ ਕਰ ਸਕਦੇ ਹੋ। ਬਲਕਿ ਨਬੀ ਸੱਲੱਲਾਹੁ ਅਲੈहि ਵਸੱਲਮ ਨੇ ਖੁਦ ਫਰਮਾਇਆ, ਇਨ ਅਤਬਿਉ ਇਲਾ ਮਾ ਯੂਹਾ ਇਲੈਯ, ਮੈਂ ਖੁਦ ਤਾਬਿਆਂ ਜਿਹੜੀ ਮੇਰੇ ਵੱਲ ਵਹੀ ਹੁੰਦੀ ਆ। ਵਾਂਜ਼ਲਨਾ ਇਲੈਕਲ ਕਿਤਾਬ ਬਿਲ ਹਕ, ਹੈ ਮੁਹੰਮਦ ਸੱਲੱਲਾਹੁ ਅਲੈहि ਵਸੱਲਮ, ਅਸੀਂ ਤੁਹਾਡੇ ਵਾਲੇ ਸੱਚੀ ਕਿਤਾਬ ਨਾਜ਼ਲ ਕਰ ਦਿੱਤੀ ਹੈ। ਹਾਂ, ਇੱਥੇ ਇਹ ਗੱਲ ਸੋਚਣੀ ਚਾਹੀਦੀ ਹੈ ਨਾ ਕਿ ਭਈ ਫਿਰ ਸਾਡੇ ਮੁਲਕ ਦਾ ਕੀ ਬਣੂਗਾ, ਸਾਡਾ ਕੀ ਬਣੂਗਾ, ਸਾਡੇ ਮਾਸ਼ਰੇ ਦਾ ਕੀ ਬਣੂਗਾ, ਅਸੀਂ ਕਿਸ ਖਾਤੇ 'ਚ ਹਾਂ। ਇਹ ਫਿਰ ਕੋਸ਼ਿਸ਼ ਕਰਾਂਗੇ ਔਰ ਇਹ ਕੋਸ਼ਿਸ਼ ਕਰਨਗੇ, ਅਸੀਂ ਨਹੀਂ ਕਰਾਂਗੇ, ਕੋਈ ਹੋਰ ਕਰੇਗਾ, ਔਰ ਇਨਸ਼ਾਅੱਲਾ ਕਿਆਮਤ ਤੋਂ ਪਹਿਲੇ ਅੱਲਾਹ ਦਾ ਦੀਨ ਪੂਰੀ ਜ਼ਮੀਨ ਤੇ ਗਾਲਿਬ ਹੋਏਗਾ। ਵਾਂਜ਼ਲਨਾ ਇਲੈਕਲ ਕਿਤਾਬ ਬਿਲ ਹਕ, ਹੈ ਮੁਹੰਮਦ ਸੱਲੱਲਾਹੁ ਅਲੈहि ਵਸੱਲਮ, ਅਸੀਂ ਜਿਹੜੀ ਕਿਤਾਬ ਤੁਹਾਡੇ ਵੱਲ ਨਾਜ਼ਲ ਕੀਤੀ ਹੈ ਬਿਲਕੁਲ ਸੱਚ ਹੈ, ਹੱਕ। ਮੁਸੱਦਿਕਨ ਲਿਮਾ ਬੈਨਾ ਯਦੈਹਿ ਮਿਨਲ ਕਿਤਾਬ, ਔਰ ਇਹ ਤਸਦੀਕ ਕਰਦੀ ਹੈ ਜਿਹੜੀ ਤੁਹਾਡੇ ਕੋਲ ਪਹਿਲੇ ਕਿਤਾਬ ਜਾਂ ਕਿਤਾਬਾਂ ਮੌਜੂਦ ਆ, ਤੌਰਾਤ ਇੰਜੀਲ ਮੌਜੂਦ ਹੈ, ਇਹ ਉਹਨਾਂ ਦੀ ਵੀ ਤਸਦੀਕ ਕਰਦੀ ਹੈ ਕੁਰਾਨ ਜਿਹੜਾ। ਲੇਕਿਨ ਵਾ ਮੁਹੈਮਿਨਨ ਅਲੈਹਿ, ਇਹ ਉਹਨਾਂ ਦੇ ਉੱਤੇ ਨਿਗਰਾਨ ਹੈ। ਉਹ ਕਿਤਾਬਾਂ ਜਿਹੜੀਆਂ ਨਾ ਉਹ ਇਹਦੇ ਕਿਸੇ ਹੁਕਮ ਨੂੰ ਬਦਲ ਨਹੀਂ ਸਕਦੀਆਂ, ਇਹ ਉਹਨਾਂ ਦੇ ਉੱਤੇ ਨਿਗਰਾਨ ਆ, ਉਹਨਾਂ ਤੋਂ ਵਾਧੂ ਆ। ਫਹਕੁਮ ਬੈਨਹੁਮ ਬਿਮਾ ਅੰਜ਼ਲੱਲਾਹ, ਇਹ ਲੇਟੈਸਟ ਆ, ਦੂਸਰੇ ਲਫ਼ਜ਼ਾਂ 'ਚ ਕਹਿ ਲਓ। ਫਹਕੁਮ ਬੈਨਹੁਮ ਬਿਮਾ ਅੰਜ਼ਲੱਲਾਹ, ਤੇ ਤੁਸੀਂ ਇਹਨਾਂ ਦੇ ਦਰਮਿਆਨ ਫੈਸਲਾ ਕਰੋ ਜਿਹੜਾ ਅੱਲਾਹ ਨੇ ਨਾਜ਼ਲ ਕੀਤਾ। ਇਹ ਜਿਹੜੀ ਵਾਧੂ ਕਿਤਾਬ ਨਾਜ਼ਲ ਕੀਤੀ ਹੈ ਨਾ, ਇਹਦੇ ਮੁਤਾਬਕ ਤੁਸੀਂ ਫੈਸਲਾ ਕਰਨਾ ਵਾ। ਵਾਧੂ ਕਿਤਾਬ ਕਿਹੜੀ ਹੈ? ਕੁਰਾਨ, ਜਿਹੜੀ ਤੌਰਾਤ, ਜ਼ਬੂਰ, ਇੰਜੀਲ ਪੁਰਾਣੀਆਂ ਕਿਤਾਬਾਂ ਤੋਂ ਹੁਣ ਲੇਟੈਸਟ ਹੈ, ਵਾਧੂ ਕਿਤਾਬ ਹੈ, ਉੱਚੀ ਕਿਤਾਬ ਹੈ, ਮੁਹੈਮਿਨਨ। ਵਲਾ ਤਤਬਿ ਅਹਵਾਹੁਮ ਅम्मा ਜਾਅਕ ਮਿਨਲ ਇਲਮ, ਔਰ ਤੁਸੀਂ ਇਹਨਾਂ ਦੇ ਪੈਰਵੀ ਨਹੀਂ ਕਰਨੀ, ਮਤਲਬ ਇਹ ਇਹਨਾਂ ਦੀ ਖਾਹਿਸ਼ਾਤ ਦਾ ਲਿਹਾਜ਼ ਨਹੀਂ ਕਰਨਾ ਜਦੋਂ ਤੁਹਾਡੇ ਕੋਲ ਇਹ ਹੱਕ ਆ ਗਿਆ, ਅਲ ਇਲਮ ਆ ਗਿਆ। ਲਿਕੁਲ ਜਾਲਨਾ ਮਿਨਕੁਮ ਸ਼ਿਰਅਤਨ व ਮਿਨਹਾਜਾ, ਔਰ ਤੁਹਾਡੇ ਵਿੱਚੋਂ ਹਰ ਇੱਕ ਵਾਸਤੇ ਅਸੀਂ ਸ਼ਰੀਅਤ ਵੀ ਔਰ ਤਰੀਕਾ ਵੀ ਜਿਹੜਾ ਨਾ ਉਹ ਮੁਕਰਰ ਕੀਤਾ ਹੋਇਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਸ਼ਰੀਅਤ ਤੇ ਅਮਲ ਕਰਨਾ। ਵਲੋ ਸ਼ਾਅ ਅੱਲਾਹੁ ਲਜਅਲਕੁਮ ਉਮਤਨ ਵਾਹਿਦਾ, ਅੱਲਾਹ ਚਾਹੁੰਦਾ ਤੇ ਤੁਹਾਨੂੰ ਇੱਕ ਹੀ ਉਮਤ ਬਣਾ ਦਿੰਦਾ। ਵਲਾਕਿਨ ਲਿਯਬਲਵਕੁਮ ਫੀਮਾ ਆਤਾਕੁਮ, ਲੇਕਿਨ ਅੱਲਾਹ ਤਾਲਾ ਨੇ ਤੁਹਾਨੂੰ ਜੋ ਕੁਛ ਦਿੱਤਾ ਇਹਦੇ ਨਾਲ ਤੁਹਾਡੀ ਆਜ਼ਮਾਇਸ਼ ਕਰ ਲਈ ਕਿ ਕੌਣ ਜਿਹੜਾ
वो अपने बस उस फिरके ते चलदा है कि बस जी असी ते मूसा दे मनण वाले ते असी ईसा दे मनण वाले हाँ ते असी जिहड़ा ना वो नहीं ईमान लिया सकदे हैं, या असी इसहाक अलैहिस्सलाम दी औलाद हाँ ते असी नहीं इस्माईल अलैहिस्सलाम दी औलाद दे किसी पैगंबर ते ईमान लिया सकदे। असी बरेलवी हाँ ते असी देवबंदी हाँ ते असी किसी अहले हदीस दी गल नहीं मान सकदे, और अहले हदीस कहंदा कि मैं जिहड़ा किसी देवबंदी दी गल नहीं मान सकदा, भावें वो हक होवे ते भावें सच होवे ते भावें कुरान दे मुताबिक होवे। फस्ताबिकुल खैरात, लिहाजा नेकियां दी तरफ बढ़ो, इलल्लाह मर्जिउकुम जमीया, और तुसी सब ने अल्लाह ताला दी तरफ ही मुड़ के आ जाना। फयुनब्बिउकुम बिमा कुंतुम फीहि तख्तलिफून, और फिर उस वेले मैं दस देवांगा ਜਿਹੜੇ ਵੀ ਤੁਹਾਡੇ ਵਿੱਚ ਇਖਤਲਾਫ ਸੀਗੇ, ਜਿਹੜੇ ਦਲਾਇਲ ਦਿੰਦੇ ਸੀ ਯਹੂਦੀ ਈਸਾਈ ਮੁਸਲਮਾਨਾਂ ਦੇ ਮੁਕਾਬਲੇ 'ਚ, ਜਾਂ ਫਿਰ ਜਿਹੜੇ ਦਲਾਇਲ ਇੱਥੇ ਬਰੇਲਵੀ ਦਿੰਦੇ ਆ ਜਾਂ ਦੇਵਬੰਦੀ ਦਿੰਦੇ ਆ ਜਾਂ ਅਹਿਲੇ ਹਦੀਸ ਦਿੰਦੇ ਇੱਕ ਦੂਏ ਦੇ ਖਿਲਾਫ, ਅੱਲਾ ਫਿਰ ਉੱਥੇ ਦੱਸਦਾ ਹੈਗਾ ਵਾ ਨਿਹਕੁਮ ਬੈਨਹੁਮ ਬਿਮਾ ਅੰਜ਼ਲ ਅੱਲਾਹ, ਔਰ ਐ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਇਹਨਾਂ ਦੇ ਦਰਮਿਆਨ ਤੁਸੀਂ ਫੈਸਲਾ ਕਰਨਾ ਵਾ ਬਿਮਾ ਅੰਜ਼ਲ ਅੱਲਾਹ, ਜੋ ਅੱਲਾ ਨੇ ਨਾਜ਼ਲ ਕੀਤਾ। यानी तुसी ये यहूदियां दी हुण गल नहीं हो रही, यानी तुसी ईमान वालियां दे फैसले करने आ ते इहदे मुताबिक करने जिहड़ा अल्लाह ने नाज़िल कीता। वला तत्तबि अहवाहुम, और उन्हां दी ख्वाहिश जिहड़ा ना ओहदा लिहाज नहीं करना कि कोई कोई ख्वाहिश करे कि जी कुरान दे मुताबिक ना होवे, कोई होर मतलब है कि रस्ता निकल जावे। वाहज़रहुम, और तुसी इन्हां तो होशियार रहना हैं, आई यफ्तिनूना का अंबाज मा अंज़ल अल्लाहु इलैक, कि ये तुहानू जिहड़ा ਉਹ ਕੀ ਕਹਿੰਦੇ ਹੁੰਦੇ ਆ ਤਿਲਕਾ ਦੇਣ ਜਾਂ ਫਿਸਲਾ ਦੇਣ, ਜਿਹੜਾ ਅੱਲਾ ਨੇ ਨਾਜ਼ਲ ਕੀਤਾ ਉਹਦੇ ਤੋਂ। ਯਾਨੀ ਅੱਲਾਹ ਤਾਲਾ ਨੇ ਤੇ ਜਿਹੜਾ ਹੁਕਮ ਨਾਜ਼ਲ ਕੀਤਾ ਤੁਸੀਂ ਤੁਹਾਨੂੰ ਇਸ ਤਰ੍ਹਾਂ ਮੋਟੀਵੇਸ਼ਨ ਦੇਣ ਜਾਂ ਤੁਹਾਨੂੰ ਇੱਦਾਂ ਤਲਕਾਣ ਕਿ ਤੁਸੀਂ ਉਹਦੇ ਬਗੈਰ ਕਿਸੇ ਹੋਰ ਤਰ੍ਹਾਂ ਦਾ ਫੈਸਲਾ ਦੇ ਦਿਓ। ਫੈਨ ਤਵੱਲਊ, ਫਿਰ ਅਗਰ ਇਹ ਤੁਹਾਡਾ ਫੈਸਲਾ ਨਹੀਂ ਮੰਨਦੇ, ਮੂੰਹ ਮੋੜਨ, ਫਾਲਮ अन्नमा युरीदुल्लाहु अन युसीबहुम बिबाज़ ज़ुनूबिहिम, तो फिर समझ लो कि अल्लाह ताला हुण इन्हां दे किसी जुर्म दी या इन्हां दे जुर्मां दी अल्लाह इन्हां नूं कोई सज़ा देना चाहुंदा है। यानी जिद्दां कहंदा भी फिर इन्हां दी बद नसीबी जिहड़ी है वो लिखी जा चुकी है। फालम अन्नमा युरीदुल्लाहु अन युसीबहुम बिबाज़ ज़ुनूबिहिम, कि अल्लाह ताला फिर इन्हां दे बाज़ कोई कीते ऐसे गुनाह वा जिन्हां दी हुण सज़ा देना चाहता है। व इन्ना कसीरा मिनन नास लफासिकून, और बेशक अक्सर लोगों दे विचों फासिक लोग है और इदां ही चाहते हैं कि अल्लाह की किताब के मुताबिक ना ही चलीए, ना ही उहदे मुताबिक शरीयत बने ते ना उहदे मुताबिक फैसले होण। आफा हुक्मुल जाहिलियत यबगून, ते क्या ये लोग जिहड़े आ जाहलीयत दे फैसले चाहते हैं, अल्लाह की किताब तो हट के जिहड़ा फैसला चाहता, तो फरमाया क्या ये जाहलीयत का फैसला चाहते हैं। वमन अहसन मिनल्लाहि हुक्मन लिकौमिन यूकिनून, और जेड़ी कौम यकीन रखन वाली है, जेड़े लोग यकीन रखन वाले आ अल्लाह दे उत्ते, अल्लाह दी किताब दे उत्ते, उन्हां वास्ते इदू चंगा फैसला हो ही नहीं सकता जेड़ा अल्लाह दी किताब दे मुताबिक हो गया। तो यदा मतलब है यकीन ही नहीं रखते, जेडे फैसले नहीं करते। हुण अगर असी अपने मुल्क दे समझिए कि बई इत्थे अल्लाह का निज़ाम क्यों नाफिज नहीं हुंदा, ये पसंद नहीं करते, लोग पसंद नहीं करते, हुक्मरान पसंद नहीं करते, अवाम पसंद नहीं करते, सियासतदान पसंद नहीं करते। या अय्युहल्लज़ीना आमनू, ऐ ईमान वालिओ, ला तत्तखिज़ुल यहूदा वन नसारा औलिया, ये यहूदियां ते ईसाइयां नू दोस्त नहीं बनाना। बादहुम औलिया बाद, ये एक दूसरे दे बेली है, यहूदी ईसाई एक दूसरे दे बेली है, एक दूसरे दे विचों ही आ। व मन यतवल्लहुम मिनकुम फइन्नहु मिनहुम, जिन्हें भी तुहाडे विचों ये यहूदियां ते ईसाइयां नू बेली बनाया, दोस्त बनाया, ते ओ फिर उन्हां दे विचों ही शुमार कर लिया जाएगा। वो फिर भावें उन्हें कलमा पढ़िया तो भावें मुसलमान है, तो वह फिर हुण अल्लाह ने माफ़ी दे दी होवे तो दे दी होवे, लेकिन मैनू तो बहरहाल इस गल का तुसीं समझ लो
अल्लाह के मुकाबले ते मैं कोई शै नहीं हैगा ना। लेकिन ज़ाहिरन परवेज़ मुशर्रफ का अंजाम जिहड़ा है वो यहूदियां ईसाइयां नाल ही होवेगा। लेकिन जे बिलफरज उन्हें माफ़ी मंग लई है या फिर अल्लाह ताला खुद माफ़ करता, अल्लाह का इख्तियार है, वो एक दूसरी गल है। लेकिन जो कुछ उन्हें किया ये मुताबिक तो वो पक्का ठक्का जिहड़ा ना निकल गया। इन अल्लाह ला यहदिल कौमल ज़ालिमीन, और बेशक अल्लाह ताला जिहड़ा वो ज़ालिमां नूं जिहड़ा ना वो हदायत नहीं दिंदा। फतर लज़ीना फी कुलूबिहिम मरज़, और तुसी देखोगे वो लोग जिन्हां दे दिलां विच मरज़ पैदा हो गया, जिन्हां दे दिलां च रोग पैदा हो जांदा है। युसारिऊना फीहिम, ਉਹ ਫਿਰ ਉਹਨਾਂ ਦੇ ਵਿੱਚ ਹੀ ਜਾ ਕੇ ਘੁਸਦੇ ਆ। ਯਾਨੀ ਕਿ ਇਹਨਾਂ ਵਿੱਚ ਘੁਸਦੇ ਆ ਜਿਨ੍ਹਾਂ ਨਾਲ ਕਿਹਾ ਕਿ ਤੁਸੀਂ ਦੋਸਤੀ ਨਹੀਂ ਰੱਖਣੀ, ਯਹੂਦੋ ਨਸਾਰਾ ਨਾਲ ਦੋਸਤੀ ਨਹੀਂ ਰੱਖਣੀ, ਜਾ ਉਹਦੇ ਵਿੱਚ ਘੁਸਦੇ ਆ। ਹੈ ਇੱਕ ਮੁਸਲਮਾਨ ਕੌਮ ਦੇ ਮੁਕਾਬਲੇ ਦੇ ਵਿੱਚ ਇੱਕ ਕਾਫਰ ਕੌਮ ਅਮਰੀਕਾ ਦੀ ਮਦਦ ਕੀਤੀ। ਪਰਵੇਜ਼ ਮੁਸ਼ਰਫ ਨੇ ਪੂਰੇ ਮੁਲਕ ਨੂੰ ਉਹਨੇ ਜਿਹੜਾ ਨਾ ਇਸ ਕੰਮ ਤੇ ਲਾਇਆ। ਏਡਾ ਵੱਡਾ ਜੁਰਮ ਹੈ। ਉਹਨਾਂ ਵਿੱਚ ਹੀ ਜਾ ਘੁਸਦੇ ਆ। ਯਕੂਲੂਨਾ ਨਕਸ਼ਾਨ ਤੁਸੀਬਾਨਾ ਦਾਇਰਾ, ਤੇ ਜੇ ਇਹਨਾਂ ਨੂੰ ਰੋਕੋ ਸਮਝਾਓ ਤੇ ਕਹਿੰਦੇ ਆ ਸਾਨੂੰ ਡਰ ਹੈ ਕਿ ਅਸੀਂ ਅਗਰ ਉਹਨਾਂ ਨਾਲ ਦੋਸਤੀ ਨਾ ਕਰਾਂਗੇ, ਉਹਨਾਂ ਦੇ ਨਾਲ ਨਾ ਟੁਰਾਂਗੇ ਤੇ ਸਾਡੇ ਤੇ ਗਰਦਸ਼ੇ ਜ਼ਮਾਨਾ ਆ ਜਾਏਗੀ, ਸਾਨੂੰ ਪੱਥਰ ਦੇ ਜ਼ਮਾਨੇ 'ਚ ਪਹੁੰਚਾ ਦੇਣਗੇ। ਜਿਵੇਂ ਅਮਰੀਕਾ ਨੇ ਧਮਕੀ ਲਾਈ ਪੱਥਰ ਦੇ ਜ਼ਮਾਨੇ 'ਚ ਪਹੁੰਚਾ ਦੇਵਾਂਗੇ। ਹੈਂ ਇਹ ਗੱਲ ਸਮਝ ਲਓ ਕਿ ਪੱਥਰ ਦੇ ਜ਼ਮਾਨੇ 'ਚ ਪਹੁੰਚਣਾ ਜਿਹੜਾ ਬਿਹਤਰ ਹੈ। हाँ तुसी किसी मुसलमान नूं नुकसान पहुंचाने वास्ते किसी काफर का साथ दिओ, उहदे नालों बेहतर है। हाँ अगर ये नहीं हैगा, इदां दा मसला नहीं, नॉर्मल तुहाडे तल्लुकात दोस्तियां हो सकदियां, लेकिन तुसी हुण एक जिहड़ा मुल्क है उहदे ते कब्जा कराउण वास्ते, उत्थे दे लोकां दे उत्ते जुल्म कराउण वास्ते तुसी उहदा साथ दिओ। फ़असल्लाहु अन यातिया बिल फथ, ਤੇ ਬਿਲਕੁਲ ਇਹ ਗੱਲ ਹੋ ਸਕਦੀ ਹੈ ਜਾਂ ਇਹ ਵੀ ਦੂਰ ਨਹੀਂ ਕਿ ਅੱਲਾਹ ਤਾਲਾ ਫਤਹ ਦੇ ਦੇਵੇ, ਯਾਨੀ ਅੱਲਾਹ ਮੁਸਲਮਾਨਾਂ ਨੂੰ ਫਤਹ ਦੇ ਦੇਵੇ। ਤੇ ਹੁਣ ਉਹ ਜਿਹੜੇ ਜਾ ਘੁਸਦੇ ਸੀ ਕਾਫਰਾਂ ਦੇ ਵਿੱਚ ਕਿ ਯਾਰ ਅਸੀਂ ਕਹਿੰਦੇ ਹਾਲਾਤ ਦਾ ਕੋਈ ਪਤਾ ਨਹੀਂ, ਇਹ ਪਤਾ ਨਹੀਂ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਦੇ ਹਿੱਸੇ 'ਚ ਸ਼ਿਕਸਤ ਆਉਂਦੀ ਹੈ। ਇਹ ਨਾ ਹੋਵੇ ਕਿ ਮੁਸ਼ਰਿਕੀ ਨੇ ਮੱਕਾ ਹੀ ਫਤਹ ਯਾਬ ਹੋ ਜਾਣ ਤੇ ਫਿਰ ਵੀ ਅਸੀਂ ਹੁਣ ਇੱਥੇ ਜੀਣਾ ਤਾਂ ਹੈਗਾ, ਰਹਿਣਾ ਤਾਂ ਹੈਗਾ। ਇੱਦਾਂ ਦੀਆਂ ਗੱਲਾਂ। ਤੇ ਅੱਲਾਹ ਤਾਲਾ ਕਹਿੰਦਾ ਹੈ ਕਿ ਫਾਸਾ ਅਸੱਲਾਹੁ ਅਨ ਯਾਤੀਆ ਬਿਲ ਫਤਹ, ਔਰ ਇਹ ਵੀ ਮੁਮਕਿਨ ਹੈ ਕਿ ਅੱਲਾਹ ਤਾਲਾ ਫਤਹ ਲੈ ਆਵੇ ਉਹ ਅਮਰ ਮਿਨ ਇੰਦਿल्लाह, ਜਾਂ ਅੱਲਾਹ ਤਾਲਾ ਦੀ ਤਰਫੋਂ ਕੋਈ ਹੋਰ ਫੈਸਲਾ ਹੋਵੇ। ਫਯੁਸਬਿਹੂ ਅਲਾ ਮਾ ਅਸਰੂ ਫੀ ਅਨਫੁਸਿਹਿਮ ਨਾਦਮੀਨ, ਤੇ ਫਿਰ ਇਹਨਾਂ ਦੇ ਦਿਲਾਂ, ਅਸਲ ਦੇ ਚੋਂ ਆਪਣੇ ਜ਼ਬਾਨਾਂ ਤੋਂ ਤਾਂ ਨਹੀਂ ਇਹ ਗੱਲ ਕਹਿੰਦੇ ਕਿ ਜੀ ਕੱਲ ਨੂੰ ਅਸੀਂ ਅਗਰ ਮੁਸਲਮਾਨਾਂ ਨੂੰ ਸ਼ਿਕਸਤ ਹੋ ਜਾਂਦੀ ਹੈ ਤੇ ਫਿਰ ਅਸੀਂ ਇੱਥੇ ਰਹਿਣਾ ਵਾ, ਇਸ ਵਾਸਤੇ ਅਸੀਂ ਥੋੜੇ ਜਿਹਾ ਆਪਣਾ ਆਪ ਮਾਮਲਾਤ ਸਿੱਧੇ ਕਰਦੇ। ਇਹ ਉਹ ਦਿਲ 'ਚ ਰੱਖੀ ਹੈ ਨਾ। ਅੱਲਾਹ ਕਹਿੰਦਾ ਅਗਰ ਅੱਲਾਹ ਨੇ ਮੁਸਲਮਾਨਾਂ ਨੂੰ ਫਤਹ ਦੇ ਦਿੱਤੀ ਤੇ ਇਹਨਾਂ ਨੂੰ ਆਪਣੇ ਦਿਲ ਵਿੱਚ ਜਿਹੜੀ ਜੋ ਸੋਚ ਸੀ ਉਹਦੇ ਤੋਂ ਸ਼ਰਮਿੰਦਗੀ ਹੋਏਗੀ, ਔਰ ਇੱਥੇ ਨਹੀਂ ਹੋਏਗੀ ਤੇ ਕੱਲ ਨੂੰ ਕਿਆਮਤ ਵਾਲੇ ਦਿਨ ਤੇ ਹੋਏਗੀ ਨਾ, ਕਿਉਂਕਿ ਅੱਲਾਹ ਦਿਲਾਂ ਦੇ ਹਾਲ ਜਾਣਦਾ। ਇਨ ਤੁਖਫੂ ਮਾਫੀ ਅਨਫੁਸਿਕੁਮ ਔ ਤੁਬਦੂ, ਤੁਸੀਂ ਛੁਪਾਓਗੇ ਜਾਂ ਜ਼ਾਹਿਰ ਕਰੋਗੇ ਤੇ ਅੱਲਾਹ ਨੂੰ ਉਹਦਾ ਪਤਾ। ਕਿਆਮਤ ਦੇ ਦਿਨ ਅੱਲਾਹ ਕਹੇਗਾ ਕਿ ਫਲਾਣੇ ਮੌਕੇ ਤੇ ਤੁਸੀਂ ਤਾਂ ਸੋਚਦੇ ਸੀ ਕਿ ਅਸੀਂ ਮੁਸਲਮਾਨ ਹਾਰ ਜਾਣ ਤੇ ਫਿਰ ਅਸੀਂ ਇਹਨਾਂ ਕੋਲੋਂ ਤਹਫੁਜ਼ ਲੈਣਾ, ਤੇ ਹੁਣ ਕਿਆਮਤ ਦੇ ਦਿਨ ਕੀ ਹੋਏਗਾ ਜਦੋਂ ਫਿਰ ਇਹ ਗੱਲਾਂ ਜ਼ਾਹਰ ਹੋ ਜਾਣਗੀਆਂ। ਯਕੂਲੁ ਲਜ਼ੀਨਾ ਆਮਨੂ, ਤੇ ਕਹਿਣਗੇ ਈਮਾਨ ਵਾਲੇ, ਜਦੋਂ ਉਹ ਦੇਖਣਗੇ ਕਿ ਕੁਛ ਈਮਾਨ ਵਾਲੇ ਜਿਹੜੇ ਆ ਉਹ ਉੱਥੇ ਨੰਗੇ ਹੋ ਗਏ ਆ, ਉਹ ਉੱਥੇ ਜ਼ਾਹਿਰ ਹੋ ਗਿਆ ਕਿ ਦੁਨੀਆ ਦੇ ਵਿੱਚ ਤੇ ਉਹ ਸਾਡੇ ਨਾਲ ਦੇ ਸੀਗੇ, ਤੇ ਲੇਕਿਨ ਇੱਥੇ ਪਤਾ ਲੱਗ ਰਿਹਾ ਵੀ ਇਹ ਦਿਲੋਂ ਤਾਂ ਖੋਟੇ ਸੀਗੇ। ਇਹ ਦਿਲੋਂ ਤੇ ਇੱਦਾਂ ਵੀ ਸੋਚਦੇ ਸੀ ਕਿ ਮੁਹੰਮਦ ਰਸੂਲullah ਸੱਲੱਲਾਹੁ ਅਲੈहि ਵਸੱਲਮ ਨੂੰ ਸ਼ਿਕਸਤ ਹੋ ਜਾਏ ਤੇ ਫਿਰ ਅਸੀਂ ਆਪਣੇ ਬਾਅਦ ਦੇ ਤਹਫਜ਼ਾਤ ਜਿਹੜੇ ਆ ਉਹਨਾਂ ਵਾਸਤੇ ਜਿਹੜਾ ਦੁਸ਼ਮਣ ਹੈ ਉਹਦੇ ਨਾਲ ਕੋਈ ਸੌਦੇਬਾਜ਼ੀ ਕਰੀਏ, ਜਾਂ ਸੌਦੇਬਾਜ਼ੀ ਕੀਤੀ। ਹੁਣ ਇੱਥੇ ਦੁਨੀਆ 'ਚ ਜ਼ਾਹਿਰ ਨਹੀਂ, ਉੱਥੇ ਜ਼ਾਹਿਰ ਹੋ ਜਾਏਗੀ। ਵਾ ਯਕੂਲੁ ਲਜ਼ੀਨਾ ਆਮਨੂ, ਤੋਂ ਈਮਾਨ ਵਾਲੇ ਕਹਿਣਗੇ ਅਹਾਉਲਾਇ ਲਜ਼ੀਨਾ ਅਕਸਮੂ ਬਿੱਲਾਹਿ ਜਹਦਾ ਈਮਾਨਿਹਿਮ, ਆਹੀ ਲੋਕ ਹੈ
ਕਿ ਜਿਹੜੇ ਬੜੀਆਂ ਬੜੀਆਂ ਕਸਮਾਂ ਖਾਂਦੇ ਸੀ ਕਿ ਅਸੀਂ ਤਾਂ ਈਮਾਨ ਵਾਲੇ ਹਾਂ, ਤੇ ਅੰਦਰੋਂ ਇਹਨਾਂ ਦਾ ਹਾਲ ਇਹ ਸੀਗਾ, ਇਨਹੁਮ ਲਮਾਕੁਮ, ਔਰ ਉਹ ਤਾਂ ਕਹਿੰਦੇ ਸੀ ਅਸੀਂ ਤੁਹਾਡੇ ਨਾਲ ਆ। ਲੇਕਿਨ ਇਹਨਾਂ ਦੇ ਅਮਲ ਜ਼ਾਇਆ ਹੋ ਗਿਆ, ਕਿਉਂਕਿ ਅੰਦਰੋਂ ਇਹ ਇਸ ਕਿਸਮ ਦੇ ਸੀਗੇ। ਅੰਦਰਲੀ ਸੋਚ ਇਹਨਾਂ ਦੀ ਉਹ ਸੀ ਜਿਹੜੀ ਪਰਵੇਜ਼ ਮੁਸ਼ਰਫ ਦੀ ਸੀ। ਹਾਬਿਤਤ ਅਮਾਲੁਹੁਮ, ਤਬਾਹ ਹੋ ਗਏ ਇਹਨਾਂ ਦੇ ਅਮਲ। ਫਅਸਬਹੂ ਖਾਸਿਰੀਨ, ਤੇ ਇਹ ਚਲੇ ਗਏ, ਯਾਨੀ ਅਮਲ ਕਰਕੇ ਵੀ ਇਹ ਖਿਸਾਰੇ ਦੇ ਵਿੱਚ ਚਲੇ ਗਏ, ਬੇਫਾਇਦਾ ਹੋਇਆ ਇਹਨਾਂ ਦਾ, ਕੁਛ ਨਹੀਂ ਲੱਭਿਆ ਇਹਨਾਂ ਨੂੰ। ਅਮਲ ਕਰਕੇ ਵੀ, ਮੁਸਲਮਾਨ ਹੋ ਕੇ ਵੀ, ਕਿਤਾਬ ਨੂੰ ਮੰਨ ਕੇ ਵੀ, ਰਸੂਲ ਨੂੰ ਮੰਨ ਕੇ ਵੀ ਕੁਛ ਨਹੀਂ ਲੱਭਿਆ। अल्लाह तो दुआ जी, अल्लाह सानू कुरान दा फहम अता फरमाए, अमल दी तौफीक अता फरमाए। आयत नंबर 53 तक पढ़ लिया। कूलो कौली हाजा वस्तगफिरहु ली वलकुम वलिसाइरिल मुस्लिमीन वल मुस्लिमात।